ਸਤਨਾਮ ਸ੍ਰੀ ਵਾਹਿਗੁਰੂ ਜੀ। ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ। ਚੋਰ ਯਾਰ ਜੁਆਰ ਹਉ, ਪਰ ਘਰ ਜੋ ਹੰਦਾ। ਨੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ, ਅਹੰਕਾਰ ਕਰੰਦਾ। ਵਿਸ਼ਵਾਸ ਘਾਤੀ ਕਿਰਤ ਘਾਣ, ਮੈਂ ਕੋ ਨਾ ਰਖੰਦਾ। ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ੰਦਾ। ਨਮਸਕਾਰ ਗੁਰਦੇਵ ਕੋ, ਸਤਨਾਮ ਜਿਸ ਮੰਤਰ ਸੁਣਾਇਆ। ਭਵਜਲ ਵਿੱਚੋਂ ਕੱਢ ਕੇ, ਮੁਕਤ ਪਦਾਰਥ ਮਾਹੇ ਸਮਾਇਆ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ। ਭਾਈ ਮੀਤ ਸੁਰਿਦ ਕੀਏ, ਬਿਖਿਆ ਰਚਿਆ ਬਾਦ। ਮਿੱਠਾ ਕਰਕੇ ਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਾਵਨ ਪਵਿੱਤਰ ਅਕਾਲੀ ਬਾਣੀ ਦੀ ਲੜੀਵਾਰ ਵਿਚਾਰ ਜੋ ਆਰੰਭ ਹੈ, ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁੱਖ ਵਾਕ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਲਾਹਾ ਪ੍ਰਾਪਤ ਕਰੀਏ। ਸ੍ਰੀ ਰਾਗ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਨਿਮਰਤਾ ਦੀ ਅਹੁਦੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਹਨ। ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ। ਜਿਵੇਂ ਮਨੁੱਖ ਸਰੀਰਕ ਤੌਰ 'ਤੇ ਮਿੱਠੇ ਭੋਜਨਾਂ ਨੂੰ ਬਹੁਤਾ ਪਸੰਦ ਕਰਦਾ ਹੈ, ਇਸੇ ਤਰ੍ਹਾਂ ਕੁਝ ਕਰਮ ਐਸੇ ਹਨ ਜਿਨ੍ਹਾਂ ਨੂੰ ਇਹ ਮਿੱਠੇ ਜਾਣ ਕੇ ਕਰਦਾ, ਜਾਂ ਜੋ ਵਿਕਾਰ ਹਨ ਉਹਨਾਂ ਨੂੰ ਮਿੱਠੇ ਜਾਣ ਕੇ ਆਪਣੇ ਜੀਵਨ ਵਿੱਚ ਲਾਗੂ ਕਰਦਾ, ਭੋਗਦਾ। ਸੋ ਸਤਿਗੁਰੂ ਮਹਾਰਾਜ ਸਾਡੇ ਉਹਨਾਂ ਕਰਮਾਂ ਨੂੰ, ਵਿਕਾਰਾਂ ਆਦਿਕਾਂ ਨੂੰ ਕੌੜੇ ਦੱਸ ਰਹੇ ਨੇ। ਜਿਵੇਂ ਹਜ਼ੂਰ ਦੇ ਹੋਰ ਵੀ ਮੁੱਖ ਵਾਕ ਵਚਨ ਹਨ। ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ। ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ, ਤਿਸ ਤੇ ਉਪਜਿਆ ਸੋਗ। ਭੋਗ ਪੁੰਚਾਏ ਭੁਲਾਇਨ ਪਿਆਰੇ, ਉਤਰੈ ਨਹੀਂ ਵਿਜੋਗ। ਇੱਥੇ ਵੀ ਹਜ਼ੂਰ ਕਹਿੰਦੇ ਨੇ ਵੀ ਮਿੱਠਾ ਕਰਕੇ ਖਾਧਾ, ਪਰ ਉਹਦਾ ਸਵਾਦ ਕੌੜਾ ਉਪਜਿਆ। ਮਿੱਠੇ ਜਾਣ ਕੇ ਵਿਕਾਰਾਂ ਆਦਿਕਾਂ ਨੂੰ ਭੋਗਿਆ, ਪਰ ਉਹਨਾਂ ਦਾ ਸਵਾਦ ਜਿਹੜਾ ਫਲ ਹੈ ਬਾਅਦ ਵਿੱਚ ਕੌੜਾ ਹੋ ਕੇ ਉਪਜਿਆ। ਕੌੜਾ ਮਤਲਬ ਦੁੱਖ। ਜਿਹੜੇ ਉਹ ਬੀਜ ਬੀਜੇ, ਭੋਗ ਭੋਗੇ, ਉਹਨਾਂ ਦਾ ਫਲ ਕੌੜਾ ਹੋਇਆ, ਸਵਾਦ ਕੌੜਾ ਉਪਜਿਆ। ਭਾਈ ਮੀਤ ਸੁਰਿਦ ਕੀਏ, ਬਿਖਿਆ ਰਚਿਆ ਬਾਦ। ਬੜੇ ਭਰਾ, ਬੜੇ ਸੁਹਿਰਦ ਮਿੱਤਰ, ਜਿਹੜੇ ਬਹੁਤ ਹਿਰਦੇ ਨੂੰ ਚੰਗੇ ਲੱਗਣ ਵਾਲੇ ਮਿੱਤਰ ਇਸ ਨੇ ਬਣਾਏ, ਅਤੇ ਬਿਖਿਆ ਰਚਿਆ ਬਾਦ, ਵਾਹਿਗੁਰੂ ਦਾ ਚੇਤਾ ਭੁਲਾ ਛੱਡਿਆ। ਸੰਸਾਰ ਦੇ ਵਿੱਚ ਮਿੱਤਰ ਭਾਈ ਬੜੇ ਬਣਾਏ। ਬਿਖਿਆ ਦਾ ਅਰਥ ਹੈ ਮਾਇਆ। ਬਾਦ ਵਿਅਰਥ ਅਤੇ ਬਾਦ ਵਿਕਾਰ। ਇਹ ਇਸ ਤਰ੍ਹਾਂ ਮਾਇਆ ਵਿੱਚ ਅਤੇ ਅਨੇਕਾਂ ਤਰ੍ਹਾਂ ਦੇ ਵਾਦ ਝਗੜਿਆਂ ਵਿੱਚ ਅਤੇ ਵਿਅਰਥ ਜਿਹੜੇ ਵਿਕਾਰ ਹਨ ਉਹਨਾਂ ਵਿੱਚ ਰਚਿਆ ਰਿਹਾ। ਇਸ ਤਰ੍ਹਾਂ ਇਸ ਜੀਵ ਨੇ ਆਪਣਾ ਜੀਵਨ ਬਤੀਤ ਕੀਤਾ। ਜਾਂਦੇ ਬਿਲਮ ਨਾ ਹੋਵਈ, ਵਿਣ ਨਾ ਆਵੈ ਬਿਸਮਾਦ। ਉਂਝ ਤਾਂ ਬਿਸਮਾਦ ਅਰਥ ਸ਼ਬਦ ਦਾ ਹੁੰਦਾ ਹੈ ਅਸਚਰਜ, ਪਰ ਇੱਥੇ ਦੋ ਅਰਥ ਕੀਤੇ ਗਏ ਨੇ। ਇੱਕ ਤਾਂ ਬਿਸਮਾਦ, ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਨ੍ਹਾਂ ਚੀਜ਼ਾਂ ਵਿੱਚ ਬੜਾ ਇਹ ਗਲਤਾਨ ਹੋ ਰਿਹਾ ਸੀ, ਜਿਨ੍ਹਾਂ ਨਾਲ ਇਹਨੇ ਨੇਹ ਲਾਇਆ ਹੋਇਆ ਸੀ, ਖਾਣ ਪੀਣ ਵਾਲੇ ਪਦਾਰਥਾਂ ਨਾਲ, ਵਿਕਾਰਾਂ ਨਾਲ, ਔਰ ਮਿੱਤਰਾਂ ਦੋਸਤਾਂ ਯਾਰਾਂ ਨਾਲ, ਜਦੋਂ ਉਹ ਸਾਥ ਛੱਡਣ ਲੱਗੇ ਜਾਂ ਆਪ ਇਸ ਦੁਨੀਆ 'ਤੇ ਸਾਰਿਆਂ ਨੂੰ ਛੱਡ ਕੇ ਜਾਣ ਲੱਗੇ, ਤਾਂ ਬਿਲਮ ਨਾ ਹੋਵੇ।
ਦੇਰੀ ਨਹੀਂ ਲੱਗੀ, ਵਿਣ ਨਾ ਆਵੇ। ਨਾਮ ਤੋਂ ਬਗੈਰ ਹੋਰ ਸਭ ਕੁਝ ਜਾਂਦਾ ਰਹਿੰਦਾ, ਨਾਮ ਤੋਂ ਬਗੈਰ ਹੋਰ ਸਭ ਚਲੇ ਜਾਂਦੇ ਨੇ, ਤੇ ਉਹਨਾਂ ਦੇ ਜਾਂਦਿਆਂ ਬਿਲਮ ਦੇਰੀ ਨਹੀਂ ਲੱਗਦੀ। ਔਰ ਇਸੇ ਤਰ੍ਹਾਂ ਹਜ਼ੂਰ ਦਾ ਇਸ ਮੁੱਖ ਵਾਕ ਬਚਨ ਦਾ ਅਰਥ ਇੰਝ ਵੀ ਕੀਤਾ ਗਿਆ ਕਿ ਜਾਂਦੇ ਬਿਲਮ ਨਾ ਹੋਵੇ, ਉਹਨਾਂ ਦੇ ਤੇ ਜਾਂਦਿਆਂ ਦੇਰੀ ਨਹੀਂ ਲੱਗਦੀ। ਵਿਣ ਨਾ ਆਵੇ ਬਿਸਮਾਦ, ਜਿਹੜਾ ਨਾਮ ਨਾਲ ਨਹੀਂ ਜੁੜਿਆ ਉਹ ਫਿਰ ਬਿਸਮਾਦ ਦਾ ਅਰਥ ਕੀਤਾ ਡੌਰ ਭੌਰਾ ਜਿਹਾ, ਹੈਰਾਨ ਜਿਹਾ ਹੋ ਜਾਂਦਾ ਵੀ ਸਾਰੇ ਹੀ ਸਾਥ ਛੱਡ ਗਏ, ਇੱਕ ਵਾਹਿਗੁਰੂ ਦਾ ਨਾਮ ਹੀ ਮੇਰਾ ਸਹਾਈ ਹੋਇਆ, ਨਾਮ ਤੋਂ ਬਗੈਰ ਤੇ ਹੋਰ ਸੱਜਣ ਹੈ ਹੀ ਕੋਈ ਨਹੀਂ। ਇਉਂ ਡੌਰ ਭੌਰਾ ਜਿਹਾ ਹੋ ਜਾਂਦਾ, ਉਖੜੀ ਜੀ ਅਵਸਥਾ ਵਾਲਾ ਮਨੁੱਖ ਹੋ ਜਾਂਦਾ। ਮੇਰੇ ਮਨ ਸਤਿਗੁਰ ਕੀ ਸੇਵਾ ਲਾਗ। ਹਜ਼ੂਰ ਕਹਿੰਦੇ ਨੇ ਕਿ ਆਪਣੇ ਮਨ ਨੂੰ ਇੰਝ ਸਮਝਾਓ ਕਿ ਇਹ ਮੇਰੇ ਮਨਾ, ਸੱਚੇ ਗੁਰਾਂ ਦੀ ਸੇਵਾ ਵਿੱਚ ਲੱਗ ਜਾ। ਸਤਿਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਜੋ ਉਪਦੇਸ਼ ਹਜ਼ੂਰ ਨੇ ਦਿੱਤਾ ਹੈ, ਉਸ ਕਰਮ ਵਿੱਚ ਤੂੰ ਲੱਗ ਜਾ। ਕਿਉਂ ਜੀ, ਜੋ ਦੀਸੈ ਸੋ ਵਿਣਸਣਾ, ਮਨ ਕੀ ਮਤ ਤਿਆਗ। ਜਿਹੜੀ ਮਨ ਦੀ ਤੂੰ ਆਪਣੀ ਮਤ ਧਾਰਨ ਕੀਤੀ ਹੈ ਨਾ ਜੀਵ, ਉਸ ਮਨ ਦੀ ਮਤ ਨੂੰ ਤਿਆਗ ਤੇ ਸਮਝ ਜੋ ਕੁਝ ਦਿਖਾਈ ਦੇ ਰਿਹਾ ਹੈ, ਅੱਖਾਂ ਨਾਲ ਦਿਸ ਰਿਹਾ ਹੈ, ਸੋ ਵਿਣਸਣਾ। ਉਹ ਸਭ ਕੁਝ ਹੀ ਬਿਨਸ ਜਾਣ ਵਾਲਾ, ਉਸਨੇ ਨਾਸ ਹੋ ਜਾਣਾ ਹੈ। ਤੇ ਦਿਸਣ ਵਾਲੇ ਪ੍ਰਪੰਚ ਨਾਲ ਤੂੰ ਆਪਣਾ ਚਿੱਤ ਨਾ ਜੋੜ, ਸਭ ਕੁਝ ਖਤਮ ਹੋਣ ਵਾਲਾ ਹੈ। ਜੋ ਅੱਖਾਂ ਨਾਲ ਦਿਸਦਾ ਹੈ ਸਭ ਮਾਇਆ ਹੈ, ਜੋ ਨਹੀਂ ਦਿਸਦਾ ਉਹ ਵਾਹਿਗੁਰੂ ਪਰਮਾਤਮਾ ਹੈ, ਕਿਉਂਕਿ ਉਹ ਨਿਰਾਕਾਰ ਹੈ। ਪਰ ਸਤਿਗੁਰੂ ਕਹਿ ਰਹੇ ਨੇ ਉਹ ਹੈ, ਹਰ ਥਾਂ ਹੈ, ਹਰ ਜਗ੍ਹਾ ਹੈ, ਹਰ ਹਿਰਦੇ ਵਿੱਚ ਹੈ। ਸੋ ਇਸ ਪ੍ਰਕਾਰ ਜੋ ਦਿਖਾਈ ਦੇ ਰਿਹਾ ਉਹ ਬਿਨਸ ਜਾਏਗਾ, ਉਹ ਨਹੀਂ ਰਹੇਗਾ। ਇਹਦੇ ਨਾਲ ਜਿਹੜਾ ਤੇਰਾ ਮਨ ਜੁੜਿਆ ਹੋਇਆ, ਮਨ ਨੇ ਮੱਤ ਇਹੋ ਜਿਹੀ ਧਾਰਨ ਕੀਤੀ ਹੈ ਕਿ ਇਸ ਸੰਸਾਰ ਦੇ ਵਿੱਚੋਂ ਨਿਕਲਦਾ ਹੀ ਨਹੀਂ। ਇਹ ਮਨ ਦੀ ਮੱਤ ਤੂੰ ਹੈ ਜੀਵ ਤਿਆਗ ਦੇ। ਰਹਾਓ। ਸ਼ਬਦ ਦਾ ਕੇਂਦਰੀ ਭਾਵ ਦੱਸ ਕੇ ਸਤਿਗੁਰੂ ਹੋਰ ਵਿਆਖਿਆਨ ਕਰਦੇ ਹਨ। ਜਿਉ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ। ਜਿਹੜਾ ਹਲਕਾਇਆ ਕੁੱਤਾ ਹੈ ਉਹ ਦੂਜਿਆਂ ਕੁੱਤਿਆਂ ਨਾਲੋਂ ਕੁਝ ਵੱਖਰਾ ਹੁੰਦਾ, ਉਹਦੇ ਲੱਛਣ ਕੁਝ ਹੋਰ ਹੁੰਦੇ ਨੇ। ਆਮ ਕੁੱਤੇ ਦੀ ਪੂਛ ਵਿੰਗੀ ਹੁੰਦੀ ਹੈ, ਪਰ ਜਿਹੜਾ ਹਲਕਾਇਆ ਕੁੱਤਾ ਉਹਦੀ ਪੂਛ ਸਿੱਧੀ ਹੋ ਜਾਂਦੀ ਹੈ। ਇੱਕ ਉਹਦੇ ਮੂੰਹ 'ਚੋਂ ਝੱਗ ਡਿੱਗਦੀ ਹੈ, ਅਤੇ ਤੀਸਰਾ ਉਹ ਆਪਣਾ ਪਰਾਇਆ ਨਹੀਂ ਪਛਾਣਦਾ, ਹਰ ਇੱਕ ਨੂੰ ਵੱਢਦਾ। ਚੌਥਾ ਸਰਪਟ ਦੌੜਦਾ, ਲਗਾਤਾਰ ਤੇਜ਼ੀ ਨਾਲ ਦੌੜਦਾ, ਖਲੋਂਦਾ ਨਹੀਂ। ਅਤੇ ਪੰਜਵਾਂ ਉਹ ਪਾਣੀ ਦੇ ਨੇੜੇ ਨਹੀਂ ਜਾ ਸਕਦਾ। ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਜਿਵੇਂ ਹਲਕਾਇਆ ਕੁੱਤਾ ਧਾਵਦਾ, ਧਾਵ ਦਾ ਮਤਲਬ ਦੌੜਦਾ ਹੈ, ਦਹਿ ਦਿਸ ਜਾਏ, ਦਸਾਂ ਦਿਸ਼ਾ ਵਿੱਚ ਜਿੱਧਰ ਕਿੱਧਰ ਵੀ, ਭਾਵ ਬਹੁਤ ਪਾਸਿਆਂ 'ਤੇ, ਕਦੇ ਕਿਸੇ ਪਾਸੇ ਨੂੰ ਦੌੜ ਪੈਂਦਾ, ਉੱਧਰੋਂ ਦੂਜੇ ਪਾਸੇ ਨੂੰ ਦੌੜ ਪੈਂਦਾ, ਜਿੱਧਰੋਂ ਰੋਕ ਪੈਂਦੀ ਉੱਧਰੋਂ ਹੋ ਕੇ ਦੂਜੇ ਬੰਨੇ ਦੌੜ ਜਾਂਦਾ, ਖਲੋਂਦਾ ਨਹੀਂ। ਉਂਝ ਤਾਂ ਦਿਸ਼ਾ ਚਾਰ ਹੀ ਹਨ, ਉੱਤਰ ਦੱਖਣ ਪੂਰਬ ਪੱਛਮ, ਜਾਂ ਲਹਿੰਦਾ ਚੜ੍ਹਦਾ ਦੱਖਣ ਪਹਾੜ। ਪਰ ਚਾਰ ਇਹਨਾਂ ਦਿਸ਼ਾਵਾਂ ਦੇ ਕੋਨੇ ਹਨ, ਉਹਨਾਂ ਨੂੰ ਕੋਣ ਕਹਿ ਦਿੰਦੇ ਨੇ। ਇਹ ਵਾਯਵ ਕੋਣ ਹੈ, ਇਹ ਨਾਇਕ ਹੈ, ਇਹ ਅਗਨ ਕੋਣ ਹੈ ਆਦਿਕ 10। ਇਹ ਆ ਚਾਰ ਦਿਸ਼ਾਵਾਂ ਅਤੇ ਚਾਰ ਕੋਨੇ ਅਤੇ 9ਵੀਂ ਧਰਤੀ 10ਵਾਂ ਆਕਾਸ਼, ਇਹਨਾਂ ਨੂੰ ਵੈਸੇ 10 ਦਿਸ਼ਾ ਕਿਹਾ ਜਾਂਦਾ। ਇੱਥੇ 10 ਦਿਸ਼ਾ ਦਾ ਮਤਲਬ ਹੈ ਵੀ ਸਭ ਪਾਸਿਆਂ ਨੂੰ ਦੌੜਿਆ ਫਿਰਦਾ, ਜਿਵੇਂ ਕੁੱਤਾ ਹਲਕਾਇਆ ਹੋਇਆ ਹੁੰਦਾ। ਇਹ ਦ੍ਰਿਸ਼ਟਾਂਤ ਦਿੱਤਾ ਹਜ਼ੂਰ ਨੇ। ਠੀਕ ਇਸੇ ਤਰ੍ਹਾਂ ਲੋਭੀ ਜੰਤ ਨਾ ਜਾਣਈ ਪੱਖ ਅਪੱਖ ਸਭ ਖਾਏ। ਇਸੇ ਤਰ੍ਹਾਂ ਉਸ ਹਲਕੇ ਕੁੱਤੇ ਵਰਗਾ ਬਣ ਜਾਂਦਾ ਲੋਭੀ ਜੀਵ। ਇਹ ਮਨੁੱਖ ਲੋਭੀ ਹੋ ਕੇ ਉਸ ਹਲਕੇ ਕੁੱਤੇ ਵਰਗਾ ਬਣ ਜਾਂਦਾ, ਨਹੀਂ ਕਿਸੇ ਨੂੰ ਜਾਣਦਾ ਕਿ ਆਪਣਾ ਕਿ ਪਰਾਇਆ ਕੌਣ ਆ। ਅਤੇ ਜਿਵੇਂ ਉਹ ਕੁੱਤਾ ਅਮੋੜ ਦੌੜਿਆ ਫਿਰਦਾ, ਹਰ ਇੱਕ ਨੂੰ ਵੱਢਦਾ, ਇਸੇ ਤਰ੍ਹਾਂ ਲੋਭੀ ਮਨੁੱਖ ਪੱਖ ਅਪੱਖ ਸਭ ਖਾਏ। ਭਖ ਭਖਣ ਕਰਨ ਯੋਗ ਜਿਹੜੇ ਪਦਾਰਥ ਨੇ, ਜਿਨ੍ਹਾਂ ਦਾ ਖਾਣਾ ਪੀਣਾ, ਜਿਨ੍ਹਾਂ ਪਦਾਰਥਾਂ ਦਾ ਸਾਡੇ ਲਈ ਯੋਗ ਹੈ, ਮਨੁੱਖ ਜਾਤੀ ਵਾਸਤੇ ਜਿਹੜੇ ਭੋਜਨ ਵਿਹਿਤ ਹਨ, ਉਹ ਅਤੇ ਅਪੱਖ ਜੋ ਨਹੀਂ ਖਾਣ ਯੋਗ। ਲਾਲਚ ਵਿੱਚ ਵਸ ਹੋਇਆ ਖਾਣ ਯੋਗ ਅਤੇ ਨਾ ਖਾਣ ਯੋਗ ਸਾਰੇ ਪਦਾਰਥ ਖਾਈ ਜਾਂਦਾ, ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਰੋਗ ਪੈਦਾ ਹੋਣਾ। ਇੱਕ ਭਖ ਹੁੰਦਾ ਤੇਰੇ ਖਾਣ ਦੇ ਯੋਗ, ਤੇਰਾ ਹੱਕ, ਆਪਣਾ ਹੱਕ, ਅਤੇ ਅਪੱਖ ਜਿੱਧਰੋਂ ਸਤਿਗੁਰਾਂ ਨੇ, ਗੁਰੂ ਪੀਰਾਂ ਨੇ ਵਰਜਿਆ ਵੀ ਬੇਗਾਨਾ ਹੱਕ ਨਹੀਂ ਖਾਣਾ, ਉਹ ਅਪੱਖ ਹੈ, ਨਹੀਂ ਖਾਣ ਯੋਗ। ਜਿਵੇਂ ਕੁਝ ਖੁਰਾਕਾਂ ਐਸੀਆਂ ਹਨ
ਉਹ ਮਨੁੱਖ ਵਾਸਤੇ ਨਹੀਂ। ਇਹ ਫਿਰ ਵੀ ਉਹ ਖਾਂਦਾ, ਲੋਭੀ ਹੈ, ਲਾਲਚੀ ਹੈ, ਲੱਭੀ ਹੈ। ਔਰ ਜਿਵੇਂ ਸ਼ਰਾਬ ਆਦਿਕ ਪੀਣ ਤੋਂ ਸਾਰੇ ਧਰਮਾਂ 'ਚ ਮਨ੍ਹਾ ਕੀਤਾ ਗਿਆ, ਪਰ ਫਿਰ ਵੀ ਭੱਜ ਭੱਜ ਕੇ ਮਨ ਉੱਧਰ ਨੂੰ ਜਾਂਦਾ ਵੀ ਵੇਖੀ ਸ਼ਰਾਬ ਪੀ ਕੇ ਵੇਖੀਏ। ਸੋ ਇਸ ਪ੍ਰਕਾਰ ਲੋਭੀ ਆਦਮੀ ਹਲਕੇ ਕੁੱਤੇ ਵਰਗਾ, ਉਹ ਲਾਲਚਵਸ ਹੋ ਕੇ ਮਨੁੱਖ ਹਰ ਇੱਕ ਦੀ ਨਿੰਦਾ ਕਰਦਾ। ਇਹ ਝੱਗ ਸੁੱਟਦਾ ਮੂੰਹ 'ਚੋਂ, ਨਿੰਦਾ ਰੂਪੀ ਝੱਗ। ਬਿਰਤੀ ਰੂਪੀ ਪੂਛ ਸਿੱਧੀ ਹੋ ਜਾਣ ਦਾ ਮਤਲਬ ਹੈ ਵੀ ਸਿਰਫ ਉਹਨੂੰ ਮਾਇਆ ਪਦਾਰਥ ਦਿਸਦੇ ਨੇ ਵੀ ਕਿੱਥੋਂ ਲਿਆਂਦੇ ਜਾਣ, ਹੋਰ ਕੁਛ ਨਹੀਂ ਉਹ ਵੇਖਦਾ। ਆਪਣਾ ਪਰਾਇਆ ਨਹੀਂ ਪਛਾਣਦਾ, ਹਰ ਇੱਕ ਨੂੰ ਵੜਦਾ, ਦਾ ਲਾਉਂਦਾ, ਧੋਖਾ ਕਰਦਾ ਹਰ ਇੱਕ ਨਾਲ, ਕਿਸੇ ਦਾ ਉਹ ਸੱਜਣ ਨਹੀਂ। ਸਤ ਸੰਗਤ ਰੂਪੀ ਪਾਣੀ ਦੀ ਘਾਟ ਕਿਨਾਰੇ 'ਤੇ ਉਹ ਜਾ ਨਹੀਂ ਸਕਦਾ। ਜਿਹੜਾ ਲੋਭੀ ਆਦਮੀ ਹੈ, ਨਾ ਤਾਂ ਉਹ ਦਮੜੇ ਹੱਥੋਂ ਚਾਰ ਛੱਡ ਸਕਦਾ, ਨਾ ਧਾਰਮਿਕ ਸਥਾਨ 'ਤੇ ਜਾਏਗਾ, ਨਾ ਰੱਬ ਦਾ ਨਾਮ ਜਪਣ ਲਈ ਸਮਾਂ ਕੱਢੇਗਾ। ਇਸ ਪ੍ਰਕਾਰ ਦੀ ਹਾਲਤ ਦੱਸ ਰਹੇ ਨੇ ਹਜ਼ੂਰ ਸਾਡੀ ਸੰਸਾਰੀਆਂ ਦੀ। ਕਾਮ ਕ੍ਰੋਧ ਮਦ ਵਿਆਪਿਆ, ਫਿਰ ਜੋਨੀ ਪਾਏ। ਕਾਮ ਤੇ ਕ੍ਰੋਧ, ਕਾਮ ਵਿਕਾਰ ਦ੍ਰਿਸ਼ਟੀ, ਬਗਾਨੇ ਸਰੀਰਾਂ ਦੇ ਨਾਲ ਲਗਾਓ, ਤੇ ਕ੍ਰੋਧ ਚਿੱਤ ਦੀ ਤੀਖਣ ਬਿਰਤੀ, ਕ੍ਰੋਧ ਹਾਵੀ ਹੋ ਜਾਂਦਾ ਤੇ ਮਨੁੱਖ ਬਾਂਦਰ ਵਾਂਗ ਨਾਚ ਕਰਦਾ। ਮਦ ਨਸ਼ਾ, ਇੱਥੇ ਅਰਥ ਹੰਕਾਰ ਦਾ। ਕਾਮ ਕ੍ਰੋਧ ਤੇ ਮਦ ਨਸ਼ੇ ਹੰਕਾਰ ਵਿੱਚ ਇਹ ਵਿਆਪਿਆ ਫਸਿਆ ਹੋਇਆ ਜੀ। ਇਹਨੂੰ ਇਹ ਨਸ਼ਿਆਂ ਨੇ ਦਬਲ ਲਿਆ। ਕਾਮ ਕ੍ਰੋਧ ਹੰਕਾਰ ਆਦਿਕ ਇਹ ਜਿਹੜੇ ਵਿਕਾਰ ਹਨ, ਇਹਨਾਂ ਨੇ ਮਨੁੱਖ ਨੂੰ ਆਪਣੇ ਅਧੀਨ ਕਰ ਲਿਆ, ਇਹਨਾਂ ਵਿੱਚ ਫਸ ਚੁੱਕਾ ਹੈ। ਫਿਰ ਜੋਨੀ ਪਾਏ, ਔਰ ਫਿਰ ਪੁਨः ਬਾਰ ਇਹ ਟੇਢੀਆਂ ਜੂਨਾਂ ਪ੍ਰਾਪਤ ਕਰਦਾ। ਕਦੇ ਕਿਸੇ ਜਨਮ ਵਿੱਚ ਪੈ ਗਿਆ, ਕਦੇ ਕਿਸੇ ਜੂਨ ਵਿੱਚ ਪੈ ਗਿਆ। ਇਹ ਵਿਕਾਰ ਹੀ ਹਨ ਜੋ ਜੂਨਾਂ ਵਿੱਚੋਂ ਨਿਕਲ ਨਹੀਂ ਦਿੰਦੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਾਲਵੇ ਦੇ ਵਿੱਚ ਵਿਚਰ ਰਹੇ ਸਨ, ਤਾਂ ਇੱਕ ਗੰਡ ਨਾਂ ਦਾ ਥੇ ਆਇਆ। ਉਹਨੂੰ ਥੇ ਨੂੰ ਗੰਡ ਦਾ ਥੇ ਕਹਿੰਦੇ ਸੀ। ਉੱਥੇ ਹਜ਼ੂਰ ਸ਼ਾਮਾਂ ਦੇ ਵਕਤ ਬੈਠ ਗਏ, ਚੌਥਾ ਪਹਿਰ ਸੀ ਦਿਨ ਦਾ, ਤੇ ਇੱਕ ਤਿੱਤਰ ਬੋਲਿਆ। ਤਾਂ ਜਦੋਂ ਤਿੱਤਰ ਦੀ ਆਵਾਜ਼ ਸਤਿਗੁਰੂ ਮਹਾਰਾਜ ਨੇ ਸੁਣੀ, ਤਾਂ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਬਚਨ ਬੋਲਿਆ, ਭੂਮੀਆਂ ਭੂਮ ਉਪਰ ਨਿਤ ਲੱਜੈ, ਛੋੜ ਚੱਲੈ ਤ੍ਰਿਸ਼ਨਾ ਨਹੀਂ ਬੁਝੈ। ਤੇ ਸਿੰਘ ਸਿਆਣੇ ਸੀ, ਉਹਨਾਂ ਸਮਝਿਆ ਕਿ ਬੋਲਿਆ ਤਾਂ ਤਿੱਤਰ ਹੈ, ਤਾਂ ਗੁਰੂ ਮਹਾਰਾਜ ਨੇ ਇਹ ਬਚਨ ਬੋਲਿਆ, ਇਹਦਾ ਕੋਈ ਤਾਤਪਰਜ ਹੋਵੇਗਾ। ਤਾਂ ਪੁੱਛ ਲਿਆ ਕਿ ਮਹਾਰਾਜ ਜੀ, ਇਹਨਾਂ ਬਚਨਾਂ ਦਾ ਇਸ ਤਿੱਤਰ ਨਾਲ ਕੀ ਸੰਬੰਧ? ਤਾਂ ਹਜ਼ੂਰ ਨੇ ਦੱਸਿਆ ਇਹ ਜੋ ਤਿੱਤਰ ਦੀ ਜੂਨ 'ਚ ਪਿਆ ਹੋਇਆ ਜੀਵ ਹੈ, ਇਹ ਜ਼ਿਮੀਂਦਾਰ ਸੀ ਇਸ ਜ਼ਮੀਨ ਦਾ, ਇਸ ਜ਼ਮੀਨ ਦਾ ਇਹ ਮਾਲਕ ਸੀ। ਇਹ ਮਰ ਕੇ ਕਈ ਜਨਮਾਂ 'ਚ ਪਿਆ ਤੇ ਅਜੇ ਵੀ ਇਸ ਜ਼ਮੀਨ ਦੀ ਮੇਰ ਨਹੀਂ ਛੱਡਦਾ। ਇੱਥੇ ਇਸ ਇਰਦ ਗਿਰਦ ਇਸ ਇਲਾਕੇ 'ਚ ਰਹਿੰਦਾ ਹੈ। ਸੋ ਇਸ ਪ੍ਰਕਾਰ ਇਹਦੇ ਅੰਦਰ ਮੇਰ ਹੈ, ਪਕੜ ਹੈ ਇਸ ਜ਼ਮੀਨ ਦੀ, ਤਾਂ ਕਰਕੇ ਇੱਥੇ ਹੀ ਕਦੇ ਕਿਸੇ ਜੂਨ 'ਚ ਕਦੇ ਕਿਸੇ ਜੂਨ 'ਚ ਭੜਕਦਾ। ਜੇ ਤੁਸੀਂ ਵੇਖਣਾ ਚਾਹੋ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ, ਇੱਕ ਅੱਖ ਤੋਂ ਕਾਣਾ ਇਹ ਤਿੱਤਰ, ਤੁਸੀਂ ਪਕੜ ਕੇ ਵੇਖਣਾ ਚਾਹੁੰਦੇ ਹੋ ਤਾਂ ਪਰਖ ਲਓ। ਫਿਰ ਸਿੰਘਾਂ ਨੇ ਇਹਨੂੰ ਪਕੜਿਆ ਸੀ ਬੜੇ ਯਤਨ ਦੇ ਨਾਲ, ਤੇ ਉਹਦੀਆਂ ਅੱਖਾਂ ਪਰਖੀਆਂ ਸਨ, ਇੱਕ ਅੱਖ ਤੋਂ ਕਾਣਾ ਸੀ। ਫਿਰ ਸਿੰਘਾਂ ਨੇ ਬੇਨਤੀ ਕੀਤੀ, ਹਜ਼ੂਰ ਨੇ ਫਿਰ ਉਹਦੀ ਕਲਿਆਣ ਵੀ ਕੀਤੀ ਹੈ। ਇਤਿਹਾਦਕ ਜਿਵੇਂ ਜਾਮਨੀ ਸਾਹਿਬ ਗੁਰਦੁਆਰਾ ਫਿਰੋਜ਼ਪੁਰ ਸ਼ਹਿਰ ਦੇ ਬਾਹਰ ਹੈ ਜਾਮਨੀ ਸਾਹਿਬ, ਉੱਥੇ ਆਪਣੇ ਬਾਜ ਤੋਂ ਹਜ਼ੂਰ ਨੇ ਇੱਕ ਤਿੱਤਰ ਮਰਵਾਇਆ ਸੀ, ਤੇ ਸਿੰਘਾਂ ਦੇ ਮਨ ਸ਼ੰਕਾ ਉਪਜੀ ਸੀ। ਤਾਂ ਹਜ਼ੂਰ ਨੇ ਕਿਹਾ, ਇਹ ਬਾਜ ਤੇ ਤਿੱਤਰ ਪਿਛਲੇ ਜਨਮ 'ਚ ਦੋਵੇਂ ਸਿੱਖ ਸਨ, ਸਾਡੇ ਮਨੁੱਖ ਜਨਮੇ ਸਨ। ਤਾਂ ਤਿੱਤਰ ਨੇ ਬਾਜ ਕੋਲੋਂ ਕਰਜ਼ਾ ਲਿਆ ਸੀ ਤੇ ਸਾਨੂੰ ਜਾਮਨ ਰੱਖਿਆ ਸੀ, ਤੇ ਗੁਰੂ ਸਾਹਿਬ ਜਾਮਨ ਹਨ, ਮੈਂ ਤੇਰੇ ਪੈਸੇ ਵਾਪਸ ਮੋੜਾਂਗਾ। ਪਰ ਇਹਨੇ ਮੋੜੇ ਨਹੀਂ, ਮੁੱਕਰ ਗਿਆ। ਤੇ ਇਹ ਜਿਹੜਾ ਬਾਜ ਇਹਦੇ ਮਨ 'ਚ ਇਹ ਗੁੱਸਾ ਸੀ ਕਿ ਕਦੇ ਮੇਰੇ ਕਾਬੂ ਆਵੇਗਾ ਤੇ ਫਿਰ ਤੇਰੇ ਕੋਲੋਂ ਹਿਸਾਬ ਲਵਾਂਗਾ, ਇਸ ਕਰਕੇ ਅਸੀਂ ਜਾਮਨੀ ਭੁਗਤਾਈ ਹੈ। ਸੋ ਇਸ ਤਰ੍ਹਾਂ ਦੀਆਂ ਕਈ ਇਤਿਹਾਸਕ ਮਿਸਾਲਾਂ ਹਨ ਕਿ ਮਨੁੱਖ ਇਹਨਾਂ ਵਿਕਾਰਾਂ ਦੇ ਅਧੀਨ ਹੋ ਕੇ ਇਹਨੂੰ ਟੇਢੀਆਂ ਮੇਢੀਆਂ ਜੂਨਾਂ ਨੂੰ ਪ੍ਰਾਪਤ ਕਰਦਾ ਹੈ, ਦੁੱਖ ਪਾਉਂਦਾ। ਮਾਇਆ ਜਾਲ ਪਸਾਰਿਆ, ਭੀਤਰ ਚੋਗ ਬਣਾਏ। ਦੋ ਤਰ੍ਹਾਂ ਨਾਲ ਅਰਥ ਕੀਤਾ ਗਿਆ ਕਿ ਵਾਹਿਗੁਰੂ ਪਰਮਾਤਮਾ ਨੇ ਇਸ ਜੀਵ ਨੂੰ ਫਸਾਉਣ ਵਾਸਤੇ ਮਾਇਆ ਰੂਪੀ ਜਾਲ ਪਸਾਰਿਆ ਆ।
ਤੇ ਇਸ ਜਾਲ ਦੇ ਵਿੱਚ ਜਿਵੇਂ ਸ਼ਿਕਾਰੀ ਚੋਗਾ ਪਾਉਂਦੇ ਨੇ, ਇਸ ਤਰ੍ਹਾਂ ਹੀ ਜਿਹੜੇ ਭੋਗ ਪਦਾਰਥ ਨੇ ਸੰਸਾਰ ਦੇ, ਉਹ ਚੋਗਾ ਪਾਇਆ ਹੋਇਆ। ਤੇ ਆਪ ਗੁਰੂ ਰੂਪ ਹੋ ਕੇ ਉਪਦੇਸ਼ ਦੇ ਕੇ ਨਿਕਲਣ ਦਾ ਤਰੀਕਾ ਵੀ ਦੱਸਿਆ। ਦੂਜਾ ਅਰਥ ਇੰਝ ਕੀਤਾ ਵੀ ਮਾਇਆ ਨੇ ਆਪਣਾ ਇਹ ਜਾਲ ਪਸਾਰਿਆ ਹੋਇਆ ਤੇ ਇਸ ਜਾਲ ਦੇ ਵਿੱਚ ਚੋਗਾ ਪਾਇਆ ਹੋਇਆ। ਇਸ ਪ੍ਰਕਾਰ ਮਾਇਆ ਦੀ ਠੱਗ ਬੂਟੀ ਹੈ, ਮਾਇਆ ਦਾ ਜਾਲ ਹੈ ਪਸਰਿਆ ਹੋਇਆ, ਤੇ ਵਿੱਚ ਇਹਦੇ ਪਦਾਰਥਾਂ ਨੂੰ ਭੋਗਣ ਦੀ ਜਿਹੜੀ ਰੁਚੀ ਹੈ ਮਨੁੱਖੀ ਮਨ ਦੇ ਅੰਦਰ, ਜਿਹੜੇ ਰਸ ਭਰੇ ਹੋਏ ਨੇ ਪਦਾਰਥਾਂ 'ਚ, ਵਿਕਾਰਾਂ 'ਚ, ਇਹ ਵਿੱਚ ਚੋਗਾ ਬਣਾ ਕੇ ਪਸਾਰਿਆ ਹੋਇਆ। ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ। ਹੇ ਮੇਰੀ ਮਾਂ, ਇਸ ਤ੍ਰਿਸ਼ਨਾ ਦੇ ਅਧੀਨ ਹੋ ਕੇ ਇਹ ਜੀਵ ਰੂਪ ਪੰਛੀ ਜਿਹੜਾ ਫਸ ਗਿਆ, ਮਾਇਆ ਦੀ ਤ੍ਰਿਸ਼ਨਾ ਮਾਨੂੰ ਜਾਲ, ਇਹਦੇ 'ਚ ਇਹ ਜੀਵ ਰੂਪ ਪੰਖੀ ਜਿਹੜਾ ਪੰਛੀ ਹੈ ਫਸ ਗਿਆ, ਤੇ ਨਿਕਸਣਾ ਨਹੀਂ ਪ੍ਰਾਪਤ ਕਰਦਾ, ਨਿਕਲਣਾ ਨਹੀਂ ਨਿਕਲ ਨਹੀਂ ਪਾਉਂਦਾ। ਭਾਵ ਇਹਨੂੰ ਨਿਕਲਣਾ ਪ੍ਰਾਪਤ ਨਹੀਂ ਹੁੰਦਾ, ਇਹਦੇ ਕੋਲੋਂ ਨਿਕਲਿਆ ਨਹੀਂ ਜਾਂਦਾ। ਇਹ ਐਸਾ ਫਸਿਆ ਹੈ ਇਸ ਮਾਇਆ ਦੇ ਜਾਲ ਵਿੱਚ ਔਰ ਇਸ ਚੋਗੇ ਵਿੱਚ, ਤੇ ਇਹਦੇ ਅੰਦਰ ਜਿਹੜੀ ਤ੍ਰਿਸ਼ਨਾ ਰੱਬ ਨੇ ਪੈਦਾ ਕੀਤੀ ਹੋਈ ਹੈ, ਇਸ ਤਰ੍ਹਾਂ ਇਹ ਇਸ ਦੇ ਅਧੀਨ ਹੋ ਕੇ ਇਹਦੇ 'ਚ ਫਸ ਗਿਆ ਹੈ, ਤੇ ਨਿਕਲਣ ਦਾ ਰਾਹ ਨਹੀਂ ਲੱਭਦਾ, ਇਸ ਨੂੰ ਕੋਈ ਤਰੀਕਾ ਨਹੀਂ ਦਿਸ ਰਿਹਾ ਜਿਸ ਤਰ੍ਹਾਂ ਨਿਕਲ ਜਾਏ। ਜਿਨ ਕੀਤਾ ਤਿਸਹਿ ਨਾ ਜਾਣਈ, ਫਿਰ ਆਵੈ ਜਾਏ। ਕਿਉਂ ਫਸਿਆ ਹੋਇਆ, ਕਿਉਂ ਨਹੀਂ ਨਿਕਲਦਾ? ਜਿਸ ਵਾਹਿਗੁਰੂ ਨੇ ਕੀਤਾ ਸੀ ਇਹਨੂੰ ਪੈਦਾ, ਤਿਸ ਪਰਮਾਤਮਾ ਨੂੰ ਇਹ ਨਹੀਂ ਜਾਣਦਾ। ਦੁਬਾਰਾ ਤਾਂ ਆਉਂਦਾ ਤੇ ਜਾਂਦਾ ਹੈ। ਇਹ ਇਸੇ ਸੰਸਾਰ ਦੇ ਚੱਕਰ ਵਿੱਚ ਪਿਆ ਹੋਇਆ, ਕਿਉਂਕਿ ਇਹ ਸੰਸਾਰ ਹੀ ਇਹਨੂੰ ਚੰਗਾ ਲੱਗ ਗਿਆ। ਸੰਸਾਰ ਦੇ ਪਦਾਰਥ ਤੇ ਸਰੀਰ ਤੇ ਇੱਥੋਂ ਦੇ ਭੋਗ ਵਿਕਾਰ ਇਹਨੂੰ ਪਸੰਦ ਆਏ ਨੇ, ਇਹਦੇ ਵਿੱਚ ਫਸਿਆ ਹੋਇਆ। ਇਸ ਕਰਕੇ ਬਾਰ ਜਮ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਜਿਨ ਕੀਤਾ ਤਿਸੈ ਨਾ ਜਾਣਈ ਅੰਧਾ, ਤਾਂ ਦੁੱਖ ਸਹਿ ਪੁਰਾਣੀਆਂ। ਜਿਨ ਕੀਤਾ ਤਿਸੈ ਨਾ ਜਾਣਈ, ਤਿਸ ਨੂੰ ਜਾਣਦਾ ਹੀ ਨਹੀਂ, ਇਹ ਉਸ ਦੀ ਜਾਣਕਾਰੀ ਹਾਸਲ ਕਰਨ ਦਾ ਕੋਈ ਯਤਨ ਹੀ ਨਹੀਂ ਕਰਦਾ, ਕਦੇ ਗੁਰੂ ਮਹਾਰਾਜ ਨੂੰ ਪੁੱਛਦਾ ਨਹੀਂ ਹੈ। ਇਸ ਤਰ੍ਹਾਂ ਫਿਰ ਦੁਬਾਰਾ ਆਉਂਦਾ ਤੇ ਜਾਂਦਾ ਹੈ। ਅਨੇਕ ਪ੍ਰਕਾਰੀ ਮੋਹਿਆ ਬਹੁ ਵਿਦ ਇਹੋ ਸੰਸਾਰ। ਇਹ ਸਾਰਾ ਜੋ ਸੰਸਾਰ ਹੈ ਅਨੇਕਾਂ ਪ੍ਰਕਾਰਾਂ ਨਾਲ ਮਾਇਆ ਨੇ ਮੋਹਿਆ ਹੋਇਆ, ਬਹੁਤ ਵਿਧੀਆਂ ਦੇ ਨਾਲ, ਕਈ ਢੰਗ ਤਰੀਕਿਆਂ ਦੇ ਨਾਲ ਇਹ ਮੋਹਿਤ ਹੋਇਆ ਇਸ ਮੋਹਣੀ ਮਾਇਆ ਵਿੱਚ। ਜਿਸਨੂੰ ਰੱਖਿਆ ਸੋ ਰਹਿ ਸਮਰੱਥ ਪੁਰਖ ਅਪਾਰ। ਹਜ਼ੂਰ ਕਹਿੰਦੇ ਨੇ ਕਿ ਉਹ ਪਰਮਾਤਮਾ ਅਕਾਲ ਪੁਰਖ ਜੋ ਸਮਰੱਥ ਹੈ, ਸਾਰੀਆਂ ਸ਼ਕਤੀਆਂ ਕਲਾ ਕਰਕੇ ਸਮਰੱਥ ਹੈ, ਇਹਨੂੰ ਬਚਾਉਣ ਦੀ ਸਮਰੱਥਾ ਵੀ ਵਾਹਿਗੁਰੂ ਦੇ ਪਾਸ। ਉਹ ਪੁਰਖ ਪੂਰਨ ਹੈ, ਅਪਾਰ ਬੇਅੰਤ ਹੈ, ਜਿਸ ਦੇ ਤਾਈਂ ਉਹ ਰੱਖ ਲੈਂਦਾ ਸੰਸਾਰ ਸਮੁੰਦਰ 'ਚ ਡੁੱਬਣ ਤੋਂ, ਬਚਾ ਲੈਂਦਾ। ਸੋ ਰਹਿ, ਉਹ ਰਹਿ ਜਾਂਦਾ, ਨਹੀਂ ਡੁੱਬਦਾ, ਬਚ ਜਾਂਦਾ, ਉਹਦੀ ਰੱਖਿਆ ਹੋ ਜਾਂਦੀ ਹੈ। ਇਸ ਕਰਕੇ ਵਾਹਿਗੁਰੂ ਦੇ ਚਰਨੀ ਲੱਗਣਾ ਯੋਗ ਹੈ ਨਾ। ਸਤਿਗੁਰੂ ਮਹਾਰਾਜ ਇਹ ਉਪਦੇਸ਼ ਦੇ ਰਹੇ ਨੇ ਕਿ ਵਾਹਿਗੁਰੂ ਪਰਮਾਤਮਾ ਜਿਸ ਨੂੰ ਰੱਖਣਾ ਚਾਹੁੰਦਾ ਉਹ ਰਹਿ ਜਾਂਦਾ, ਬਚ ਜਾਂਦਾ, ਉਸ ਦੀ ਰੱਖਿਆ ਹੋ ਜਾਂਦੀ ਹੈ। ਕਿਉਂ? ਵਾਹਿਗੁਰੂ ਸਮਰੱਥ ਹੈ, ਪੂਰਨ ਹੈ, ਅਪਾਰ ਬੇਅੰਤ ਹੈ, ਉਹਦੀ ਸ਼ਕਤੀ ਬੇਅੰਤ ਹੈ, ਉਹਦੇ ਕੋਲ ਢੰਗ ਤਰੀਕੇ ਬੇਅੰਤ ਨੇ। ਹਰ ਜਨ ਹਰ ਲਿਵ ਉਧਰੇ, ਨਾਨਕ ਸਦ ਬਲਿਹਾਰ। ਜਿਹੜੇ ਹਰੀ ਦੇ ਜਨ ਬਣੇ, ਪੈਦਾ ਤਾਂ ਸਾਰੇ ਵਾਹਿਗੁਰੂ ਨੇ ਕੀਤੇ ਹੋਏ ਨੇ, ਸਾਰੇ ਉਸੇ ਦੇ ਹਨ, ਪਰ ਇੱਕ ਨੇ ਉਹਨੂੰ ਵਿਸਾਰ ਦਿੱਤਾ, ਉਹਦੇ ਜਨ ਨਹੀਂ ਬਣੇ। ਤੇ ਇੱਕ ਉਹ ਹਨ ਜਿਨ੍ਹਾਂ ਨੇ ਦਮ ਸਾਹ ਨਾਲ ਵਾਹਿਗੁਰੂ ਨੂੰ ਚੇਤੇ ਕੀਤਾ, ਚੇਤੇ ਰੱਖਦੇ ਨੇ, ਉਹ ਹਰ ਜਨ। ਜਿਵੇਂ ਕਬੀਰ ਜੀ ਨੇ ਕਿਹਾ, ਕਬੀਰ ਰੋੜਾ ਹੋਏ ਰਹੋ ਬਾਟ ਕਾ, ਤਜ ਮਨ ਕਾ ਅਭਿਮਾਨ। ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਹਰ ਜਨ ਦੀ ਪਰਿਭਾਸ਼ਾ ਦੇ ਰਹੇ ਨੇ ਕਬੀਰ ਜੀ। ਕਹਿੰਦੇ ਇਹ ਮਨਾ, ਬਾਟ ਰਸਤੇ ਦਾ ਜਿਵੇਂ ਰੋੜਾ ਹੁੰਦਾ ਨਾ, ਇਸ ਤਰ੍ਹਾਂ ਦਾ ਤੂੰ ਬਣ ਜਾ ਨਿਮਰਤਾਵਾਨ। ਮਨ ਦਾ ਅਭਿਮਾਨ ਹੰਕਾਰ ਛੱਡ ਦੇ। ਇਹੋ ਜਿਹਾ ਕੋਈ ਦਾਸ ਬਣੇ ਤਾਂ ਉਸਨੂੰ ਭਗਵਾਨ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਤਾਂ ਰੱਬ ਮਿਲਦਾ। ਫਿਰ ਰੋੜੇ ਵਿੱਚ ਦੋਸ਼ ਦਿਖਾਈ ਦਿੱਤਾ ਕਬੀਰ ਜੀ ਨੂੰ। ਕਬੀਰ ਰੋੜਾ ਹੁਆ ਤਾਂ ਕਿਆ ਪਿਆ, ਪੰਥੀ ਕੋ ਦੁੱਖ ਦੇ। ਜੇ ਰੋੜਾ ਬਣ ਵੀ ਗਿਆ ਤਾਂ ਕੀ ਹੋ ਗਿਆ ਕਬੀਰ? ਆਉਂਦੇ ਜਾਂਦੇ ਰਾਹੀਆਂ ਨੂੰ ਠੇਡੇ ਵੱਜਦੇ ਨੇ, ਰੋੜੇ ਲੱਗਦੇ ਪੈਰਾਂ ਨੂੰ, ਦੁੱਖ ਮਿਲਦਾ। ਐਸਾ ਨਹੀਂ ਚਾਹੀਦਾ।
ਕਬੀਰ ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉ ਧਰਨੀ ਮਹਿਖੇ। ਜਿਵੇਂ ਧਰਤੀ ਦੀ ਖੇ ਮਿੱਟੀ ਹੈ ਨਾ, ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਦਾਸ। ਫਿਰ ਖਾਕ ਵਿੱਚ ਮਿੱਟੀ ਵਿੱਚ ਵੀ ਕਬੀਰ ਜੀ ਨੂੰ ਦੋਸ਼ ਨਜ਼ਰ ਆਇਆ। ਕਬੀਰ ਖੇ ਹੋਈ ਤਾਂ ਕਿਆ ਭਇਆ, ਜੋ ਉੱਡ ਲੱਗ ਗਿਆ ਅੰਗ, ਉੱਡ ਉੱਡ ਕੇ ਸਰੀਰ ਦੇ ਅੰਗਾਂ 'ਤੇ ਲੱਗਦੀ ਹੈ, ਮੈਲੇ ਕਰਦੀ ਹੈ ਲੋਕਾਂ ਨੂੰ, ਕੱਪੜੇ ਖਰਾਬ ਕਰ ਦਿੰਦੀ ਹੈ, ਧੋਣ ਵਾਲੇ ਹੋ ਜਾਂਦੇ ਕੱਪੜੇ, ਸਰੀਰ ਮੈਲੇ ਹੋ ਜਾਂਦੇ ਨੇ। ਹਰਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ। ਹਰੀ ਦਾ ਜਨ ਦਾਸ ਇਹੋ ਜਿਹਾ ਚਾਹੀਦਾ ਜਿਵੇਂ ਪਾਣੀ ਸਾਰੇ ਅੰਗਾਂ ਨੂੰ ਧੋਂਦਾ, ਸਗੋਂ ਮੈਲਾ ਨਹੀਂ ਕਰਦਾ, ਧੋਂਦਾ। ਅਤੇ ਇਸ ਪ੍ਰਕਾਰ ਪਿਆਸ ਬੁਝਾਉਂਦਾ। ਕਿੰਨੇ ਗੁਣ ਹਨ ਪਾਣੀ ਵਿੱਚ। ਫਿਰ ਕਬੀਰ ਜੀ ਨੂੰ ਪਾਣੀ ਦੇ ਦੋਸ਼ ਨਜ਼ਰੀ ਆਏ। ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ। ਠੰਡ 'ਚ ਠੰਡਾ ਅਤੇ ਧੁੱਪ 'ਚ ਤੱਤਾ ਹੋ ਜਾਂਦਾ। ਰੱਬ ਦਾ ਦਾਸ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਵੀ ਤੱਤੇ ਸੁਭਾਅ ਵਾਲੇ ਮਿਲਣ ਅਤੇ ਉਹ ਵੀ ਅੱਗ ਬਗੋਲਾ ਹੋ ਜਾਏ, ਤੱਤਾ ਹੋ ਜਾਏ, ਅੱਗੋਂ ਗਰਮ ਹੋ ਜਾਏ, ਕ੍ਰੋਧ ਦਾਤਰ ਹੋ ਜਾਏ। ਅਤੇ ਜੇ ਜੜ ਮੂਰਖ ਮਿਲ ਜਾਣ ਅਤੇ ਉਹਨਾਂ ਵਰਗਾ ਆਲਸੀ ਦਲਿਦਰੀ ਮੂਰਖ ਬਣ ਜਾਏ। ਸੀਰਾ ਠੰਡਾ ਹੋਣ ਦਾ ਮਤਲਬ ਇਹ ਹੈ ਭਾਈ ਤਤਪਰ ਨਾ ਰਹੇ ਵਾਹਿਗੁਰੂ ਦੀ ਭਗਤੀ ਵਿੱਚ। ਐਸਾ ਨਹੀਂ ਚਾਹੀਦਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਇਹੋ ਜਿਹਾ ਸ਼ੁਭ ਗੁਣਾਂ ਵਾਲਾ, ਪਰਉਪਕਾਰੀ, ਪਰਮਾਤਮਾ ਦੇ ਪ੍ਰੇਮ 'ਚ ਰੰਗਿਆ ਹੋਇਆ, ਹੰਕਾਰ ਤੋਂ ਰਹਿਤ, ਵਿਕਾਰਾਂ ਤੋਂ ਰਹਿਤ। ਸੋ ਇਸ ਪ੍ਰਕਾਰ ਜਿਹੜੇ ਐਸੇ ਹਰੀ ਦੇ ਜਨ ਬਣ ਗਏ, ਹਰ ਲਿਵ ਉਧਰੇ, ਹਰੀ ਦੀ ਲਿਵ ਵਿੱਚ ਲੱਗ ਗਏ। ਸੁਰਤ ਜਿਹੜੀ ਹੈ ਉਹ ਵਾਹਿਗੁਰੂ ਦੇ ਨਾਮ ਵਿੱਚ ਪਰੋਤੀ ਗਈ। ਉਹ ਉਧਰੇ ਤਰ ਗਏ, ਇਹਨਾਂ ਵਿਕਾਰਾਂ ਤੋਂ ਉੱਪਰ ਉੱਠ ਗਏ। ਨਾਨਕ ਸਦ ਬਲਿਹਾਰ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਐਸੇ ਜਿਹੜੇ ਦਾਸ ਹਨ ਨਾ ਰੱਬ ਦੇ, ਸੰਸਾਰ ਤੋਂ ਉਧਰੇ ਹੋਏ, ਤਰੇ ਹੋਏ, ਅਸੀਂ ਉਹਨਾਂ ਤੋਂ ਸਦਾ ਵਾਸਤੇ ਬਲਿਹਾਰ ਕੁਰਬਾਨ ਜਾਂਦੇ ਹਾਂ। ਸ੍ਰੀ ਰਾਗ ਮਹੱਲਾ ਪੰਜਵਾ, ਘਰ ਦੂਜਾ। ਸ੍ਰੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਦੂਸਰੇ ਘਰ ਸੁਰਤਾਲ ਅੰਦਰ ਸ਼ਬਦ ਉਚਾਰਨ ਕਰਦੇ ਹਨ। ਗੋਇਲ ਆਇਆ ਗੋਇਲੀ, ਕਿਆ ਤਿਸ ਡੰਫ ਪਸਾਰ। ਬੈਰਾਗਮਈ ਉਪਦੇਸ਼ ਸਤਿਗੁਰੂ ਜੀ ਦੇ ਰਹੇ ਨੇ ਕਿ ਜਿਸ ਸੰਸਾਰ ਵਿੱਚ ਤੁਸਾਂ ਚਿੱਤ ਜੋੜਿਆ ਹੋਇਆ ਹੈ, ਇਹਦੀ ਪਾਇਆ ਕੀ ਹੈ, ਇੱਥੇ ਰਹਿਣਾ ਵਸਣਾ ਕਿਸ ਤਰ੍ਹਾਂ ਦਾ ਹੈ। ਗੋਇਲ ਚਰਾਂਦ, ਜਿੱਥੇ ਗਊਆਂ ਮੱਝਾਂ ਚਾਰਨ ਦੀ ਜਗ੍ਹਾ ਜਿਹੜੀ ਹੁੰਦੀ ਉਹਨੂੰ ਕਹਿੰਦੇ ਨੇ ਗੋਇਲ। ਗੋਇਲ ਦੇ ਲੱਲੇ ਨੂੰ ਸਿਹਾਰੀ ਹੈ ਵੀ ਚਰਾਂਦ ਵਾਲੀ ਥਾਂ 'ਤੇ ਆਇਆ ਗੋਇਲੀ। ਗੋਇਲੀ ਮੈਨੇ ਮੱਝਾਂ ਗਾਵਾਂ ਨੂੰ ਚਾਰਨ ਵਾਲਾ ਗਵਾਲਾ। ਆਪਣੀਆਂ ਹੋਣ ਜਾਂ ਬਗਾਨੀਆਂ। ਪੁਰਾਣੇ ਸਮਿਆਂ 'ਚ ਗੁੱਜਰ ਲੋਕ ਆਪਣਾ ਘਰ-ਬਾਰ ਛੱਡ ਕੇ, ਅਤੇ ਜਦੋਂ ਬਰਸਾਤ ਰੁੱਤ ਹੁੰਦੀ ਸੀ ਅਤੇ ਹਰਾ ਹਰਾ ਘਾਹ ਹੋ ਜਾਂਦਾ ਸੀ ਬਾਹਰ ਉਜਾੜਾਂ ਵਿੱਚ, ਜ਼ਮੀਨਾਂ ਬੜੀਆਂ ਬੇਆਬਾਦ ਲੋਕਾਂ ਦੀਆਂ ਪਈਆਂ ਹੁੰਦੀਆਂ ਸਨ, ਉੱਥੇ ਹਰਾ ਹਰਾ ਘਾਹ ਹੁੰਦਾ ਸੀ। ਅਤੇ ਫਿਰ ਉਹ ਲੋਕਾਂ ਦੀਆਂ ਮੱਝਾਂ ਗਾਵਾਂ ਦਾ ਵੱਗ ਬਣਾ ਕੇ ਚਾਰਨ ਵਾਸਤੇ ਲੈ ਜਾਂਦੇ ਸਨ ਗੁੱਜਰ ਲੋਕ। ਸ਼ਾਮਾਂ ਨੂੰ ਘਰੋਂ ਘਰੀ ਪਹੁੰਚਾ ਦਿੰਦੇ ਸੀ ਗਾਵਾਂ ਨੂੰ, ਮੱਝਾਂ ਨੂੰ। ਲੋਕ ਦੁੱਧ ਚੋ ਲੈਂਦੇ ਸਨ। ਉਹ ਜਿਹੜਾ 2-4 ਮਹੀਨੇ ਵਾਸਤੇ ਲੋਕਾਂ ਦੀਆਂ ਮੱਝਾਂ ਗਾਵਾਂ ਚਰਾਉਣ ਵਾਸਤੇ ਆਇਆ ਨਾ ਗਵਾਲਾ, ਉਹਨੂੰ ਜਾਣ ਲੱਗਿਆਂ ਉਹਦਾ ਰਜੀਨਾ ਮਿਲ ਜਾਂਦਾ ਸੀ ਲੋਕਾਂ ਪਾਸੋਂ। ਦਾਣੇ, ਅਨਾਜ ਆਦਿਕ ਜਾਂ ਪੈਸੇ ਲੋਕ ਦੇ ਦਿੰਦੇ ਸੀ ਆਪਣੇ ਘਰ ਪਰਿਵਾਰ ਦੇ ਗੁਜ਼ਾਰੇ ਲਈ। ਹੁਣ ਉਹ ਜਿਹੜਾ ਚਰਾਂਦ ਵਾਲੀ ਥਾਂ 'ਤੇ ਚਰਵਾਹਾ ਆਇਆ ਹੈ ਮੱਝਾਂ ਗਾਵਾਂ ਨੂੰ ਚਰਾਉਣ ਲਈ, ਉਹ ਉੱਥੇ ਡੂੰਘੀਆਂ ਨੀਹਾਂ ਨਹੀਂ ਪੁੱਟਣ ਲੱਗ ਜਾਂਦਾ। ਉਹ ਉੱਥੇ ਮਹੱਲ ਨਹੀਂ ਸੀ ਉਸਾਰਨੇ ਉਸਨੇ, ਉਹ ਅਡੰਬਰ ਨਹੀਂ ਸੀ ਰਚਦਾ, ਖਿਲਾਰੇ ਨਹੀਂ ਖਿਲਾਰਦਾ। ਉਹ ਦ੍ਰਿਸ਼ਟਾਂਤ ਦੇ ਕੇ ਸਤਿਗੁਰੂ ਮਹਾਰਾਜ ਸਮਝਾ ਰਹੇ ਨੇ ਭਈ ਗੋਇਲ ਚਰਾਂਦ ਵਾਲੀ ਥਾਂ 'ਤੇ ਚਰਵਾਹਾ ਆਇਆ, ਕਿਆ ਤਿਸ ਡੰਫ ਪਸਾਰ। ਆਪਣੇ ਵੱਡੇ ਪੁਣੇ ਦਾ ਜਿਹੜਾ ਵਿਖਾਵਾ ਕਰਨਾ, ਇਹਨੂੰ ਕਹਿੰਦੇ ਡੰਫ ਜਾਂ ਅਡੰਬਰ। ਸੋ ਕਿਆ ਉਸਨੇ ਅਡੰਬਰ ਪਸਾਰਨੇ ਹਨ, ਕੀ ਉਹਨੇ ਖਿਲਾਰੇ ਖਿਲਾਰਨੇ ਨੇ, ਕੀ ਵੱਡੇ ਪੁਣੇ ਦਾ ਵਿਖਾਵਾ ਉਹਨੇ ਪਸਾਰਨਾ ਉੱਥੇ। ਮੋਲਤ ਪੁੰਨੀ ਚੱਲਣਾ ਤੂੰ ਸੰਭਲ ਕਰ ਬਾਰ। ਉਹਨੂੰ ਪਤਾ ਹੈ ਉਸ ਚਰਵਾਹੇ ਨੂੰ, ਗਵਾਲੇ ਨੂੰ, ਗੁੱਜਰ ਨੂੰ, ਭਈ ਜਦੋਂ 2-4 ਮਹੀਨਿਆਂ ਬਾਅਦ ਮੇਰੀ ਮੋਹਲਤ ਪੁੱਗ ਗਈ ਅਤੇ ਉਦੋਂ ਮੈਂ ਚਲੇ ਜਾਣਾ ਆਪਣੇ ਘਰ ਨੂੰ। ਠੀਕ ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਇਹ ਗੋਇਲ ਹੈ ਅਤੇ ਤੂੰ ਹੈ ਗੋਇਲੀ, ਗਵਾਲਾ। ਆਪਣੇ ਪਿਛਲੇ ਜਨਮਾਂ ਦੇ ਜਿਹੜੇ ਸੰਬੰਧ ਹਨ ਸੰਤਾਨ ਸੰਬੰਧੀਆਂ ਨਾਲ,
ਉਹ ਨਿਬੇੜਨ ਵਾਸਤੇ ਤੂੰ ਆਇਆ, ਤੇ ਇੱਥੇ ਤੂੰ ਪਸਾਰੇ ਬਹੁਤੇ ਪਸਾਰੀ ਜਾਂਦਾ। ਹਜ਼ੂਰ ਨੇ ਕਿਹਾ ਨਾ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ। ਜਿਨ੍ਹਾਂ ਨੇ ਸਤਿਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਅੰਦਰ ਮਾਨਸਿਕ ਤੌਰ 'ਤੇ ਹਿਰਦੇ ਤਲ 'ਤੇ ਗੱਲ ਪੱਕੀ ਤੌਰ ਕਰ ਲਈ ਹੈ, ਦ੍ਰਿੜ ਕਰ ਲਈ, ਜਾਣ ਲਈ ਵੀ ਇੱਥੋਂ ਚਲੇ ਜਾਣਾ, ਉਹ ਕਾਹਨੂੰ ਬਹੁਤੇ ਪਸਾਰੇ ਪਸਾਰਨਗੇ। ਉਹਨਾਂ ਦੇ ਮਨ ਅੰਦਰ ਕਿਉਂ ਐਸੀ ਇੱਛਾ ਹੋਵੇਗੀ ਕਿ ਵੱਡੇ ਵੱਡੇ ਨੰਬਰ ਰਚੀਏ। ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਜਿਨ੍ਹਾਂ ਚਲੇ ਜਾਣ ਦੀ ਸਾਰ ਖਬਰ ਨੂੰ ਕਈ ਨਹੀਂ ਜਾਣਿਆ, ਦਿਲ ਵਿੱਚ ਧਾਰਿਆ ਹੀ ਨਹੀਂ, ਉਹ ਦੁਨਿਆਵੀ ਕਾਜ ਸਵਾਰਨ ਵਿੱਚ ਦਿਨੇ ਰਾਤ ਕਮਰ ਕੱਸਾ ਕਰਕੇ ਲੱਗੇ ਰਹਿੰਦਾ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਜਦੋਂ ਮੋਹਲਤ ਪੁੰਨੀ ਪੁੱਗ ਗਈ ਤੇ ਚੱਲਣਾ ਜਾਣਾ ਹੈ, ਤੂੰ ਸੰਭਲ ਘਰ ਬਾਰ। ਜਿਹੜਾ ਘਰ ਬਾਰ ਆ ਨਾ ਤੇਰਾ, ਘਰ ਘਾਟ ਨੂੰ ਸੰਭਲ ਚੇਤੇ ਕਰ ਭਾਵ। ਜਿੱਥੇ ਤੂੰ ਜਾਣਾ, ਜੇ ਘਰ ਮੈਂ ਤੁਧ ਰਹਿਣਾ ਬਸਣਾ, ਸੋ ਘਰ ਚੀਤ ਨਾ ਆਇਓ। ਉਹ ਤੂੰ ਚੇਤਾ ਭੁਲਾਇਆ ਅਗਲੇ ਘਰ ਦਾ, ਉਸ ਘਰ ਬਾਰ ਨੂੰ ਤੂੰ ਸੰਭਲ ਚੇਤੇ ਕਰ, ਹਿਰਦੇ 'ਚ ਵਸਾ, ਯਾਦ ਰੱਖ। ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ। ਹੇ ਮਨਾ, ਹਜ਼ੂਰ ਸਾਨੂੰ ਸਮਝਾ ਰਹੇ ਨੇ ਵੀ ਆਪਣੇ ਮਨ ਨੂੰ ਸਿੱਖਿਆ ਦਿਓ ਕਿ ਮਨਾ ਸਤਿਗੁਰੂ ਦੀ ਸੇਵਾ ਕਰ, ਪਿਆਰ ਦੇ ਵਿੱਚ ਆ ਕੇ। ਉਤੋਂ ਉਤੋਂ ਨਹੀਂ, ਵਿਖਾਵੇ ਮਾਤਰ ਨਹੀਂ, ਜਾਂ ਦੁਨਿਆਵੀ ਲੋਭ ਲਾਲਚ ਵਿਸ ਨਹੀਂ ਵੀ 4 ਦਿਨ ਸੇਵਾ ਕਰ ਲਈ ਆਹ ਚੀਜ਼ ਮਿਲ ਜਾਏ। ਮਨ 'ਚ ਪਿਆਰ ਧਾਰ ਕੇ ਸਤਿਗੁਰੂ ਦੀ ਸੇਵਾ ਭਗਤੀ ਕਮਾ, ਤੇ ਹਰੀ ਪ੍ਰਮਾਤਮਾ ਦੇ ਗੁਣ ਗਾ। ਹੇ ਮਨਾ, ਸਤਿਗੁਰੂ ਦੀ ਸੇਵਾ ਵਿੱਚ ਪਿਆਰ ਧਾਰ ਕੇ ਲੱਗਾ ਰਹੋ, ਤੇ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਗਾ। ਇਹ ਤੇਰੇ ਕੰਮ ਆਉਣਗੇ। ਕਿਆ ਥੋੜ੍ਹੀ ਬਾਤ ਗੁਮਾਨ। ਥੋੜ੍ਹੀ, ਥੋੜ੍ਹੀ ਮਤਲਬ ਇਹ ਜਿਹੜਾ ਇੱਕ ਅੱਖਰ ਵੱਧ ਲੱਗਾ, ਇਹ ਸ਼ਬਦ ਨੂੰ ਸੁਭਾਏਮਨ ਬਣਾਉਣ ਲਈ ਇਹਨੂੰ ਕਹਿੰਦੇ ਨੇ ਪ੍ਰਤੇ। ਜਿਵੇਂ ਸਾਥੀ ਅੜਾ ਪ੍ਰਵੇਕ, ਹੁਣ ਹੈ ਤਾਂ ਸਾਥੀ, ਅੜੇ ਅੜਾ, ਸਾਥੀ ਅੜਾ ਨਾਲ ਉਸ ਵਜਨ ਨੂੰ ਸੁਭਾਏਮਨ ਬਣਾਉਣ ਲਈ ਵਰਤ ਲਿਆ ਜਾਂਦਾ। ਕਾਵਿ ਦੇ ਵਿੱਚ ਐਸੇ ਵਰਤੋਂ ਹੁੰਦੀ ਹੈ। ਕਿਆ ਥੋੜ੍ਹੀ ਬਾਤ ਗੁਮਾਨ। ਥੋੜ੍ਹੀ ਜਿਹੀ ਗੱਲਬਾਤ ਹੈ ਤੇਰੇ ਜੀਵਨ ਦੀ, ਤੇ ਥੋੜ੍ਹੀ ਗੱਲਬਾਤ ਦਾ ਹੀ ਕਾਹਦਾ ਗੁਮਾਨ ਕਰਨਾ ਆ। ਤੇਰੀ ਕੋਈ ਗੱਲਬਾਤ ਬਹੁਤੀ ਵੱਡੀ ਹੈ ਨਹੀਂ ਇੱਥੇ ਦੁਨੀਆ 'ਤੇ, ਭਾਵ ਆਸਾ ਹੀ ਨਹੀਂ ਬਹੁਤਾ ਚਿਰਦਾ। ਇਹ ਇੱਕ ਮੁਸਲਮਾਨ ਅਦੀਬ ਨੇ ਬਚਨ ਲਿਖਿਆ ਹੈ ਕਿ ਨਾ ਪਾਏਦਾਰ ਜ਼ਿੰਦਗਾਨੀ ਹੈ ਦੁਨੀਆ ਇਸ ਕਦਰ, ਹਰ ਸਾਂਸ ਪਰ ਗੁਮਾਂ ਹੈ ਕਹੀਂ ਆਖਰੀ ਨਾ ਹੋ। ਗੁਮਾਂ ਫਾਰਸੀ 'ਚ ਸ਼ੱਕ ਨੂੰ ਕਹਿੰਦੇ ਨੇ। ਕਹਿੰਦੇ ਇਸ ਧਰਤੀ ਉੱਪਰ, ਇਸ ਦੁਨੀਆ ਵਿੱਚ ਜਿਹੜੀ ਇਨਸਾਨੀ ਜ਼ਿੰਦਗੀ ਹੈ, ਉਹ ਨਾ ਪਾਏਦਾਰ ਨਹੀਂ ਹੈ, ਬਹੁਤੇ ਭਰੋਸੇ ਵਾਲੀ ਨਹੀਂ ਹੈ। ਇਸ ਤਰ੍ਹਾਂ ਹੈ ਕਿ ਹਰ ਸਾਹ ਦੇ ਉੱਪਰ ਗੁਮਾਂ ਸ਼ੱਕ ਹੈ ਕਹੀਂ ਆਖਰੀ ਨਾ ਹੋ। ਕਿਤੇ ਅਖੀਰਲਾ ਸਾਹ ਤਾਂ ਨਹੀਂ ਸਾਡਾ। ਤੇ ਫਿਰ ਪਸਾਰੇ ਬਹੁਤੇ ਕਿਉਂ ਪਸਾਰਦਾ ਮਨੁੱਖ? ਅਗਿਆਨ ਵਸ, ਤੇ ਗੁਮਾਨ ਬੜਾ ਕਰਦਾ। ਮਹਾਰਾਜ ਕਹਿੰਦੇ ਥੋੜ੍ਹੀ ਗੱਲ ਦਾ ਕੀ ਗੁਮਾਨ ਕਰਨਾ ਭਾਈ, ਗੱਲਬਾਤ ਤਾਂ ਬੜੀ ਛੋਟੀ ਹੈ, ਜੀਵਨ ਬੜਾ ਥੋੜ੍ਹਾ ਹੈ, ਤੇਰੀ ਪਾਇਆ ਹੈ ਕੁਛ ਨਹੀਂ। ਰਹਾਓ ਜੈਸੇ ਰੈਣ ਪਰਾਂ ਹੋਣੇ ਉੱਠ ਚੱਲ ਸਹਿ ਪ੍ਰਭਾਤ। ਜਿਸ ਤਰ੍ਹਾਂ ਰਾਤ ਦੇ ਸਮੇਂ ਕਿਸੇ ਘਰ 'ਚ ਪ੍ਰਾਹੁਣੇ ਆਉਂਦੇ ਨੇ ਤੇ ਪ੍ਰਭਾਤ ਸਵੇਰ ਹੁੰਦਿਆਂ ਹੀ ਉੱਠ ਕੇ ਚਲੇ ਜਾਂਦੇ ਨੇ, ਠੀਕ ਤੇਰੇ ਇਸ ਜੀਵਨ ਦੀ ਜਿਹੜੀ ਉਮਰ ਹੈ ਇਹ ਇੱਕ ਰਾਤ ਹੈ। ਤੇ ਜਿਸ ਤਰ੍ਹਾਂ ਉਹ ਪ੍ਰਾਹੁਣੇ ਆਏ ਰਾਤ ਵਾਸਤੇ ਸਵੇਰੇ ਉੱਠ ਕੇ ਚਲੇ ਜਾਂਦੇ ਨੇ, ਇਸੇ ਤਰ੍ਹਾਂ ਜਦੋਂ ਕਾਲ ਰੂਪੀ ਦਿਨ ਚੜ੍ਹਨਾ ਨਾ, ਪ੍ਰਭਾਤ ਹੋਣੀ ਹੈ, ਤੇ ਉਦੋਂ ਉੱਠ ਕੇ ਚਲਾ ਜਾਏਗਾ। ਜਿਵੇਂ ਪ੍ਰਾਹੁਣੇ ਚਲੇ ਜਾਂਦੇ ਉਸੇ ਤਰ੍ਹਾਂ ਤੂੰ ਵੀ ਚਲੇ ਜਾਣਾ। ਕਿਆ ਤੂੰ ਰੱਤਾ ਗਿਰਸਤ ਸਿਉ ਸਭ ਫੁੱਲਾ ਕੀ ਬਾਗਾਤ। ਕੀ ਤੂੰ ਗ੍ਰਸਤ ਦੇ ਜੰਜਾਲ ਵਿੱਚ ਆਪਣੇ ਮਨ ਨੂੰ ਰੰਗ ਲਿਆ ਹੋਇਆ, ਮਨ ਐਸਾ ਫਸਾਇਆ ਹੋਇਆ। ਹਜ਼ੂਰ ਨੇ ਘਰ ਬਾਰ ਛੱਡਣ ਦਾ ਉਪਦੇਸ਼ ਨਹੀਂ ਦਿੱਤਾ। ਘਰ ਪਰਿਵਾਰ ਦੇ ਵਿੱਚ ਰਹਿੰਦਿਆਂ ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਰਹੋ ਤਾਂ ਘਰ ਪਰਿਵਾਰ ਵਿੱਚ, ਪਰ ਜਿਵੇਂ ਸਰੀਰ ਨਾਸਵੰਤ ਹੈ, ਇਸ ਤਰ੍ਹਾਂ ਦੇ ਇਹ ਸੰਬੰਧ ਨਾਸਵੰਤ ਨੇ। ਤਾਂ ਮਹਾਰਾਜ ਕਹਿੰਦੇ ਮਾਨਸਿਕ ਤੌਰ 'ਤੇ ਪ੍ਰਮਾਤਮਾ ਨੂੰ ਭੁਲਾ ਕੇ ਤੂੰ ਕੀ ਗ੍ਰਸਤ ਦੇ ਜੰਜਾਲ ਵਿੱਚ ਹੀ ਰੰਗਿਆ ਗਿਆ। ਸਭ ਫੁੱਲਾਂ ਕੀ ਬਾਗਾਤ, ਇਹ ਸਾਰਾ ਕੁਝ ਜਿਵੇਂ ਫੁੱਲਾਂ ਦੀ ਬਗੀਚੀ ਹੁੰਦੀ ਹੈ, ਇਸ ਤਰ੍ਹਾਂ। ਕਿਉਂ ਫੁੱਲਾਂ ਦਾ ਦ੍ਰਿਸ਼ਟਾਂਤ ਦਿੱਤਾ ਬਗੀਚੇ ਦਾ? ਕਿਉਂਕਿ ਫੁੱਲ ਜਦੋਂ ਖਿੜਦੇ ਨੇ ਬੜੇ ਸੋਹਣੇ ਲੱਗਦੇ ਨੇ,
ਪਰ ਛੇਤੀ ਸਮੇਂ ਨਾਲ ਮੁਰਝਾ ਜਾਂਦੇ, ਮੁਰਝਾ ਕੇ ਟੁੱਟ ਕੇ ਪੰਖੜੀਆਂ ਧਰਤੀ ਤੇ ਡਿੱਗ ਪੈਂਦੀਆਂ। ਇਸ ਪ੍ਰਕਾਰ ਹੀ ਸਾਰਾ ਕੁਝ ਨਾਸਵੰਤ ਹੈ। ਕਹਿੰਦੇ ਫੁੱਲਾਂ ਦੀ ਬਗਾਤ ਬਗੀਚੀ ਵਾਂਗ ਹੀ ਹੈ ਇਹ ਸਾਰਾ ਸੰਸਾਰ। ਮੇਰੀ ਮੇਰੀ ਕਿਆ ਕਰ ਹੈ, ਹੇ ਮਨ ਹੇ ਜੀਵ, ਕੀ ਮੇਰੀ ਮੇਰੀ ਕਰੀ ਜਾਂਦਾ। ਆ ਵੀ ਚੀਜ਼ ਮੇਰੀ, ਆ ਵੀ ਚੀਜ਼, ਇਹ ਦੇਹੀ ਮੇਰੀ, ਆ ਘਰ ਮੇਰਾ, ਆ ਗੱਡੀ ਮੇਰੀ, ਆ ਫਲਾਣੀ ਚੀਜ਼ ਮੇਰੀ, ਮੇਰ ਚੰਬੜੀ ਹੋਈ ਆ ਮਨ ਦੇ ਅੰਦਰ। ਕੀ ਗੁਮਾਨ ਕਰਦਾ ਮੇਰੀ ਮੇਰੀ ਕਰਕੇ, ਜਿਨ ਦੀਆ ਸੋ ਪ੍ਰਭ ਲੋੜ, ਆਪਣਾ ਕੁਛ ਨਾ ਸਮਝ। ਜਿਸ ਵਾਹਿਗੁਰੂ ਨੇ ਤੈਨੂੰ ਦਿੱਤਾ ਸਭ ਕੁਛ, ਉਸ ਨੂੰ ਲੋੜ ਲੱਭ। ਉਸ ਵਾਹਿਗੁਰੂ ਦੀ ਚਾਹਨਾ ਕਰ, ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਕਰ, ਉਹਨੂੰ ਖੋਜਣ ਲੱਭਣ ਦਾ ਯਤਨ ਕਰ। ਜਿਸ ਨੇ ਤੈਨੂੰ ਦਿੱਤਾ ਸਾਰਾ ਕੁਝ, ਕਿੱਡਾ ਪਰਉਪਕਾਰੀ, ਕਿੱਡਾ ਮਹਾਨ ਹੈ ਵਾਹਿਗੁਰੂ, ਜਿਹਨੇ ਤੈਨੂੰ ਇੰਨਾ ਕੁਝ ਬਖਸ਼ਿਆ। ਸਰ ਪਰ ਉੱਠੀ ਚੱਲਣਾ, ਇਹ ਉਹੀ ਬਚਨ ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ 'ਚ ਕਹਿੰਦੇ, ਜੇ ਪ੍ਰਸਾਦ ਛਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਹੇ। ਜੇ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮਗਤ ਪਾਵੈ। ਜਿਹਦੀ ਕਿਰਪਾ ਨਾਲ ਸਭ ਕੁਝ ਮਿਲਿਆ, ਉਹਨੂੰ ਵੀ ਖੋਜਣ ਦਾ ਯਤਨ ਕਰ। ਸਰ ਪਰ ਉੱਠੀ ਚੱਲਣਾ, ਛੱਡ ਜਾਸੀ ਲੱਖ ਕਰੋੜ। ਸਰ ਪਰ ਜ਼ਰੂਰ ਬਰ ਜ਼ਰੂਰ, ਜਦੋਂ ਕਦੋਂ ਇੱਕ ਸਮਾਂ ਐਸਾ ਪੱਕਾ ਆਉਣਾ ਹੀ ਆਉਣਾ ਕਿ ਉੱਠੀ ਚੱਲਣਾ, ਉੱਠ ਕੇ ਤੂੰ ਚਲੇ ਜਾਣਾ ਹੈ, ਇੱਥੇ ਬੈਠੇ ਨਹੀਂ ਰਹਿਣਾ। ਛੱਡ ਜਾਸੀ ਲੱਖ ਕਰੋੜ, ਛੱਡ ਜਾਏਗਾ ਲੱਖਾਂ ਕਰੋੜਾਂ ਜਿਹੜੇ ਜਮ੍ਹਾਂ ਕੀਤੇ ਹੋਏ ਨੇ। ਭਾਵੇਂ ਲੱਖਾਂ ਹਨ ਕੋਲ, ਭਾਵੇਂ ਕਰੋੜਾਂ ਹਨ। ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਲਾਹੌਰ ਦੇ ਰਹਿਣ ਵਾਲੇ ਦੁਨੀ ਚੰਦ ਧੁੱਪੜ ਦੇ ਕੋਲ ਗਏ ਸਨ, ਤੇ ਉਹਨੇ ਆਪਣੇ ਮਹਿਲਾਂ ਦੇ ਉੱਪਰ 7 ਝੰਡੇ ਲਾਏ ਹੋਏ ਸੀ, ਆਪਣੇ ਮਕਾਨ ਘਰ ਦੇ ਉੱਪਰ। ਇਹ ਉਸ ਸਮੇਂ ਦਾ ਰਿਵਾਜ ਸੀ। ਜਿਹਦਾ ਸ਼ਾਹੂਕਾਰਾ ਲੱਖ ਰੁਪਏ ਦਾ ਚੱਲਦਾ ਸੀ, ਇੱਕ ਝੰਡਾ ਲਾਉਂਦਾ ਸੀ। ਜਿਹਦਾ 2 ਲੱਖ ਰੁਪਈਆ ਕਾਰੋਬਾਰ 'ਚ ਲੱਗਾ ਹੈ, ਉਹ 2 ਝੰਡੇ ਲਾਉਂਦਾ ਸੀ। ਮਤਲਬ ਇਹ 7 ਲੱਖੀਆ ਸ਼ਾਹੂਕਾਰ ਸੀ। ਸਾਖੀ ਤਾਂ ਲੰਬੀ ਆ, ਸੰਖੇਪ 'ਚ ਬੇਨਤੀ ਆ ਕਿ ਸਤਿਗੁਰੂ ਜਦੋਂ ਤੁਰਨ ਲੱਗੇ ਤੇ ਉਹ ਵਿਦਾ ਕਰਨ ਆਇਆ ਤੇ ਕਹਿੰਦਾ, ਸੰਤ ਜੀ ਕੋਈ ਉਪਦੇਸ਼ ਦਿਓ। ਤਾਂ ਹਜ਼ੂਰ ਨੇ ਉਹਨੂੰ ਸੂਈ ਦਿੱਤੀ ਸੀ, ਇਹ ਸੂਈ ਸੰਭਾਲ ਕੇ ਰੱਖੀ, ਅਗਲੇ ਜਹਾਨ ਪ੍ਰਲੋਕ ਵਿੱਚ ਤੇਥੋਂ ਇਹ ਲਵਾਂਗੇ। ਜਦੋਂ ਘਰ ਆਇਆ ਤਾਂ ਧਰਮ ਪਤਨੀ ਨੂੰ ਕਿਹਾ ਵੀ ਉਹ ਜਿਹੜੇ ਸੰਤ ਆਏ ਸੀ ਨਾ, ਉਹਨਾਂ ਨੇ ਆ ਸੂਈ ਦਿੱਤੀ, ਕਹਿੰਦੇ ਪ੍ਰਲੋਕ 'ਚ ਤੇਥੋਂ ਲੈਣੀ, ਸਾਂਭ ਕੇ ਰੱਖੀ। ਉਹ ਕਹਿਣ ਲੱਗੀ ਵੀ ਪਤੀ ਦੇਵ, ਪ੍ਰਲੋਕ ਵਿੱਚ ਨਹੀਂ ਇਹ ਜਾ ਸਕਦੀ, ਉਹਨਾਂ ਕੋਲ ਰਮਜ ਮਾਰੀ ਹੈ, ਮਗਰ ਜਾ ਮਿਲ ਕੇ ਪੁੱਛ ਉਹਨਾਂ ਨੂੰ ਵੀ ਸੂਈ ਕਿਵੇਂ ਨਾਲ ਜਾਏਗੀ। ਫਿਰ ਸਤਿਗੁਰਾਂ ਨੂੰ ਜਾ ਕੇ ਪੁੱਛਿਆ, ਬੇਨਤੀ ਕੀਤੀ ਕਿ ਮਹਾਰਾਜ ਇਹ ਸੂਈ ਨਾਲ ਜਾਵੇਗੀ ਪ੍ਰਲੋਕ ਵਿੱਚ, ਕਿਵੇਂ ਨਹੀਂ ਜਾ ਸਕਦੀ। ਹਜ਼ੂਰ ਕਹਿਣ ਲੱਗੇ, ਤੂੰ ਉਪਦੇਸ਼ ਮੰਗਿਆ ਸੀ, ਇਹੋ ਹੀ ਤੈਨੂੰ ਸਮਝਾਇਆ ਵੀ ਇਹ ਜਿਹੜਾ ਗਰੀਬਾਂ ਦੀਆਂ ਰਗਾਂ 'ਚ ਗੂਠ ਦੇ ਦੇ ਕੇ ਵਿਆਜ ਇਕੱਠਾ ਕਰ ਕਰਕੇ ਇਹ ਝੰਡੇ ਵਧਾ ਰਿਹਾ ਨਾ ਆਪਣੇ ਮਹਿਲ 'ਤੇ। ਜੇ 7 ਲੱਖ ਵਿਆਜ 'ਤੇ ਚੜ੍ਹਿਆ ਤੇ ਹੋਰ ਲੱਖ ਆ ਗਿਆ, ਤੇ 8 ਲੱਖ ਹੋ ਗਿਆ, ਫਿਰ 9 ਲੱਖ ਹੋ ਗਿਆ, ਇੱਥੇ ਚਿੱਤ ਜੁੜਿਆ। ਜੇ ਇੱਕ ਸੂਈ ਵੀ ਪ੍ਰਲੋਕ ਵਿੱਚ ਨਹੀਂ ਜਾ ਸਕਦੀ ਤੇ ਇਹ ਲੱਖਾਂ ਕਿਵੇਂ ਜਾਣਗੇ। ਇਹਨਾਂ ਨੂੰ ਭਲੇ ਅਰਥ ਖਰਚ, ਲੋੜਵੰਦਾਂ ਦੀ ਮਦਦ ਕਰ, ਪਰਉਪਕਾਰ ਨੇਕੀ ਖਟਲਾ, ਇਹ ਤੇਰੇ ਕੰਮ ਆਵੇਗੀ। ਇਸੇ ਤਰ੍ਹਾਂ ਹਜ਼ੂਰ ਨੇ ਕਾਰੂ ਬਾਦਸ਼ਾਹ ਵੱਖਰੇ ਵੱਖਰੇ ਢੰਗ ਨਾਲ ਸਾਖੀ ਬਿਆਨ ਕੀਤੀ ਹੈ, ਤੇ ਇਸ ਢੰਗ ਨਾਲ ਵੀ ਸਾਖੀ ਬਿਆਨ ਹੋਈ ਹੈ ਵੀ ਹਜ਼ੂਰ ਉੱਥੇ ਚਲੇ ਗਏ ਤੇ ਉਹਦੇ ਅਹਿਲਕਾਰਾਂ ਨੂੰ ਕਿਹਾ, ਬਾਦਸ਼ਾਹ ਨੂੰ ਕਹੋ ਕੁਝ ਫਕੀਰ ਆਏ ਨੇ ਤੇ ਕਹਿ ਦਿਓ ਤੈਥੋਂ ਕੁਝ ਲੈਣ ਨਹੀਂ ਆਏ, ਤੈਨੂੰ ਕੁਝ ਦੇਣ ਆਏ। ਕਿਉਂਕਿ ਉਹ ਬਾਦਸ਼ਾਹ ਸੀ ਜਿਹਨੇ ਦੱਬੇ ਹੋਏ ਮੁਸਲਮਾਨਾਂ ਦੇ ਸਰੀਰ ਕਬਰਾਂ 'ਚੋਂ ਕਢਾ ਕੇ ਮੂੰਹਾਂ 'ਚੋਂ ਰੁਪਈਏ ਕਢਾ ਲਏ ਸੀ। ਇਹ 40 ਗੰਜ ਖਜ਼ਾਨਾ ਜੋੜਿਆ ਸੀ। ਤੇ ਉੱਥੇ ਜਦੋਂ ਹਜ਼ੂਰ ਪਹੁੰਚੇ ਤੇ ਉਹ ਜਦੋਂ ਕਿਹਾ ਤੇ ਉਹ ਫਕੀਰ ਕੁਛ ਦੇਣ ਆਏ, ਫਿਰ ਭੱਜਾ ਆਇਆ। ਆਉਂਦਿਆਂ ਨੂੰ ਹਜ਼ੂਰ ਠੀਕਰੀਆਂ ਇਕੱਠੀਆਂ ਕਰ ਰਹੇ ਸੀ ਤੇ ਉਹਨੇ ਪੁੱਛਿਆ ਵੀ ਫਕੀਰੋ ਇਹ ਕੀ ਕਰਦੇ ਹੋ। ਮਾਰੇ ਕਹਿੰਦੇ ਬਾਦਸ਼ਾਹ ਠੀਕਰੀਆਂ ਇਕੱਠੀਆਂ ਕਰ ਰਹੇ। ਕਹਿਣ ਲੱਗਾ ਇਹ ਕੀ ਕਰੋਗੇ, ਹੱਸ ਕੇ ਕਹਿਣ ਲੱਗਾ ਕੀ ਕਰੋਗੇ। ਹਜ਼ੂਰ ਕਹਿਣ ਲੱਗੇ ਜਦੋਂ ਜਾਣਾ ਨਾ ਪ੍ਰਲੋਕ ਨੂੰ, ਇਸ ਦੁਨੀਆ ਨੂੰ ਛੱਡ ਕੇ, ਤੇ ਇਹ ਨਾਲ ਲੈ ਕੇ ਚੱਲਾਂਗੇ। ਕਹਿਣ ਲੱਗਾ ਪਹਿਲਾਂ ਮਸਤਾਨੇ ਦਵਾਨੇ ਜਾਪਦੇ ਸੀ, ਹੁਣ ਤਾਂ ਚੰਗੀ ਤਰ੍ਹਾਂ ਯਕੀਨ ਹੋ ਗਿਆ ਵੀ ਤੁਸੀਂ ਮਸਤਾਨੇ ਦਵਾਨੇ ਫਕੀਰ ਹੋ। ਹਜ਼ੂਰ ਕਹਿਣ ਲੱਗੇ ਕਿਉਂ ਬਾਦਸ਼ਾਹ ਕੀ ਗੱਲ। ਕਹਿਣ ਲੱਗਾ ਵੀ ਇਹ ਠੀਕਰੀਆਂ ਨਾਲ ਕਿਵੇਂ ਜਾਣਗੀਆਂ ਪ੍ਰਲੋਕ ਨੂੰ, ਤਾਂ ਕੁਛ ਵੀ ਨਹੀਂ ਲਿਜਾਇਆ ਜਾਣਾ। ਮਹਾਰਾਜ ਕਹਿੰਦੇ ਬਾਦਸ਼ਾਹ ਤੈਨੂੰ ਪਤਾ। ਕਹਿਣ ਲੱਗਾ ਸਭ ਨੂੰ ਪਤਾ। ਹਜ਼ੂਰ ਕਹਿਣ ਲੱਗੇ ਨਹੀਂ ਪਤਾ, ਜੇ ਪਤਾ ਹੁੰਦਾ ਤਾਂ ਇੰਜ ਨਾ ਕਰਦਾ। ਸਾਰੀ ਦੁਨੀਆ ਦੀ ਦੌਲਤ ਆਪਣੇ ਕੋਲ ਇਕੱਠੀ ਕਰਕੇ ਜਮ੍ਹਾਂ ਕਰਕੇ ਰੱਖਣਾ ਚਾਹੁੰਦਾ, ਜੇ ਪਤਾ ਹੁੰਦਾ ਤਾਂ ਇੰਜ ਨਾ ਕਰਦਾ।
ਜਿਹੜਾ ਉਪਦੇਸ਼ ਦੇਣਾ ਸੀ ਪਹਿਲਾਂ ਉਹਦੇ ਮੂੰਹ ਚੋਂ ਕਢਾਇਆ ਸੀ, ਫਿਰ ਚਰਨੀ ਡਿੱਗ ਪਿਆ ਸੀ। ਸੋ ਇਸ ਪ੍ਰਕਾਰ ਫਿਰ ਹਜ਼ੂਰ ਨੇ ਸਿੱਖਿਆ ਦਿੱਤੀ ਸੀ। ਉਹ ਜਨਮ ਸਾਖੀ ਵਾਲੇ ਨੇ ਕੁਝ ਤੁਕਾਂ ਇੰਝ ਲਿਖੀਆਂ ਨੇ, ਦਮੜਾ ਤਿਸੀ ਕਾ ਜੋ ਖਰਚੇ ਵੈ ਖਾਏ, ਦੇਵੈ ਦਿਲਾਵੈ ਰਜਾਵੈ ਖੁਦਾਏ, ਹੋਤਾ ਨਾ ਰਾਖੈ ਅਕੇਲਾ ਨਾ ਖਾਏ, ਤਹਿਕੀਕ ਦਿਲ ਦਾਨੀ ਵਹੀ ਪਿਸ਼ਤ ਜਾਏ। ਇਹ ਦਮੜਿਆਂ ਦੀ ਲਾਲਸਾ ਕਿ ਜਮ੍ਹਾਂ ਕਰ ਲਈਏ ਜਮ੍ਹਾਂ ਕਰ ਲਈਏ, ਇਹ ਨਾਲ ਤਾਂ ਜਾਣਗੇ ਨਹੀਂ। ਇਸ ਕਰਕੇ ਖਰਚ ਵਰਤੋਂ ਵਿਹਾਰ ਵਾਸਤੇ ਹੈ। ਧਰਮ ਦੀ ਕਿਰਤ ਕਰਕੇ ਮਾਇਆ ਜਿੰਨੀ ਕਮਾਓ ਉਹਨੂੰ ਆਪਣੇ ਵਰਤੋਂ ਵਿਹਾਰ ਲਈ ਵੀ ਖਰਚੋ, ਆਪਣੇ ਪਰਿਵਾਰ ਆਪਣੇ ਲਈ। ਤੇ ਹਜ਼ੂਰ ਨੇ ਸਾਨੂੰ ਆਗਿਆ ਕੀਤੀ ਕਿ 10ਵਾਂ ਹਿੱਸਾ ਤਾਂ ਜ਼ਰੂਰ ਹੋਰਨਾਂ ਲਈ ਪਰਉਪਕਾਰ ਧਰਮ ਦੇ ਕਾਰਜਾਂ ਲਈ ਖਰਚੋ। ਜਿੱਥੇ ਲੋੜ ਹੈ ਉਸ ਥਾਂ 'ਤੇ ਆਪਣੀ ਕਮਾਈ ਵਿੱਚੋਂ ਵੀ ਕੁਛ ਦਿਓ ਹੱਥੋਂ। ਸੋ ਇਸ ਪ੍ਰਕਾਰ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇਂਝ ਆਗਿਆ ਕੀਤੀ ਹੈ। ਸੋ ਹਜ਼ੂਰ ਇੱਥੇ ਦੱਸ ਰਹੇ ਨੇ ਭਈ ਭਾਵੇਂ ਲੱਖਾਂ ਕਰੋੜਾਂ ਕਿਸੇ ਨੇ ਜਮ੍ਹਾਂ ਕੀਤੇ, ਛੱਡ ਜਾਸੀ, ਛੱਡ ਜਾਏਗਾ ਜਾਂ ਛੱਡ ਜਾਏਗਾ ਕੋਈ ਵੀ ਜੀਵ ਲੱਖਾਂ ਕਰੋੜਾਂ ਜੋ ਜਮ੍ਹਾਂ ਕੀਤੇ ਨੇ, ਕੁਛ ਵੀ ਨਾਲ ਨਹੀਂ ਜਾਏਗਾ। 1,84 ਭ੍ਰਮਤਿਆ, ਭ੍ਰਮਣਾ ਹੁੰਦਾ ਭਟਕਣਾ। 84 ਲੱਖ ਜੂਨਾਂ ਜੋ ਮੰਨੀਆਂ ਗਈਆਂ ਹਨ। ਜਿਵੇਂ ਨਾਮਦੇਵ ਜੀ ਨੇ 42 ਲੱਖ ਜੀ ਜਲ ਮੈਂ ਹੋਤੇ, ਬੀਠਲ ਪਹਿਲਾ ਕਹੇ ਕਰੋ 42 ਲੱਖ ਪਾਣੀ 'ਚ ਜੂਨਾਂ, 42 ਲੱਖ ਬਾਹਰ। ਤੇ ਇੱਕ ਵਿਦਵਾਨ ਸੱਜਣ ਨੇ ਇੰਝ ਵੀ ਲਿਖਿਆ ਹੈ ਕਿ 20 ਲੱਖ ਅਸਥਾਵਰ ਜਾਨੋ, 20 ਲੱਖ ਤਾਂ ਪੱਥਰਾਂ ਦੀਆਂ ਜੂਨਾਂ ਜਾਣ ਲਓ। 20 ਲੱਖ ਅਸਥਾਵਰ ਜਾਨੋ, 9 ਲੱਖ ਜਲ ਚਰ ਸਭ ਮਨੋ। ਪੱਥਰ ਵੀ ਕੁਝ ਬਾਹਰ ਹੁੰਦੇ ਨੇ, ਕੁਝ ਪਾਣੀ 'ਚ ਵੀ ਹੁੰਦੇ ਨੇ। ਤੇ 9 ਲੱਖ ਜੀਵ ਜਿਹੜੇ ਪਾਣੀ ਦੇ ਵਿੱਚ ਹੀ ਰਹਿੰਦੇ ਨੇ, ਜਿਵੇਂ ਮੱਛੀਆਂ ਆਦਿਕ। 11 ਲੱਖ ਕੂਰਮ ਕਵੀ ਗਾਏ, 11 ਲੱਖ ਕੂਰਮ ਜੂਨਾਂ ਹਨ ਜਿਹੜੀਆਂ ਪਾਣੀ ਵਿੱਚ ਵੀ ਰਹਿ ਸਕਦੀਆਂ, ਜਿਉਂਦੀਆਂ ਤੇ ਬਾਹਰ ਵੀ, ਕੁਝ ਸੱਪ ਡੱਡੂ ਆਦਿਕ। ਔਰ ਜਿਵੇਂ ਕੱਛੂ ਕਮਾਉਂਦਾ ਇਤਿਆਦਿਕ। 20 ਲੱਖ ਸਥਾਵਰ ਜਾਨੋ, 9 ਲੱਖ ਜਲਚਰ ਸਭ ਮਾਨੋ, 11 ਲੱਖ ਕੂਰਮ ਕਵੀ ਗਾਏ, ਪੰਛੀ ਗਣ 10 ਲੱਖ ਬਤਾਏ। 10 ਲੱਖ ਉੱਡਣ ਵਾਲੇ ਖੰਭਾਂ ਵਾਲੇ ਪੰਛੀ ਹਨ। ਔਰ ਇਸੇ ਤਰ੍ਹਾਂ 30 ਲੱਖ ਪਸ ਜਾਨੋ ਪਾਏ, 30 ਲੱਖ ਜਾਨਵਰ ਪਸ਼ੂਆਂ ਦੀਆਂ ਜੂਨਾਂ ਹਨ। ਔਰ ਇਸੇ ਤਰ੍ਹਾਂ 4 ਲੱਖ ਬਾਨਰ ਦੁੱਖਦਾਈ, ਤੇ 4 ਲੱਖ ਬਾਂਦਰਾਂ ਲੰਗੂਰਾਂ ਦੀਆਂ ਜੂਨਾਂ ਹਨ। ਇਸ ਤਰ੍ਹਾਂ ਲਿਖਿਆ ਹੋਇਆ। 1,84 ਜੇ ਕੱਟ ਆਵੈ ਤਾਂ ਮਾਨਸ ਦੇ ਤਨ ਕੋ ਪਾਵੈ। ਜਿਹੜਾ ਇਹ 84 ਲੱਖ ਜੂਨਾਂ ਭੋਗ ਕੇ ਆਇਆ, ਫਿਰ ਉਹ ਮਨੁੱਖਾ ਦੇਹੀ ਨੂੰ ਪ੍ਰਾਪਤ ਕਰਦਾ। ਸਤਿਗੁਰੂ ਮਹਾਰਾਜ ਇੱਥੇ ਕਹਿ ਰਹੇ ਨੇ 1,84 ਭਰਮਤਿਆ, 84 ਲੱਖ ਜੂਨਾਂ ਵਿੱਚ ਭਟਕਦਿਆਂ ਹੋਇਆਂ ਦੁਰਲਭ ਜਨਮ ਪਾਇਓ ਹੈ। ਇਹ ਹੁਣ ਮਸਾਂ ਤੈਨੂੰ ਮਨੁੱਖਾ ਜਨਮ ਦੁਰਲਭ, ਦੁਰਲਭ ਦਾ ਅਰਥ ਹੈ ਦੁਰਲਭ। ਦੁਰਲਭ ਤੋਂ ਮਤਲਬ ਕਠਿਨਾਈ ਨਾਲ ਜੋ ਲੱਭ ਪ੍ਰਾਪਤ ਲੱਭੇ, ਜੋ ਕਠਿਨਾਈ ਨਾਲ ਮੁਸ਼ਕਲ ਨਾਲ ਮਸਾਂ ਚੀਜ਼ ਮਿਲੇ ਉਹਨੂੰ ਕਹਿੰਦੇ ਦੁਰਲਭ ਵਸਤੂ। ਤੋ ਜਿਵੇਂ ਕਬੀਰ ਜੀ ਨੇ ਕਿਹਾ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜੋ ਬਨ ਫਲ ਪਾਕੇ ਭੋਏ ਗਿਰਹਿ, ਬਹੁਰ ਨਾ ਲਾਗਹਿ ਡਾਰ। ਜਿਵੇਂ ਬਣਾ ਬਿਰਛਾਂ ਨੂੰ ਲੱਗੇ ਫਲ ਪੱਕ ਕੇ ਧਰਤੀ 'ਤੇ ਡਿੱਗ ਪੈਣ ਤੇ ਦੁਬਾਰਾ ਉਸੇ ਵੇਲੇ ਫੜ ਕੇ ਟਾਹਣੀਆਂ ਨਾਲ ਨਹੀਂ ਜੋੜੇ ਜਾ ਸਕਦੇ। ਫਿਰ ਕਿਤੇ ਸਮਾਂ ਆਇਆ, ਰੁੱਖ ਰਿਹਾ, ਰੁੱਤ ਆਈ, ਫੁੱਲ ਲੱਗੇ, ਫਿਰ ਫਲ ਲੱਗਣਗੇ, ਫਿਰ ਪਕਣਗੇ। ਇਸੇ ਤਰ੍ਹਾਂ ਮਨੁੱਖਾ ਦੇਹੀ ਦੁਰਲਭ ਹੈ, ਬਾਰ-ਬਾਰ ਨਹੀਂ ਮਿਲਦੀ। ਜੋ ਭਗਤੀ ਵਾਲੇ ਕਰਮ ਕਰਨ ਉਹਨਾਂ ਨੂੰ ਦੁਬਾਰਾ ਪ੍ਰਾਪਤ ਹੋ ਜਾਂਦੀ ਹੈ। ਤੇ ਜੇ ਕੋਈ ਭਗਤੀ ਰੱਬ ਦੀ ਕਰੇ ਹੀ ਨਾ, ਨੇਕੀ ਭਲਾਈ ਕਰੇ ਹੀ ਨਾ, ਤੇ ਫਿਰ ਇਹ ਦੁਬਾਰਾ ਛੇਤੀ ਨਾਲ ਨਹੀਂ ਮਨੁੱਖਾ ਦੇਹੀ ਮਿਲਦੀ। ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬਵੇਕੈ, ਕਬੀਰ ਜੀ ਨੇ ਕਿਹਾ ਹੈ। 1,84 ਜੋਨ ਸਵਾਈ, ਮਾਨਸ ਕਉ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁੱਖ ਪਾਏਦਾ। ਹਜ਼ੂਰ ਕਹਿੰਦੇ ਨੇ ਜੋ ਕੁੱਲ 84 ਲੱਖ ਜੂਨਾਂ ਹਨ, ਇਹਨਾਂ ਤੋਂ ਬਾਅਦ ਮਨੁੱਖਾ ਦੇਹੀ ਨੂੰ ਵਡਿਆਈ ਮਿਲੀ ਹੈ ਵਾਹਿਗੁਰੂ ਦੇ ਦਰ ਤੋਂ, ਤੇ ਇਹਦੇ ਵਿੱਚ ਬੰਦਗੀ ਕਰਕੇ ਆਪਣਾ ਭਲਾ ਕੀਤਾ ਜਾ ਸਕਦਾ। ਇਹ ਇੱਕ ਪੌੜੀ ਹੈ ਵਾਹਿਗੁਰੂ ਦੇ ਦਰ 'ਤੇ ਪਹੁੰਚਣ ਲਈ। ਇਸ ਪੌੜੀ ਤੇ ਜੋ ਨਰ ਚੂਕੈ, ਜਿਹੜਾ ਖੁੰਝ ਜਾਏ ਇਸ ਪੌੜੀ ਤੋਂ, ਰੱਬ ਦੀ ਭਗਤੀ ਨਾ ਕਰੇ, ਸੋ ਆਏ ਜਾਏ ਦੁੱਖ ਪਾਏਗਾ। ਉਹ ਆਉਂਦਾ ਜਾਂਦਾ ਦੁੱਖ ਪਾਉਂਦਾ ਰਹੇਗਾ। ਹਜ਼ੂਰ ਸਾਨੂੰ ਸਮਝਾ ਰਹੇ ਨੇ ਕਿ ਦੁਰਲਭ ਜਨਮ ਇਹ ਤੂੰ ਪਾਇਆ ਹੈ, ਪ੍ਰਾਪਤ ਕੀਤਾ ਹੈ। ਨਾਨਕ ਨਾਮ ਸੰਭਾਲ ਤੂੰ, ਇਹਨੂੰ ਵਿਅਰਥ ਨਾ ਜਾਣ ਦੇ,
ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਨੂੰ ਸੰਭਾਲ ਚੇਤੇ ਕਰ, ਸਾਂਭ ਵਾਹਿਗੁਰੂ ਦੇ ਨਾਮ ਦਾ ਸਿਮਰਨ। ਕਿਉਂ ਜੀ 100 ਦਿਨ ਨੇੜਾ ਹੈ, ਉਹ ਦਿਨ ਸੰਬਤ ਸਾਹਾ ਲਿਖਿਆ, ਜਿਹੜਾ ਉਹ ਦਿਨ ਮੁਕਰਰ ਹੋਇਆ ਨਾ, ਜਿਸ ਦਿਨ ਤੋਂ ਇਸ ਦੁਨੀਆ ਤੋਂ ਜਾਣਾ, ਜਿਸ ਦਿਨ ਸਰੀਰ ਦਾ ਅੰਤ ਹੋਣਾ, ਉਹ ਦਿਨ ਨੇੜੇ ਆ ਰਿਹਾ ਹੈ। ਜਿਵੇਂ ਜਿਵੇਂ ਉਮਰ ਸਾਡੀ ਵੱਧਦੀ ਜਾਂਦੀ ਹੈ ਨਾ, ਤਿਵੇਂ ਤਿਵੇਂ ਮੌਤ ਦਾ ਦਿਨ ਨੇੜੇ ਆ ਰਿਹਾ। ਅਸੀਂ ਸਮਝਦੇ ਉਮਰ ਵੱਧ ਰਹੀ, ਵੱਡੀ ਹੋ ਰਹੀ ਹੈ, ਨਹੀਂ, ਉਮਰ ਘਟ ਰਹੀ ਹੈ। ਜਿੰਨੀ ਮੁਕਰਰ ਕੀਤੀ ਹੋਈ ਆ, ਵਾਹਿਗੁਰੂ ਵੱਲੋਂ ਲਿਖੀ ਹੋਈ ਆ, ਉਹਦੇ ਚੋਂ ਜਿੰਨੀ ਭੋਗ ਲਈ ਉਨੀ ਘਟ ਗਈ ਹੈ। ਹਜ਼ੂਰ ਕਹਿੰਦੇ ਨੇ ਉਹ ਤੇਰਾ ਸਰੀਰ ਦਾ ਅੰਤ ਹੋਣ ਦਾ ਦਿਨ ਸਮਾਂ ਨੇੜੇ ਆ ਚੁੱਕਾ ਹੈ, ਨੇੜੇ ਆ ਗਿਆ ਹੈ, ਭਾਵ ਨੇੜੇ ਆਉਂਦਾ ਜਾਂਦਾ। ਤੇ ਵਾਹਿਗੁਰੂ ਦੇ ਨਾਮ ਨੂੰ ਤੂੰ ਚੇਤੇ ਕਰ। ਸ੍ਰੀ ਰਾਗ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਰਾਗ ਦੇ ਅੰਦਰ ਅਗਲਾ ਸ਼ਬਦ ਉਚਾਰਨ ਕਰਦੇ ਹਨ। ਇਹ ਦੇਹੀ ਕਾਇਆ ਤੇ ਜੀਵ ਆਤਮਾ ਦਾ ਜਿਹੜਾ ਆਪਸ ਵਿੱਚ ਸੰਯੋਗ ਮਿਲਾਪ ਹੋਇਆ, ਤੇ ਇਹ ਕਿਸ ਤਰ੍ਹਾਂ ਵਿਛੋੜਾ ਪੈਂਦਾ ਤੇ ਕੀ ਕਰਨਾ ਚਾਹੀਦਾ ਜਦੋਂ ਤੱਕ ਜੀਵ ਆਤਮਾ ਦੇਹ ਦੇ ਅੰਦਰ ਹੈ, ਇਹ ਉਪਦੇਸ਼ ਦੇ ਰਹੇ ਨੇ। ਜਿਵੇਂ ਇੱਕ ਬਚਨ ਹੈ ਮਾਰੂ ਰਾਗ 'ਚ, ਧਨ ਕਹਿ ਤੂੰ ਵਸ ਮੈਂ ਨਾਲੇ। ਧਨ ਇਸਤਰੀ ਮਤਲਬ ਦੇਹੀ, ਇਹ ਜਿਹੜਾ ਇਹਦਾ ਫਿਰ ਪਤੀ ਹੈ ਨਾ, ਜੀਵ ਆਤਮਾ, ਉਸ ਨੂੰ ਕਹਿੰਦੀ ਹੈ। ਧਨ ਕਹਿ ਤੂੰ ਵਸ ਮੈਂ ਨਾਲੇ, ਪ੍ਰੇ ਸੁਖ ਵਾਸੀ ਬਾਲ ਗੋਪਾਲੇ। ਸੋ ਇਸ ਪ੍ਰਕਾਰ ਤੂੰ ਮੇਰੇ ਨਾਲ ਵਸ, ਤੂੰ ਬੜਾ ਸੁਖਦਾਈ ਹੈ। ਤੂੰ ਮੇਰਾ ਜਦੋਂ ਦੀ ਮੈਂ ਬਣੀ ਉਦੋਂ ਤੋਂ ਮੇਰੇ ਨਾਲ, ਬਾਲ ਗੋਪਾਲ ਦਾ ਮਤਲਬ ਹੁੰਦਾ ਬਾਲਕ ਅਵਸਥਾ ਦਾ ਮਿੱਤਰ। ਧਨ ਕਹਿ ਤੂੰ ਵਸ ਮੈਂ ਨਾਲੇ, ਪ੍ਰੇ ਸੁਖਵਾਸੀ ਬਾਲ ਗੋਪਾਲੇ। ਵਚਨ ਦੇਹ ਛੋੜ ਨਾ ਜਾਸਾ ਹੈ, ਤਾਂ ਪਿਰ ਕਹਿਆ ਹੋ ਹੁਕਮੀ ਬੰਦਾ। ਜਿਹੜਾ ਪਿਰ ਹੈ ਜੀਵ ਆਤਮਾ, ਉਸਨੇ ਕਾਇਆ ਨੂੰ, ਦੇਹ ਨੂੰ ਕਿਹਾ ਵੀ ਮੈਂ ਤਾਂ ਹੁਕਮੀ ਬੰਦਾ ਹਾਂ, ਰੱਬ ਦੇ ਹੁਕਮ 'ਚ ਆਇਆ। ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ। ਉਹ ਮੇਰਾ ਮਾਲਕ ਵਾਹਿਗੁਰੂ ਹੈ ਨਾ, ਜਿਹੜਾ ਪ੍ਰਮਾਤਮਾ, ਜਿਹਦੀ ਮੈਂ ਅੰਸ਼ ਹਾਂ, ਉਹ ਬੜਾ ਵੱਡਾ ਠਾਕੁਰ ਮਾਲਕ ਹੈ। ਉਹਨੂੰ ਕਿਸੇ ਦੀ ਮੁਥਾਜੀ, ਕਿਸੇ ਦੀ ਪ੍ਰਵਾਹ ਨਹੀਂ, ਕਿਸੇ ਦੀ ਅਧੀਨਗੀ ਨਹੀਂ ਹੈ। ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣ, ਜਾਂ ਸੱਦੇ ਤਾਂ ਊਠ ਸਦਾਸਾ ਹੈ। ਜਦੋਂ ਤੇਰੇ ਨਾਲ ਰੱਖੇਗਾ ਜਦੋਂ ਤੱਕ, ਉਦੋਂ ਤੱਕ ਮੈਂ ਰਵਾਂਗਾ। ਜਦੋਂ ਉਹਨੇ ਸੱਦ ਲਿਆ, ਮੈਨੂੰ ਉੱਠ ਕੇ ਜਾਣਾ ਪੈਣਾ। ਜਿਉ ਪ੍ਰੇ ਬਚਨ ਕਹੇ ਧਨ ਸੱਚ। ਜੋ ਇਸ ਕਾਇਆ ਇਸਤਰੀ ਨੂੰ ਜੀਵ ਆਤਮਾ ਪਤੀ ਨੇ ਬਚਨ ਕੀਤੇ ਸੱਚੇ, ਧਨ ਕਛੂ ਨਾ ਸਮਝਿਆ ਚੰਚਲ ਕੱਚ। ਚੰਚਲਤਾਈ ਤੇ ਕੱਚਪੁਣਾ ਹੋਣ ਕਰਕੇ ਇਸ ਕਾਇਆ ਦੇਹੀ ਨੇ ਉਹ ਬਚਨ ਸਮਝੇ ਨਾ। ਬਹੁਰ ਬਹੁਰ ਪਿਰ ਹੀ ਸੰਗ ਮੰਗੈ, ਉਹ ਬਾਤ ਜਾਣੈ ਕਰ ਹਾਸਾ ਹੈ। ਬਾਰ ਬਾਰ ਉਸ ਜੀਵ ਆਤਮਾ ਦਾ ਸੰਗ ਹੀ ਲੋੜਦੀ, ਮੰਗਦੀ ਹੈ ਦੇਹੀ। ਔਰ ਇਸ ਪ੍ਰਕਾਰ ਬਾਰ ਬਾਰ ਪਿਰ ਹੀ ਸੰਗ ਮੰਗੈ, ਉਹ ਬਾਤ ਜਾਣੈ ਕਰ ਹਾਸਾ ਹੈ। ਆਈ ਆਗਿਆ ਪਿਰੋਂ ਬੁਲਾਇਆ। ਜਦੋਂ ਵਾਹਿਗੁਰੂ ਦੀ ਆਗਿਆ ਆਈ ਤਾਂ ਉਸ ਪਤੀ ਜੀਵ ਆਤਮਾ ਨੂੰ ਬੁਲਾ ਲਿਆ ਗਿਆ ਜਿੱਥੋਂ ਆਇਆ ਸੀ। ਆਈ ਆਗਿਆ ਪਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪੁਕਾਇਆ। ਨਾ ਇਹਦੇ ਨਾਲ ਸਲਾਹ ਕੀਤੀ, ਕੋਈ ਮਤਾ ਮਸ਼ਵਰਾ ਕੀਤਾ। ਊਠ ਸਧਾਇਓ ਸ਼ੂਟਰ ਮਾਟੀ, ਦੇਖ ਨਾਨਕ ਮਿਥਨ ਮੋਹ ਹਾਸਾ ਹੈ। ਇਹ ਸੰਸਾਰ ਦਾ ਮੋਹ ਤੇ ਆਸਾ, ਸੰਸਾਰ ਦੀ ਨਾਸਵੰਤ ਮਿਥਿਆ, ਉਹ ਛੱਡ ਕੇ ਚਲਾ ਗਿਆ ਜੀਵ ਆਤਮਾ, ਤੇ ਕਾਇਆ ਜਿਹੜੀ ਸੀ ਮਿੱਟੀ ਹੋ ਗਈ। ਸੋ ਇਸ ਪ੍ਰਕਾਰ ਇੱਥੇ ਵੀ ਹਜ਼ੂਰ ਕਹਿ ਰਹੇ ਨੇ, ਤਿਚਰ ਵਸਾ ਹੈ ਸੁਹੇਲੜੀ, ਜਿਚਰ ਸਾਥੀ ਨਾਲ ਹੈ ਕਾਇਆ। ਤੂੰ ਉਹਨਾਂ ਚਿਰ ਸੁਹੇਲੜੀ ਸੁਖ ਦੇ ਸਹਿਤ ਸੁਖੀ ਵਸਦੀ ਹੈ, ਜਦੋਂ ਤੱਕ, ਜਿੰਨੇ ਚਿਰ ਤੱਕ ਤੇਰਾ ਸਾਥੀ ਜੀਵ ਆਤਮਾ ਤੇਰੇ ਨਾਲ ਹੈ। ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਜਾਂ ਜਦੋਂ ਸਾਥੀ ਜੀਵ ਆਤਮਾ ਜਿਹੜਾ ਸੀ ਉਹ ਉੱਠ ਕੇ ਚੱਲਿਆ, ਪ੍ਰਲੋਕ ਨੂੰ ਚਲਿਆ ਗਿਆ, ਤਾਂ ਧਨ ਇਹ ਦੇਹੀ ਕਾਇਆ। ਧਨ ਦਾ ਅਰਥ ਵੈਸੇ ਇਸਤਰੀ ਹੈ, ਮਤਲਬ ਇੱਥੇ ਕਾਇਆ ਇਸਤਰੀ ਖਾਕੂ ਰਾਲ, ਖਾਕ ਦੇ ਵਿੱਚ ਰਲ ਗਈ, ਮਿੱਟੀ 'ਚ ਮਿੱਟੀ ਹੋ ਗਈ। ਮਨ ਬੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਓ। ਧੰਨੋ ਪੁਰਖ ਹਨ ਜਿਨ੍ਹਾਂ ਦੇ ਮਨ ਅੰਦਰ ਇਹ ਸੰਸਾਰ ਵੱਲੋਂ ਉਪਰਾਮਤਾ ਤੇ ਵਾਹਿਗੁਰੂ ਨਾਲ ਪ੍ਰੇਮ, ਇਹਨੂੰ ਕਹਿੰਦੇ ਨੇ ਬੈਰਾਗ। ਇੱਕ ਰਾਗ ਹੈ ਸੰਸਾਰ ਨਾਲ, ਇੱਧਰੋਂ ਟੁੱਟ ਕੇ ਤੇ ਵਾਹਿਗੁਰੂ ਨਾਲ ਜੁੜਨਾ, ਇਹਨੂੰ ਬੈਰਾਗ ਕਿਹਾ ਜਾਂਦਾ। ਬਿਨ ਬੈਰਾਗ ਨਾ ਛੂਟ ਸਮਾਇਆ। ਬਿਨਾਂ ਵਿਰਾਗ ਪੈਦਾ ਹੋਣ ਤੋਂ
ਮਾਇਆ ਪਿਛਾ ਨਹੀਂ ਛੱਡਦੀ, ਮਾਇਆ ਤੋਂ ਮਨੁੱਖ ਛੁੱਟ ਨਹੀਂ ਸਕਦਾ। ਇੱਥੇ ਹਜ਼ੂਰ ਕਹਿ ਰਹੇ ਨੇ ਜਿਨ੍ਹਾਂ ਦੇ ਮਨ 'ਚ ਵਿਰਾਗ ਭਇਆ ਹੋਇਆ, ਦਰਸ਼ਨ ਦੇਖਣੇ ਕਾ ਚਾਹੋ, ਤੇ ਵਾਹਿਗੁਰੂ ਤੇਰੇ ਦਰਸ਼ਨ ਦੇਖਣ ਦਾ ਚਾਹ ਪੈਦਾ ਹੋਇਆ, ਧੰਨ ਸੋ ਤੇਰਾ ਥਾਨ। ਉਸ ਭਗਤ ਦਾ ਸਰੀਰ ਰੂਪੀ ਜਿਹੜਾ ਅਸਥਾਨ ਹੈ ਉਹ ਤੇਰਾ ਬਣ ਗਿਆ ਨਾ, ਉਹ ਧਨ ਹੈ, ਧਨ ਉਹ ਤੇਰਾ ਥਾਨ ਹੈ। ਭਾਵ ਉਸ ਭਗਤ ਦਾ ਹਿਰਦਾ। ਸੋ ਇਸ ਪ੍ਰਕਾਰ ਜਿਵੇਂ ਗੁਰੂ ਰਾਮਦਾਸ ਦੀ ਉਪਮਾ ਕਰਦਿਆਂ ਭੱਟ ਜੀ ਨੇ ਸੋਈਆਂ 'ਚ ਕਿਹਾ, ਸੇਜ ਸਦਾ ਸ਼ਰਧਾ ਰੂਪੀ ਛੇਜ ਤੇ ਤੁਸੀਂ ਬਿਰਾਜਦੇ ਹੋ। ਮਤਲਬ ਜਿਸ ਹਿਰਦੇ 'ਚ ਸ਼ਰਧਾ ਹੋਈ ਉੱਥੇ ਵਾਹਿਗੁਰੂ ਬਿਰਾਜਮਾਨ। ਤੇ ਇਸ ਤਰ੍ਹਾਂ ਉਹ ਤੇਰਾ ਅਸਥਾਨ ਧਨ ਹੈ, ਅਥਵਾ ਉਹ ਸਤਸੰਗਤ ਰੂਪੀ ਅਸਥਾਨ ਧਨ ਹੈ, ਜਿਸ ਸਤਸੰਗਤ 'ਚ ਮਿਲ ਕੇ ਭਗਤਾਂ ਦੇ ਮਨ 'ਚ ਵਿਰਾਗ ਪੈਦਾ ਹੋਇਆ ਤੇ ਤੇਰੇ ਦਰਸ਼ਨਾਂ ਦਾ ਚਾਅ ਚੜਿਆ। ਰਹਾਓ ਜਿਚਰ ਵਸਿਆ ਕੰਤ ਕਰ, ਜਿਚਰ ਜਿੰਨੇ ਚਿਰ ਤੱਕ, ਜਿੰਨੇ ਸਮੇਂ ਤੱਕ ਕੰਤ ਪਤੀ ਜੀਵ ਆਤਮਾ ਇਸ ਘਰ ਸਰੀਰ ਵਿੱਚ ਵਸਦਾ ਰਿਹਾ, ਜੀਓ ਜੀਓ ਸਭ ਕਹਾਤ। ਹੇ ਕਾਇਆ, ਉਦੋਂ ਤੱਕ ਸਾਰੇ ਜੀ ਜੀ ਤੈਨੂੰ ਕਹਿੰਦੇ ਸੀ। ਜਾਂ ਉੱਠੀ ਚਲਸੀ ਕੰਤੜਾ, ਜਦੋਂ ਕੰਤ ਪਤੀ ਉੱਠ ਕੇ ਚਲਾ ਜਾਏਗਾ ਤਾਂ ਕੋਈ ਨਾ ਪੁੱਛਿਆ ਤੇਰੀ ਬਾਤ, ਤਾਂ ਤੇਰੀ ਗੱਲਬਾਤ, ਤੇਰੀ ਖਬਰਸਾਰ ਫਿਰ ਕੋਈ ਨਹੀਂ ਪੁੱਛਦਾ। ਜਦੋਂ ਤੱਕ ਜੀਵ ਆਤਮਾ ਵਿੱਚ ਵਸਦੀ ਉਦੋਂ ਤੱਕ ਇਹ ਮੇਰਾ ਪਿਤਾ ਹੈ, ਮੇਰਾ ਭਰਾ ਹੈ, ਮੇਰਾ ਪਤੀ ਹੈ, ਮੇਰਾ ਬਾਪੂ ਹੈ, ਸਾਰੇ ਲੋਕ ਕਹਿੰਦੇ ਨੇ। ਕਾਇਆਂ ਦੇ ਵਿੱਚੋਂ ਜੀਵ ਆਤਮਾ ਹੰਸ ਦੇ ਉਡਾਰੀ ਮਾਰਦਿਆਂ ਸਾਰ ਫਿਰ ਕਹਿੰਦੇ ਕਾਢੋ ਕਾਢੋ ਹੋਈ, ਦਿਉਰੀ ਲੋ ਬਰੀ ਨਾਰ ਸੰਗ ਪਈ, ਆਗੈ ਸਜਨ ਸੁਹੇਲਾ, ਮਰਕਟ ਲਓ ਸਭ ਲੋਕ ਕੁਟੰਮ ਭਇਓ, ਆਗੈ ਹੰਸ ਅਕੇਲਾ। ਸੋ ਇਸ ਤਰ੍ਹਾਂ ਇਕੱਲਾ ਹੀ ਜਾਣਾ ਪੈਂਦਾ ਸੰਸਾਰ ਤੋਂ। ਮੜੀਆਂ ਤੱਕ ਲਿਜਾਂਦੇ ਨੇ ਕੱਢਣ ਵਾਸਤੇ ਵੀ ਹੁਣ ਕੱਢਿਓ ਘਰੋਂ ਨਿਕਲੇ ਬਾਹਰ। ਉਹ ਵੀ ਨੱਕ ਨਮੂਜ ਨੂੰ ਲੋਕਾਂ ਸਾਹਮਣੇ ਹੀ ਤਾਂ ਆਪਣੀ ਬਹਾਲ ਰੱਖਣ ਲਈ ਵੀ ਬੜੇ ਸਤਿਕਾਰ ਨਾਲ ਬਾਪੂ ਦਾ ਜਨਾਜ਼ਾ ਲੈ ਕੇ ਗਏ। ਸੋ ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਫਿਰ ਤੇਰੀ ਬਾਤ ਨਹੀਂ ਕਿਸੇ ਨੇ ਪੁੱਛਣੀ ਹੈ ਕਾਇਆ। ਮਤਲਬ ਮਨ ਨੂੰ ਸਮਝਾ ਰਹੇ ਨੇ ਵੀ ਜਿਸ ਕਾਇਆ 'ਚ ਤੂੰ ਰਚਿਆ ਹੋਇਆ, ਜਿਹਨੂੰ ਆਪਣਾ ਰੂਪ ਮੰਨਿਆ ਹੋਇਆ, ਇਹਦੀ ਆਹ ਹਾਲਤ ਹੈ। ਇਹ ਤਾਂ ਜੀਵ ਆਤਮਾ ਵਿੱਚ ਵਸਦਾ ਹੈ ਤੇ ਇਹਦਾ ਕੋਈ ਮਾਣ ਤਾਣ ਹੈ। ਜਦੋਂ ਜੀਵ ਆਤਮਾ ਨੇ ਡਾਰੀ ਮਾਰੀ ਤਾਂ ਇਸ ਕਾਇਆ ਦੀ ਤੇ ਕੋਈ ਪਾਇਆ ਹੀ ਨਹੀਂ ਰਹਿਣੀ, ਇਹ ਤਾਂ ਮਿੱਟੀ 'ਚ ਮਿਲ ਜਾਏਗੀ। ਪਈ ਜਿਹੜਾ ਸਹੁ ਸੇਵ ਤੂੰ, ਮਨ ਨੂੰ ਸਮਝਾਓ ਕਿ ਇਹ ਮਨਾ ਤੂੰ ਰਹਿ ਰਿਹਾ ਪੇਕੇ ਘਰ ਮਾਤ ਲੋਕ ਤੇ ਜਿਸ ਤਰ੍ਹਾਂ ਕੋਈ ਲੜਕੀ ਆਪਣੇ ਪੇਕੇ ਘਰ ਵਿੱਚ ਰਹਿੰਦੀ ਹੋਈ ਇਹ ਖਿਆਲ ਕਰਕੇ ਕਿ ਹੁਣ ਸਹੁਰੇ ਘਰ ਜਦੋਂ ਜਾਣਾ ਤੇ ਉਦੋਂ ਉੱਥੋਂ ਵਾਸਤੇ ਕੁਝ ਸਿੱਖਣਾ ਪਏਗਾ ਮੈਨੂੰ। ਕਈ ਤਰ੍ਹਾਂ ਦੇ ਕਸੀਦੇ ਸਿੱਖਦੀ ਹੈ, ਰੋਟੀ ਪਾਣੀ ਬਣਾਉਣਾ ਸਿੱਖਦੀ ਹੈ, ਹੋਰ ਸ਼ੁਭ ਗੁਣ ਸਿੱਖਦੀ ਹੈ ਕਿ ਪਤੀ ਨੂੰ ਪ੍ਰਸੰਨ ਕਿਵੇਂ ਰੱਖਣਾ, ਸਹੁਰੇ ਪਰਿਵਾਰ ਨੂੰ, ਸੱਸ ਹੈ, ਸਹੁਰਾ ਹੈ, ਜੇਠ ਹਨ, ਦਿਓਰ ਹਨ। ਕਿਉਂਕਿ ਭਾਈ ਗੁਰਦਾਸ ਨੇ ਲਿਖਿਆ ਹੈ, ਨਹਿਰ ਕੁਆਰ ਕੰਨਿਆ, ਨਹਿਰ ਜਿਹੜੀ ਪੇਕੇ ਘਰ 'ਚ ਰਹਿ ਰਹੀ ਹੈ ਨਾ, ਕੁਆਰੀ ਕੰਨਿਆ, ਜੈਸੇ ਲਾਡਲੀ ਕੈ ਮਾਨੀਅਤ, ਉਹ ਲਾਡਲੀ ਮੰਨੀ ਜਾਂਦੀ, ਉਹਦੇ ਨਾਲ ਲਾਡ ਪਿਆਰ ਸਾਰੇ ਕਰਦੇ ਨੇ, ਮਾਂ ਵੀ, ਪਿਓ ਵੀ, ਭਰਾ ਵੀ, ਭਈ ਇਹ ਸਾਡੀ ਭੈਣ ਹੈ, ਇਹ ਸਾਡੀ ਧੀ ਹੈ, ਤੇ ਉਹਨੂੰ ਲਾਡ ਲਡਾਉਂਦੇ ਨੇ, ਵੱਧ ਘੱਟ ਨਹੀਂ ਬੋਲਦੇ। ਨਹਿਰ ਕੁਆਰ ਕੰਨਿਆ ਜੈਸੇ ਲਾਡਲੀ ਕੈ ਮਾਨੀਅਤ, ਵਿਆਹੇ ਸਸੁਰਾਰ ਜਾਏ ਗੁਣਨ ਕੈ ਮਾਨੀਏ। ਜਦੋਂ ਵਿਆਹੀ ਜਾਂਦੀ, ਸਹੁਰੇ ਘਰ ਜਾਂਦੀ ਹੈ ਤਾਂ ਗੁਣਾ ਕਰਕੇ ਸਤਿਕਾਰ ਮਿਲਦਾ। ਜੇ ਪੇਕੇ ਘਰ 'ਚ ਸਿੱਖਿਆ ਹੀ ਕੁਛ ਨਹੀਂ, ਕੋਈ ਸਿੱਖਿਆ ਲਈ ਨਹੀਂ, ਤੇ ਫਿਰ ਸਹੁਰੇ ਘਰ 'ਚ ਆਦਰ ਮਾਣ ਤਾਂ ਨਹੀਂ ਨਾ ਮਿਲ ਸਕਦਾ। ਬੇਵਕੂਫਾਂ ਦਾ ਕੌਣ ਆਦਰ ਕਰਦਾ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਸਹੁ ਰੜਾ ਪਈ ਜਿਹੜਾ ਸਹੁ ਸੇਵ ਤੂੰ। ਇੱਥੇ ਹਜ਼ੂਰ ਸਿੱਖਿਆ ਲੈਣ ਨੂੰ ਇਹ ਗੱਲ ਕਹਿ ਰਹੇ ਨੇ ਕਿ ਪੇਕੇ ਘਰ 'ਚ ਬੈਠੀ ਤੂੰ ਸਹੁ ਪਰਮਾਤਮਾ ਜੋ ਪਤੀ ਹੈ ਨਾ ਵਾਹਿਗੁਰੂ, ਉਹਦਾ ਸਿਮਰਨ ਕਰ, ਇਹ ਉਹਦੀ ਸੇਵਾ। ਸਹੁ ਰੜਾ ਸੁਖ ਵਸ, ਤਾਂ ਸਹੁਰੇ ਘਰ 'ਚ ਜਾ ਕੇ ਸੁਖ ਦੇ ਸਹਿਤ ਤੂੰ ਵਸਦੀ ਰਹੇਂਗੀ, ਫਿਰ ਤੂੰ ਸੁਖ ਦੇ ਸਹਿਤ ਵਸੇਂਗੀ। ਜੇ ਪੇਕੇ ਘਰ 'ਚ ਰਹਿੰਦਿਆਂ ਉਹ ਵਾਹਿਗੁਰੂ ਪਰਮਾਤਮਾ ਦਾ ਚੇਤਾ ਹੀ ਭੁਲਾ ਦਿੱਤਾ ਤਾਂ ਉੱਥੇ ਸਹੁਰੇ ਘਰ ਰੱਬ ਦੀ ਦਰਗਾਹ 'ਚ ਸੁਖ ਨਹੀਂ ਉਹ ਤੈਨੂੰ ਮਿਲਣਾ। ਗੁਰਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗਿਆ ਦੁੱਖ। ਸਤਿਗੁਰੂ ਮਹਾਰਾਜ ਨੂੰ ਮਿਲ ਕੇ, ਜਿਵੇਂ ਬਜ਼ੁਰਗ ਮਾਈਆਂ ਨੂੰ ਮਿਲ ਕੇ ਜਿਹੜੀਆਂ ਅਲੜਾਂ ਹਨ, ਨੌਜਵਾਨ ਕੁੜੀਆਂ, ਉਹ ਸਾਰੇ ਗੁਣ ਸਿੱਖਦੀਆਂ ਹਨ। ਸ਼ੁਭ ਗੁਣ, ਨਿਮਣ ਸੋ ਅੱਖਰ ਖਵਣ ਗੁਣ,
ਜੇ ਬਾਮਣੀਆਂ ਮਨ ਤੇ ਤ੍ਰੈ ਭਾਣੇ ਵੇਸ ਕਰਤਾ ਵਸਿਆ ਵੀ ਕੰਤ। ਇੱਥੇ ਵੀ ਸਤਿਗੁਰਾਂ ਨੂੰ ਮਿਲ ਕੇ ਚੱਜ ਜਿਹੜੇ ਜੀਵਨ ਦੀ ਜਾਂਚ ਹੈ, ਕੀ ਕਰਨਾ ਚਾਹੀਦਾ, ਜੀਵਨ ਸਫਲਾ ਕਿਵੇਂ ਹੋਵੇ, ਆਚਾਰ ਆਚਰਣ, ਚੰਗੇ ਕਰਤੱਵ, ਇਹ ਸਿੱਖ ਲੈ ਤੁਧ ਕਦੇ ਨਾ ਲੱਗਿਆ ਦੁੱਖ। ਜੇ ਸਿੱਖ ਲਵੇਂ ਹੇ ਜੀਵ, ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਸਿੱਖਿਆ ਨੂੰ ਧਾਰਨ ਕਰ ਲਵੇਂ, ਆਪਣੇ ਜੀਵਨ ਦੀ ਜਾਂਚ ਪ੍ਰਾਪਤ ਕਰ ਲਵੇਂ ਸਤਿਗੁਰਾਂ ਪਾਸੋਂ, ਚੰਗੇ ਆਚਾਰ ਕਰਤੱਵ ਧਾਰਨ ਕਰ ਲਵੇਂ, ਤਾਂ ਫਿਰ ਕਦੇ ਵੀ ਤੈਨੂੰ ਦੁੱਖ ਨਹੀਂ ਲੱਗਦਾ ਹੈ, ਨਹੀਂ ਲੱਗੇਗਾ। ਮਤਲਬ ਜੰਮਣ ਮਰਨ ਦਾ ਦੁੱਖ ਨਹੀਂ ਲੱਗੇਗਾ, ਵਿਛੋੜੇ ਦਾ ਦੁੱਖ ਨਹੀਂ ਵਿਆਪੇਗਾ। ਸਭਨਾ ਸਹੁਰੈ ਵੰਝਣਾ ਸਭ ਮੁਕ ਲਾਵਣ ਹਾਰ। ਸਾਰੀਆਂ ਜਿੰਨੀਆਂ ਜੀਵ ਆਤਮਾਵਾਂ ਹਨ, ਜਿੰਨੇ ਜੀਵ ਹਨ, ਸਭਨਾਂ ਨੇ ਸਹੁਰੇ ਘਰ ਪ੍ਰਲੋਕ ਵਿੱਚ ਵੰਝਣਾ ਮੈਨੇ ਜਾਣਾ ਹੈ। ਸਭ ਮੁਕ ਲਾਵਣ ਹਾਰ। ਜਿਵੇਂ ਪਹਿਲਾਂ ਕਾਕੀ ਬੱਚੀ ਵਿਆਹੀ ਜਾਂਦੀ ਸੀ ਪੁਰਾਣੇ ਸਮੇਂ 'ਚ, ਅਤੇ ਕਈ ਸਾਲ ਬਾਅਦ ਉਹਦਾ ਮੁਕਲਾਵਾ ਲੈਣ ਪਤੀ ਆਉਂਦਾ ਸੀ। ਸੋ ਇੱਕ ਵਿਆਹ ਹੁੰਦਾ, ਇੱਕ ਮੁਕਲਾਵਾ। ਅਤੇ ਹੁਣ ਵਿਆਹ ਹੀ ਵੱਡੀ ਉਮਰ ਜਾ ਕੇ ਕੀਤਾ ਜਾਂਦਾ ਅਤੇ ਨਾਲ ਹੀ ਮੁਕਲਾਵਾ ਤੋਰ ਦਿੱਤਾ ਜਾਂਦਾ। ਮੁਕਲਾਵਾ ਕਿ ਹੁਣ ਪੇਕਾ ਘਰ ਛੱਡ ਕੇ ਪੱਕੇ ਤੌਰ 'ਤੇ ਸਹੁਰੇ ਚਲੇ ਜਾਣਾ। ਪਹਿਲਾਂ ਤਾਂ ਆਨੰਦ ਕਾਰਜ ਹੁੰਦਾ ਸੀ ਛੋਟੀ ਉਮਰ 'ਚ ਲੜਕੀਆਂ ਦਾ, ਅਤੇ ਉਹਨੂੰ ਦੱਸ ਦਿੱਤਾ ਜਾਂਦਾ ਸੀ ਕਿ ਤੇਰਾ ਸਹੁਰਾ ਪਰਿਵਾਰ ਫਲਾਣੇ ਸ਼ਹਿਰ ਵੱਸਦਾ, ਪਿੰਡ ਵੱਸਦਾ, ਅਤੇ ਹੁਣ ਤੂੰ ਤਿਆਰੀ ਕਰ ਉਸ ਘਰ ਜਾਣ ਵਾਸਤੇ, ਸਾਰਾ ਕੁਝ ਸਿੱਖ ਲਾ। ਉਹ ਕੁਝ ਸਾਲਾਂ ਸਿੱਖਦੀ ਸੀ, ਫਿਰ ਉਹ ਉੱਥੇ ਜਾਣ ਦੇ ਯੋਗ ਹੋ ਜਾਂਦੀ ਸੀ, ਅਤੇ ਫਿਰ ਪਤੀ ਮੁਕਲਾਵਾ ਲੈਣ ਵਾਸਤੇ ਆਉਂਦਾ ਸੀ। ਇਸ ਤਰ੍ਹਾਂ ਹਜ਼ੂਰ ਦ੍ਰਿਸ਼ਟਾਂਤ ਦੇ ਰਹੇ ਨੇ। ਸਾਰੀਆਂ ਇਹ ਜੀਵ ਰੂਪ ਇਸਤਰੀਆਂ ਨੇ ਮੁਕਲਾਵੇ ਜਾਣਾ ਹੈ। ਸਭਨਾ ਸਹੁਰੈ ਵੰਝਣਾ ਸਭ ਮੁਕਲਾਵਣ ਹਾਰ। ਸਾਰੀਆਂ ਮੁਕਲਾਵਾ ਤੁਰਨ ਦੇ ਅਨੁਸਾਰ ਹਨ। ਮੁਕਲਾਵਾ ਤੁਰਦਾ ਹੈ, ਮੁਕਲਾਵੇ ਜਾਂਦੀਆਂ ਹਨ। ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਉਹ ਵਿਆਹੀਆਂ ਵਰੀਆਂ ਸੁਹਾਗਵੰਤੀਆਂ ਧਨ ਹਨ, ਜਿਨ ਸਹਿ ਨਾਲ ਪਿਆਰ, ਜਿਨ੍ਹਾਂ ਦਾ ਵਾਹਿਗੁਰੂ ਪਤੀ ਪਰਮਾਤਮਾ ਨਾਲ ਪਿਆਰ ਹੈ। ਜਾਣਾ ਤਾਂ ਸਭ ਨੇ ਪ੍ਰਲੋਕ ਨੂੰ ਹੈ, ਪਰ ਵਾਹਿਗੁਰੂ ਨਾਲ ਜਿਨ੍ਹਾਂ ਨੇ ਪ੍ਰੇਮ ਰੱਖਿਆ ਉਹ ਧਨਤਾ ਦੇ ਯੋਗ ਨੇ, ਸਤਿਕਾਰੀਆਂ ਜਾਣਗੀਆਂ, ਧਨ ਧਨ ਹੋਵੇਗੀ, ਸੋਭਾ ਮਿਲੇਗੀ, ਜਿਨ੍ਹਾਂ ਦਾ ਆਪਣੇ ਪਤੀ ਵਾਹਿਗੁਰੂ ਪਰਮਾਤਮਾ ਨਾਲ ਪਿਆਰ ਹੈ। ਜੋ ਪਿਆਰ ਤੋਂ ਸਖਣੀਆਂ ਹਨ ਉਹ ਜਮਾਂ ਦੇ ਵੱਸ ਪੈਣਗੀਆਂ। ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਛੇਵਾਂ। ਸ੍ਰੀ ਰਾਗ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਇਸ ਰਾਗ ਦੇ ਛੇਵੇਂ ਘਰ ਸੁਰ ਤਾਲ ਅੰਦਰ ਇਹ ਸ਼ਬਦ ਉਚਾਰਦੇ ਹਨ। ਕਰਨ ਕਾਰਨ ਏਕ ਉਹੀ ਜਿਨ ਕੀਆ ਆਕਾਰ। ਇੱਕ ਕਾਰਜ ਹੁੰਦਾ, ਇੱਕ ਕਾਰਨ ਹੁੰਦਾ। ਕਾਰਨ ਦਾ ਅਰਥ ਹੈ ਸਬੱਬ, ਢੰਗ, ਤਰੀਕਾ, ਵਜ੍ਹਾ, ਵਿਧੀ, ਜਿਸ ਤਰ੍ਹਾਂ ਉਹ ਕਾਰਜ ਹੋਇਆ। ਕਾਰਨ ਦਾ ਅਰਥ ਹੈ ਮੂਲ ਰੂਪ। ਮੂਲ ਕਾਰਜ ਦਾ ਮੂਲ ਕੀ ਹੈ? ਪਰਮਾਤਮਾ ਹੈ। ਅਤੇ ਕਰਨ ਜਿਹੜਾ ਉਹਨੇ ਕੀਤਾ ਹੈ ਜਗਤ ਪੈਦਾ। ਸੋ ਇਸ ਤਰ੍ਹਾਂ ਜਗਤ ਦਾ ਮੂਲ ਕਾਰਨ ਵੀ ਇੱਕੋ ਪਰਮਾਤਮਾ ਹੈ। ਸਭ ਕੁਝ ਕਰਨ ਵਾਲਾ ਪਹਿਲਾਂ ਵੀ, ਹੁਣ ਵੀ ਅਤੇ ਅੱਗੇ ਨੂੰ ਵੀ ਵਾਹਿਗੁਰੂ ਹੋਵੇਗਾ। ਇਹ ਜਿਹੜਾ ਉਹਦਾ ਕੀਤਾ ਹੋਇਆ ਕਾਰਜ ਜਗਤ, ਇਹ ਵੀ ਉਹ ਆਪ ਹੀ ਹੈ, ਇਹਦੇ ਵਿੱਚ ਸਮਾਇਆ ਹੋਇਆ ਨਾ। ਜਿਨ ਕੀ ਆਕਾਰ, ਜਿਹਨੇ ਸਾਰਾ ਆਕਾਰ ਬਣਾਇਆ, ਸਾਰੀ ਕੁਦਰਤ ਬਣਾਈ ਹੈ, ਉਹ ਇੱਕ ਹੈ। ਉਹੀ ਜਦੋਂ ਸ੍ਰਿਸ਼ਟੀ ਨਹੀਂ ਸੀ ਸਾਜੀ, ਜਦੋਂ ਉਹ ਸੀ, ਉਹੀ ਹੋਣਾ। ਤਿਸਹਿ ਧਿਆਵੋ ਮਨ ਮੇਰੇ ਸਰਬ ਕੋ ਆਧਾਰ। ਆਪਣੇ ਮਨ ਨੂੰ ਸਮਝਾਉਂਦੇ ਹੋਏ ਸਤਿਗੁਰੂ ਸਾਨੂੰ ਉਪਦੇਸ਼ ਦੇ ਰਹੇ ਨੇ, ਮਨ ਨੂੰ ਸਮਝਾਉਣ ਲਈ ਵੀ ਮਨਾ ਤਿਸ ਪਰਮਾਤਮਾ ਨੂੰ ਧਿਆ ਸਦਾ ਹੀ, ਜੋ ਸਰਬ ਕੋ ਆਧਾਰ, ਸਾਰਿਆਂ ਦਾ ਆਸਰਾ ਰੂਪ ਹੈ। ਅਸੀਂ ਆਸਰੇ ਹੋਰ ਸਮਝ ਲੈਂਦੇ ਹਾਂ, ਪਰ ਵਿਚਾਰੋ ਵੀ ਇਸ ਦੇਹ ਦਾ ਆਸਰਾ ਸਵਾਸ ਨੇ, ਅਤੇ ਸਵਾਸਾਂ ਦਾ ਆਸਰਾ ਵਾਹਿਗੁਰੂ ਹੈ। ਪਰਮਾਤਮਾ ਦੇ ਹੁਕਮ ਤੋਂ ਬਗੈਰ ਤਾਂ ਸਾਹ ਚੱਲ ਹੀ ਨਹੀਂ ਸਕਦਾ। ਇਸ ਵਾਸਤੇ ਸਭ ਦਾ ਆਸਰਾ ਪਰਮਾਤਮਾ ਹੈ। ਉਸਨੂੰ ਹੇ ਮੇਰੇ ਮਨਾ ਧਿਆਉਣਾ ਕਰ, ਧਿਆਨ ਧਰ, ਸਿਮਰ ਅਰਾਧ। ਗੁਰ ਕੇ ਚਰਨ ਮਨ ਮੈਂ ਧਿਆਏ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਕਹਿ ਰਹੇ ਨੇ, ਸਤਿਗੁਰੂ ਮਹਾਰਾਜ ਦੇ ਜੋ ਮੁਬਾਰਕ ਚਰਨ ਹਨ, ਪਵਿੱਤਰ ਚਰਨ ਹਨ, ਵਿਕਾਰਾਂ ਔਗੁਣਾਂ ਦੋਸ਼ਾਂ ਦੀ ਮੈਲ ਤੋਂ ਰਹਿਤ ਜਿਹੜੇ ਚਰਨ ਹਨ, ਉਹਨਾਂ ਚਰਨਾਂ ਨੂੰ, ਸ਼ਬਦ ਰੂਪੀ ਚਰਨਾਂ ਨੂੰ, ਨਾਮ ਰੂਪ ਚਰਨਾਂ ਨੂੰ ਮਨ ਅੰਦਰ ਧਿਆ, ਮਨ ਅੰਦਰ ਸਿਮਰ। ਛੋੜ ਸਗਲ ਸਿਆਣਪਾ ਸਾਚ ਸ਼ਬਦ ਲਿਵ ਲਾਏ। ਆਪਣੀਆਂ ਚਤੁਰਾਈਆਂ, ਸਿਆਣਪਾਂ, ਹੀਲ ਹੁਜਤ, ਹਿਕਮਤਾਂ ਛੱਡ ਦੇ ਮਨਾ। ਗੁਰੂ ਦੇ ਸ਼ਬਦ ਰਾਹੀਂ ਸੱਚ ਸਰੂਪ ਵਾਹਿਗੁਰੂ ਪਰਮਾਤਮਾ ਵਿੱਚ ਸੁਰਤ ਨੂੰ ਜੋੜ। ਸਾਚ ਸ਼ਬਦ ਲਿਵ ਲਾਏ। ਰਹਾਓ
ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰਮੰਤਰ ਹਿਰਦੈ ਹੋਏ। ਮਨੁੱਖ ਦੀ ਇਹ ਇੱਛਾ ਤਾਂ ਹੈ ਕਿ ਮੈਨੂੰ ਕੋਈ ਦੁੱਖ ਨਾ ਵਿਆਪੇ, ਕੋਈ ਕਲੇਸ਼ ਨਾ ਵਿਆਪੇ, ਕਿਸੇ ਤਰ੍ਹਾਂ ਦਾ ਡਰ ਨਾ ਰਹੇ। ਪਰ ਇਹ ਚੀਜ਼ਾਂ ਪ੍ਰਾਪਤ ਕਰਨ ਲਈ ਤਰੀਕੇ ਹੋਰ ਵਰਤਦਾ। ਬੇਸਮਝ ਹੈ, ਅਗਿਆਨੀ ਹੈ, ਤੇ ਸਤਿਗੁਰੂ ਜੀ ਗਿਆਨ ਬਖਸ਼ ਰਹੇ ਨੇ ਕਿ ਜੇ ਗੁਰੂ ਦਾ ਬਖਸ਼ਿਆ ਹੋਇਆ ਮੰਤਰ ਉਪਦੇਸ਼ ਜਾਂ ਗੁਰਮੰਤਰ ਵਾਹਿਗੁਰੂ 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 ਗੁਰਮੰਤਰ ਹੈ, ਜਪ ਹਉਮੈ ਖੋਈ, ਵੇਦ ਕਤੇਬ ਅਗੋਚਰਾ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਜੇ ਹਿਰਦੇ ਦੇ ਅੰਦਰ ਗੁਰਮੰਤਰ ਹੋਵੇ ਤਾਂ ਫਿਰ ਨਾ ਕਿਸੇ ਤਰ੍ਹਾਂ ਦਾ ਦੁੱਖ ਕਲੇਸ਼, ਦੁੱਖ ਪਰਮਾਤਮਾ ਤੋਂ ਵਿਛੋੜਾ, ਕਲੇਸ਼ 5 ਤਰ੍ਹਾਂ ਦੇ ਹੁੰਦੇ, ਰਾਗ ਦਵੈਸ਼ ਅਭਿਨਵੇਸ਼ ਅਵਿਦਿਆ ਅਸਮਤਾ, ਇਹ 5 ਕਲੇਸ਼ ਮੰਨੇ ਨੇ। ਭਉ ਡਰ 7 ਪ੍ਰਕਾਰ ਦਾ ਮੰਨਿਆ ਹੈ। ਯਹ ਭੈ ਪ੍ਰਲੋਕ ਭੈ, ਜਨਮ ਵੇਦਨਾ ਜਾਤ, ਅਨਰਖਿਆ ਗੁਪਤ ਭੈ, ਅਕਸਮਾਤਰ ਭੈ ਸਾਤ। ਇਹ ਦੁਨਿਆਵੀ ਡਰ, ਜੰਮਣ ਦਾ ਤੇ ਮਰਨ ਦਾ ਡਰ, ਭੂਤਾਂ ਪ੍ਰੇਤਾਂ ਦਾ ਡਰ, ਇਸ ਦੁਨੀਆ ਤੇ ਆਉਣ ਦਾ ਡਰ, ਜਾਣ ਦਾ ਡਰ, ਤੇ ਛੋਟੇ ਛੋਟੇ ਡਰ, ਹਨੇਰੇ ਰੱਸੀ ਪਈ ਹੋਈ ਤੇ ਸੱਪ ਜਾਣ ਕੇ ਡਰ ਜਾਣਾ, ਇਕੱਲਿਆਂ ਹੋਣਾ ਹਨੇਰੇ ਵਿੱਚ, ਉੱਥੇ ਡਰ ਜਾਣਾ ਪੱਤਾ ਹਿੱਲਣ ਤੋਂ ਵੀ। ਇਹ ਤੇ ਆਦਿ ਕਈ ਤਰ੍ਹਾਂ ਦੇ ਡਰ ਨੇ। ਵੈਸੇ 7 ਤਰ੍ਹਾਂ ਦਾ ਡਰ ਮੰਨਿਆ ਹੈ। ਇਹ ਨਹੀਂ ਫਿਰ ਵਿਆਪਦਾ ਹੈ, ਨਾ ਦੁੱਖ ਨਾ ਕਲੇਸ਼ ਨਾ ਡਰ ਤੇਰੇ ਤੇ ਅਸਰ ਪਾਉਂਦਾ ਜੇ ਗੁਰਮੰਤਰ ਹਿਰਦਾ ਹੋਏ। ਜੇ ਸਤਿਗੁਰੂ ਦਾ ਬਖਸ਼ਿਆ ਹੋਇਆ ਗੁਰਮੰਤਰ ਅਥਵਾ ਮੰਤਰ ਉਪਦੇਸ਼ ਹਿਰਦੇ 'ਚ ਹੋਏ ਤਾਂ ਫਿਰ ਇਹ ਚੀਜ਼ਾਂ ਨਹੀਂ ਵਿਆਪਦੀਆਂ। ਕੋਟ ਯਤਨਾ ਕਰ ਰਹੇ, ਗੁਰਬਿਨ ਤਰਿਓ ਨਾ ਕੋਏ। ਕਰੋੜਾਂ ਯਤਨ ਕਰ ਕਰਕੇ ਥੱਕ ਗਏ ਲੋਕ ਕਿ ਇਹਨਾਂ ਦੁੱਖਾਂ ਕਲੇਸ਼ਾਂ ਡਰਾਂ ਤੋਂ ਉੱਪਰ ਲੰਘ ਜਾਈਏ, ਤਰ ਜਾਈਏ, ਸਾਡੇ ਤੇ ਅਸਰ ਨਾ ਪਾਉਣ। ਯੋਗਾ ਅਭਿਆਸ ਕਰ ਵੇਖਿਆ, ਦਾਨ ਪੁੰਨ ਕਰ ਵੇਖਿਆ, ਤਪੱਸਿਆ ਕਰ ਵੇਖੀ, ਤੀਰਥਾਂ ਦੇ ਇਸ਼ਨਾਨ ਕਰ ਵੇਖੇ, ਪਰ ਫਿਰ ਵੀ ਇਹ ਸੰਸਾਰ ਤੋਂ ਤਰ ਨਾ ਸਕੇ। ਕੋਟ ਯਤਨਾ ਕਰ ਰਹੇ, ਗੁਰਬਿਨ ਤਰਿਓ ਨਾ ਕੋਏ। ਗੁਰੂ ਤੋਂ ਬਗੈਰ ਕੋਈ ਨਹੀਂ ਤਰਿਆ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦਾ ਵੇਦ ਬਿਆਸੈ ਕੋਏ। ਜਿੰਨੇ ਵੀ ਲੋਕ ਹੋਏ ਨੇ, ਪੂਰਨ ਗੁਰੂ ਤੋਂ ਬਗੈਰ, ਜਿਹੜਾ ਆਪ ਬ੍ਰਹਮਨੇਸ਼ਟੀ ਬ੍ਰਹਮ ਸਰੋਤਰੀ ਆਪ ਤਰਿਆ ਹੋਇਆ ਹੈ, ਉਸ ਗੁਰੂ ਤੋਂ ਬਗੈਰ ਸੰਸਾਰ ਸਮੁੰਦਰ ਤੋਂ ਤਰਿਆ ਨਹੀਂ ਜਾ ਸਕਦਾ। ਦੇਖ ਦਰਸ਼ਨ ਮਨ ਸਾਧਾਰੈ, ਪਾਪ ਸਗਲੇ ਜਾਹੇ। ਸਤਿਗੁਰੂ ਦਾ ਦਰਸ਼ਨ ਦੇਖ ਕਰਕੇ ਤੇ ਸਤਿਗੁਰੂ ਦੇ ਤੋਂ ਪ੍ਰਭਾਵਿਤ ਹੋ ਕੇ ਜੋ ਉਪਦੇਸ਼ ਲੈ ਕੇ ਆਪਣੇ ਮਨ ਨੂੰ ਸੁਧਾਰ ਲੈਂਦਾ, ਤੇ ਸਾਧਾਰੈ ਦਾ ਅਰਥ ਕੀਤਾ ਸਹਿਤ ਆਸਰੇ ਦੇ ਕਰ ਲੈਂਦਾ, ਆਪਣਾ ਮਨ ਆਸਰੇ ਦੇ ਸਹਿਤ ਕਰ ਲੈਂਦਾ, ਪਾਪ ਸਗਲੇ ਜਾਹੇ, ਉਹਦੇ ਸਾਰੇ ਪਾਪ ਚਲੇ ਜਾਂਦੇ ਹਨ। ਹਉ ਤਿਨ ਕੈ ਬਲਿਹਾਰਣਾ, ਜੇ ਗੁਰ ਕੀ ਪੈਰੀ ਪਾਹੇ। ਮੈਂ ਉਹਨਾਂ ਤੋਂ ਬਲਿਹਾਰ ਸਦਕੇ ਕੁਰਬਾਨ ਜਾਂਦਾ ਹਾਂ ਜਿਹੜੇ ਆਪਣੇ ਆਪ ਨੂੰ ਸਤਿਗੁਰਾਂ ਦੇ ਪੈਰੀਂ ਚਰਨੀ ਪਾ ਲੈਂਦੇ ਨੇ। ਜੋ ਸਤਿਗੁਰੂ ਦੀ ਚਰਨੀ ਪੈ ਜਾਂਦੇ ਹਨ, ਆਪਣਾ ਆਪ ਸਤਿਗੁਰੂ ਦੇ ਚਰਨੀ ਸੁੱਟ ਦਿੰਦੇ ਹਨ। ਦਰਸ਼ਨ ਵੇਖ ਕੇ ਤੇ ਸਤਿਗੁਰੂ ਨੂੰ ਮਹਾਨ ਜਾਣ ਕੇ, ਪ੍ਰਮਾਤਮਾ ਦਾ ਰੂਪ ਜਾਣ ਕੇ ਆਪਣਾ ਆਪ ਚਰਨੀ ਨਿਸ਼ਾਵਰ ਕਰ ਦਿੰਦੇ ਨੇ, ਉਹਨਾਂ ਤੋਂ ਬਲਿਹਾਰ ਸਦਕੇ ਜਾਂਦੇ ਹਨ। ਸਾਧ ਸੰਗਤ ਮਨ ਵਸੈ, ਸਾਚ ਹਰ ਕਾ ਨਾਉ। ਹਜ਼ੂਰ ਫਰਮਾਉਂਦੇ ਨੇ ਕਿ ਜੋ ਸੱਚ ਸਰੂਪ ਹੈ, ਸਦਾ ਸਥਿਰ ਹੈ ਵਾਹਿਗੁਰੂ, ਕਾਇਮ ਦਾਇਮ ਹਸਤੀ ਹੈ, ਐਸੇ ਹਰੀ ਦਾ ਨਾਮ ਮਨ 'ਚ ਕਿਵੇਂ ਵਸਦਾ ਜੀ? ਸਾਧ ਸੰਗਤ ਦੁਆਰਾ। ਸਾਧ ਸੁਧਰੇ ਹੋਏ ਮਨ ਵਾਲੇ। ਇੱਕ ਹੁੰਦੀ ਹੈ ਸੰਗਤ, ਕੁਝ ਲੋਕਾਂ ਦਾ ਆਮ ਇਕੱਠ ਹੋਣਾ, ਨਾ ਲਾਭ ਤੇ ਨਾ ਹਾਨੀ ਜਿੱਥੇ ਮਿਲਿਆ ਹੋਏ। ਇੱਕ ਕੁਸੰਗਤ ਹੁੰਦੀ ਜਿੱਥੇ ਜਾ ਕੇ ਹਾਨੀ ਹੀ ਹਾਨੀ, ਨੁਕਸਾਨ ਹੀ ਨੁਕਸਾਨ, ਮਨ ਦੀ ਅਵਸਥਾ ਨੀਵੀਂ ਡਿੱਗ ਪੈਂਦੀ। ਇੱਕ ਹੈ ਸਾਧ ਸੰਗਤ, 2-4 ਸਿੱਖ ਵੀ ਬੰਦਗੀ ਕਰਨ ਵਾਲੇ ਮਿਲ ਪੈਣ, ਜਿਵੇਂ ਭਾਈ ਗੁਰਦਾਸ ਨੇ ਕਿਹਾ, ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। 2 ਸਿੱਖ ਵੀ ਮਿਲ ਪੈਣ ਤੇ ਮਨ ਨੂੰ ਸਾਧ ਸੰਗਤ ਹੋਣ ਲੱਗ ਪੈਂਦੀ। ਰੱਬ ਦੀਆਂ ਗੱਲਾਂ ਕਰਨ ਵਾਲੇ ਲੋਕ ਸਾਧ ਜਾਂ ਸੁਧਰੇ ਹੋਏ ਮਨ ਵਾਲੇ ਸਾਧੂ ਸ੍ਰੇਸ਼ਟ ਜਨ, ਜਿਹਨਾਂ ਮਨ ਸਾਧਿਆ ਆ। ਇੱਕ ਸਤ ਸੰਗਤ ਹੁੰਦੀ, ਸਤ ਅਸਤ ਦੀ ਜਿੱਥੇ ਵਿਚਾਰ ਹੋਵੇ, ਗੁਰੂ ਸ਼ਬਦ ਦੀ ਸੰਗਤ ਔਰ ਰੱਬ ਦੇ ਪਿਆਰਿਆਂ ਦੀ ਸੰਗਤ ਔਰ ਜਗਿਆਸੂਆਂ ਦੀ ਇਕੱਠੀ ਹੋਈ ਸੰਗਤ, ਜਿੱਥੇ ਸਤ ਸੰਤੋਖ ਆਦਿ ਸਤ ਅਸਤ ਦੀ ਵਿਚਾਰ ਹੁੰਦੀ ਹੈ। ਇਸ ਤਰ੍ਹਾਂ ਸਾਧ ਸੰਗਤ 'ਚ ਮਿਲਿਆ ਸੱਚ ਸਰੂਪ ਹਰੀ ਦਾ ਸੱਚਾ ਨਾਮ ਮਨ ਵਿੱਚ ਵਸਦਾ ਹੈ। ਸੇ ਵੱਡ ਭਾਗੀ ਨਾਨਕਾ, ਜਿਨ੍ਹਾਂ ਮਨ ਇਹੋ ਭਾਉ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਉਹ ਵੱਡ ਭਾਗੀ ਹਨ। ਬਚਨ ਹਨ, ਵੱਡ ਭਾਗੀ ਤੇ ਜਨ ਕੋ ਜਾਨੋ, ਜੋ ਹਰ ਕੇ ਗੁਣ ਗਾਵੇ।
ਰੱਬ ਦੇ ਗੁਣ ਗਾਉਣ ਵਾਲਾ ਵਡਭਾਗੀ ਆ। ਸੇ ਵਡਭਾਗੀ ਬਹੁਵਚਨ ਹੈ, ਉਹ ਵਡਭਾਗੀ ਹਨ ਜਿਨ੍ਹਾਂ ਮਨ ਇਹ ਭਾਵ, ਜਿਨ੍ਹਾਂ ਦੇ ਮਨ ਵਿੱਚ ਇਹ ਸਾਧ ਸੰਗਤ 'ਚ ਮਿਲਣ ਦਾ, ਨਾਮ ਜਪਣ ਦਾ ਭਾਵ ਹੈ, ਪ੍ਰੇਮ ਹੈ, ਭਾਵਨੀ ਹੈ। ਸਾਧ ਸੰਗਤ ਕਰਨ ਦੀ ਜਿਨ੍ਹਾਂ ਦੇ ਮਨ 'ਚ ਭਾਵਨੀ ਹੈ, ਹਜ਼ੂਰ ਕਹਿੰਦੇ ਨੇ ਉਹ ਵੱਡਿਆਂ ਭਾਗਾਂ ਵਾਲੇ ਹਨ। ਸ੍ਰੀ ਰਾਗ ਮਹੱਲਾ ਪੰਜਵਾਂ। ਪੰਚਮ ਗੁਰਦੇਵ ਸਤਿਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰਦੇ ਹਨ। ਸੰਚ ਹਰ ਧਨ ਪੂਜ ਸਤਿਗੁਰ ਛੋੜ ਸਗਲ ਵਿਕਾਰ। ਸੰਚਣਾ ਹੁੰਦਾ ਇਕੱਠਾ ਕਰਨਾ। ਇਕੱਠਾ ਜਿਵੇਂ ਧਨ ਇਕੱਠਾ ਕੀਤਾ ਜਾਂਦਾ, ਦੋ ਪੈਸੇ ਜੋੜ ਕੇ ਰੁਪਈਆ ਡਾਲਰ ਜੋੜ ਕੇ ਲੋਕ ਇਕੱਠਾ ਕਰਨ, ਸੋ ਇਸ ਪ੍ਰਕਾਰ ਪੂੰਜੀ ਜਮ੍ਹਾਂ ਕਰੀ ਜਾਣੀ। ਇਸੇ ਤਰ੍ਹਾਂ ਜਿਵੇਂ ਕੋਈ ਵਿੱਦਿਆ ਇਕੱਠੀ ਕਰਦਾ, ਪਹਿਲਾਂ ਬੱਚੇ ਨੂੰ ਸਕੂਲ 'ਚ ਪੜ੍ਹਨ ਪਾਇਆ ਜਾਂਦਾ, ਪਾਠਸ਼ਾਲਾ 'ਚ 2-4 ਅੱਖਰ ਸਿੱਖਦਾ, ਸਹਿਜੇ ਸਾਰੀ ਉਹ ਜਿਹੜੀ ਆਪਣਾ ਅੱਖਰ ਹਨ, ਵਰਣਮਾਲਾ ਹੈ, ਅਲਫਾਬੈਟ ਹੈ, ਉਸ ਨੂੰ ਸਾਰੇ ਅੱਖਰਾਂ ਨੂੰ ਪਛਾਣਦਾ, ਸਮਝ ਆ ਜਾਂਦੀ ਕਿ ਇਹ ਫਲਾਣਾ ਅੱਖਰ ਹੈ। ਫਿਰ ਜਿਵੇਂ ਗੁਰਮੁਖੀ ਜਾਂ ਹਿੰਦੀ 'ਚ ਲਗਾ ਮਾਤਰਾ ਸਿੱਖਦਾ, ਫਿਰ ਜੋੜ ਕਰਨੇ ਸਿੱਖਦਾ ਹੈ, ਉਹਨਾਂ ਦਾ ਉਚਾਰਨ ਕਰਨਾ ਸਿੱਖਦਾ ਹੈ। ਸਹਿਜੇ ਕੁਝ ਸਾਲਾਂ 'ਚ ਕਿਤਾਬਾਂ ਯਾਦ ਕਰ ਲੈਂਦਾ। ਇਹ ਹੈ ਵਿੱਦਿਆ ਦਾ ਧਨ ਇਕੱਠਾ ਕਰਨਾ। ਇਸੇ ਤਰ੍ਹਾਂ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਕਹਿੰਦੇ ਨੇ ਕਿ ਅਸੀਂ ਸੰਸਾਰੀ ਲੋਕ ਇਹ ਬਹਾਨਾ ਬਣਾਉਂਦੇ ਹਾਂ ਕਿ ਸਾਡੇ ਕੋਲ ਸਮਾਂ ਨਹੀਂ, ਅਸੀਂ ਗ੍ਰਸਤੀ ਹਾਂ ਜੀ, ਸਮਾਂ ਨਹੀਂ। ਭਾਈ ਸਾਹਿਬ ਕਹਿੰਦੇ ਨੇ ਕਾਰੋਬਾਰ ਕਰਦਿਆਂ ਵੀ ਕੁਛ ਸਮਾਂ ਵਿਹਲ ਦਾ ਮਿਲਦਾ ਹੈ, ਅਤੇ ਉਹਨਾਂ ਵਿਹਲਾਂ ਨੂੰ ਖਰਾਬ ਨਹੀਂ ਕਰਨਾ ਚਾਹੀਦਾ, ਅਜਾਈਂ ਨਹੀਂ ਗਵਾਉਣਾ ਚਾਹੀਦਾ। ਫਰਜ਼ ਕਰੋ ਕੋਈ ਦੁਕਾਨਦਾਰ ਹੈ ਅਤੇ ਵਿਹਲਾ ਬੈਠਾ ਹੈ ਅਤੇ ਰੱਬ ਦਾ ਨਾਮ ਜਪੀ ਜਾਏ। ਗਾਹਕ ਆਇਆ ਹੈ, ਗਾਹਕ ਵਣਜਿਆ, ਗਾਹਕ ਚਲਾ ਗਿਆ ਸੌਦਾ ਲੈ ਕੇ, ਫਿਰ ਵਾਹਿਗੁਰੂ ਕਰੀ ਜਾਏ। ਇਸ ਤਰ੍ਹਾਂ ਇਹ ਪਰਚੂਨ ਫਿਰ ਇਕੱਠਾ ਹੋ ਕੇ ਥੋਕ ਬਣਦਾ। ਜਿਵੇਂ ਥੋੜ੍ਹੀ ਚੀਜ਼ ਇਕੱਠੀ ਹੋ ਕੇ ਥੋਕ ਬਣ ਜਾਂਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਹਿਰਦੇ 'ਚ ਫਿਰ ਜਮ੍ਹਾਂ ਹੋ ਜਾਂਦਾ। ਇਹਦੇ ਨਾਲ ਕਲਿਆਣ ਹੁੰਦੀ ਹੈ। ਸੰਚ ਹਰ ਧਨ। ਮਹਾਰਾਜ ਕਹਿੰਦੇ ਇਸ ਦੁਨੀਆ 'ਤੇ ਆਇਆ ਜਿਹੜਾ ਪਦਾਰਥਾਂ ਦਾ ਧਨ ਹੈ, ਮਾਲ ਸਬਾਬ ਅਤੇ ਦਮੜੇ, ਇਸ ਧਨ ਨੂੰ ਇਕੱਠਾ ਕਰਨ 'ਚ ਦਿਨੇ ਰਾਤ ਬੜੀ ਸ਼ਿੱਦਤ ਨਾਲ ਲੱਗਾ ਹੈ। ਜਿੰਨੀ ਸ਼ਿੱਦਤ ਨਾਲ, ਜਿੰਨੀ ਪਕੜ ਜਕੜ ਨਾਲ ਦੁਨਿਆਵੀ ਧਨ ਇਕੱਠਾ ਕਰਨ ਵਿੱਚ ਅਸੀਂ ਲੱਗਦੇ ਹਾਂ, ਰੱਬ ਦਾ ਨਾਮ ਇਕੱਠਾ ਕਰਨ ਵਿੱਚ ਅਸੀਂ ਨਹੀਂ ਲੱਗਦੇ। ਇਹ ਹੈ ਅਗਿਆਨਤਾ। ਸਤਿਗੁਰੂ ਕਹਿੰਦੇ ਨੇ ਕਿ ਸੰਚ ਹਰ ਧਨ, ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦਾ ਧਨ ਇਕੱਠਾ ਕਰ। ਰਾਮ ਨਾਮ ਧਨ ਕਰ ਸੰਚਾਉਣੀ, ਸੋ ਧਨ ਕਤ ਹੀ ਨ ਜਾਵੇ। ਇਸ ਧਨ ਕੋ ਚੱਕਾ ਨੇੜ ਨਾ ਆਵੇ, ਜਮ ਜਾਗਾਤੀ ਡੰਡ ਨਾ ਲਗਾਵੇ। ਇਹ ਧਨ ਅਗਨੀ ਤਸਕਰੈ ਪਾਣੀਐ, ਜਮਦੂਤੈ ਕਿਸੇ ਕਾ ਗਵਾਇਆ ਨਾ ਜਾਈ। ਜੋ ਹਜ਼ੂਰ ਨੇ ਬਚਨ ਕੀਤਾ ਨੇ। ਕਾਚਾ ਧਨ ਸੰਚਹਿ ਮੂਰਖ ਗਵਾਰ। ਸੋ ਇਸ ਪ੍ਰਕਾਰ ਜਿਹੜੇ ਮੂਰਖ ਤੇ ਗਵਾਰ ਬਸਮਝ ਹਨ, ਕੱਚਾ ਧਨ ਇਕੱਠਾ ਕਰਨ 'ਚ ਲੱਗੇ ਹੋਏ ਨੇ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨਿਆਵੈ ਜਾਏ। ਸੋ ਹਜ਼ੂਰ ਕਹਿੰਦੇ ਨੇ ਹਰੀ ਦੇ ਨਾਮ ਦਾ ਧਨ ਸੱਜਣਾ ਸੰਚ ਲੈ, ਇਕੱਠਾ ਕਰ ਲੈ ਅਤੇ ਪੂਜ ਸਤਿਗੁਰ। ਇਕੱਠਾ ਕਿਵੇਂ ਹੋਣਾ? ਸਤਿਗੁਰੂ ਦੀ ਪੂਜਾ ਕਰਕੇ, ਸਤਿਗੁਰੂ ਦਾ ਆਦਰ ਸਤਿਕਾਰ, ਸਤਿਗੁਰੂ ਦੇ ਪ੍ਰਤੀ ਸ਼ਰਧਾ ਭਾਵਨਾ ਰੱਖ ਕੇ ਨਾ, ਫਿਰ ਸਤਿਗੁਰੂ ਦੇ ਪਾਸੋਂ ਤੈਨੂੰ ਇਹ ਨਾਮ ਧਨ ਮਿਲੇਗਾ, ਫਿਰ ਤੇਰੇ ਹਿਰਦੇ 'ਚ ਇਕੱਠਾ ਹੋਏਗਾ। ਪੂਜ ਦੇ ਜੱਜੇ ਨੂੰ ਸਿਹਾਰੀ ਹੈ। ਸਤਿਗੁਰੂ ਦੀ ਪੂਜਾ ਕਰਕੇ, ਜਿਹਨੇ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਸਤਿਗੁਰੂ ਨੂੰ ਪੂਜਿਆ, ਹਰੀ ਨੇ ਉਹਨਾਂ ਦੀ ਪੂਜਾ ਕਰਾਈ ਹੈ। ਔਰ ਕਿਉਂਕਿ ਸਤਿਗੁਰੂ ਦੇ ਪਾਸੋਂ ਇਹ ਹਰੀ ਦਾ ਧਨ, ਨਾਮ ਦਾ ਧਨ ਮਿਲੇਗਾ, ਤੇਰੇ ਹਿਰਦੇ ਜਮ੍ਹਾਂ ਹੋ ਜਾਏਗਾ। ਇੰਝ ਸਤਿਗੁਰੂ ਦੀ ਪੂਜਾ ਕਰ ਅਤੇ ਸਤਿਗੁਰੂ ਦੀ ਜਿਵੇਂ ਸੇਵਾ ਭਗਤੀ ਕਰੇਗਾ, ਸਤਿਕਾਰ ਕਰੇਗਾ, ਬਖਸ਼ਿਸ਼ਾਂ ਦਾ ਮੀਂਹ ਵਰੇਗਾ, ਵਾਹਿਗੁਰੂ ਪ੍ਰਸੰਨ ਹੋਵੇਗਾ। ਅਤੇ ਜਿੱਤੇ ਵਾਹਿਗੁਰੂ ਪ੍ਰਸੰਨ ਹੁੰਦਾ, ਉਹਨੂੰ ਆਪਣਾ ਨਾਮ ਬਖਸ਼ਦਾ ਹੈ। ਛੋੜ ਸਗਲ ਵਿਕਾਰ। ਸਤਿਗੁਰੂ ਦਾ ਭੈ ਅਦਬ ਰੱਖ ਕੇ ਮਨ 'ਚ ਸਾਰੇ ਵਿਕਾਰ ਛੱਡ ਦੇ। ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਤੋਂ ਆਪਣਾ ਪਿੱਛਾ ਛੁਡਾ ਲਾ। ਇਹਨਾਂ ਦੇ ਸੰਗਤ ਦਾ ਤਿਆਗ ਕਰ ਦੇ। ਜਿਨ ਤੂੰ ਸਾਜ ਸਵਾਰਿਆ, ਜਿਸ ਪਰਮਾਤਮਾ ਨੇ ਤੂੰ ਸਾਜਿਆ ਹੈ, ਜਿਸ ਵਾਹਿਗੁਰੂ ਨੇ ਤੈਨੂੰ ਸਾਜਿਆ, ਭਾਵ ਰਕਤ ਬਿੰਦ ਕਰ ਨਿੰਮਿਆ ਅਗਨ ਉਦਰ ਮਝਾਰ। ਮਾਂ ਦੇ ਪੇਟ ਦੀ ਅੱਗ ਵਿੱਚ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਨਿੰਮਿਆ ਤੇਰੇ ਸਰੀਰ ਦਾ ਬਣਨਾ ਸ਼ੁਰੂ ਹੋਇਆ। ਉਰਦ ਮੁਖ ਕੁਚੀਲ ਬਿਕਲ, ਨਰਕ ਘੋਰ ਗੁਬਾਰ। ਹਰ ਸਿਮਰਤ ਤੂੰ ਨਾ ਜਲ ਹੈ ਮਨ ਤਨ ਔਰ ਧਾਰ। ਬਿਖਮ ਥਾਨੋਂ ਜਿਸ ਰੱਖਿਆ ਤਿਸ ਤਿਲ ਨਾ ਵਿਸਾਰ।
ਐਸੇ ਵਾਹਿਗੁਰੂ ਨੇ ਜਿਨੇ ਤੈਨੂੰ ਬਣਾਇਆ, ਮਾਟੀ ਤੇ ਜਨ ਸਾਜਿਆ ਕਰ ਦੁਰਲੱਭ ਦੇ। ਇਹ ਦੁਰਲੱਭ ਤੇਰੀ ਦੇਹ ਬਣਾ ਦਿੱਤੀ। ਸਾਜਿਆ ਤੇ ਫਿਰ ਸਵਾਰਿਆ, ਸਵਾਰਿਆ ਅੰਗਾਂ ਪ੍ਰਤੰਗਾਂ ਨਾਲ। ਜੇ ਅੰਗ ਪ੍ਰਤੰਗ ਸਹੀ ਨਾ ਲਾਉਂਦਾ ਰੱਬ ਤੇ ਤੂੰ ਸਵਾਰੇ ਨਹੀਂ ਸੀ ਜਾਣਾ। ਸਾਜਣਾ, ਬਣਾਉਣਾ, ਰਚਨਾ ਕਰਨੀ ਤੇ ਫਿਰ ਸਵਾਰਨਾ, ਚੰਗੀ ਤਰ੍ਹਾਂ ਟਿਕਾਣਿਓ ਟਿਕਾਣੀ ਸਾਰੇ ਅੰਗ ਪ੍ਰਤੰਗ, ਅੱਖਾਂ, ਨੱਕ, ਕੰਨ, ਸਾਰੀਆਂ ਚੀਜ਼ਾਂ ਟਿਕਾਣਿਓ ਟਿਕਾਣੀ ਲਾਈਆਂ। ਹਰ ਸਿਮਰ ਹੋਏ ਉਧਾਰ। ਐਸੇ ਹਰੀ ਪ੍ਰਮਾਤਮਾ ਦਾ ਸਿਮਰਨ ਕਰ ਇਸ ਦੇਹ ਦੁਆਰਾ, ਫਿਰ ਤੈਨੂੰ ਹੋਰ ਲਾਭ ਹੋਵੇਗਾ ਕਿ ਤੇਰਾ ਉਧਾਰ ਹੋ ਜਾਏਗਾ। ਇੱਕ ਤਾਂ ਤੇਰਾ ਫਰਜ਼ ਆ ਨਾ, ਪ੍ਰਮਾਤਮਾ ਨੇ ਜਿਹਨੂੰ ਤੈਨੂੰ ਸਾਜਿਆ ਸਵਾਰਿਆ ਉਹਦਾ ਜਸ ਗਾਉਣਾ, ਉਹਦੀ ਉਪਮਾ ਕਰਨੀ, ਉਹਦਾ ਸ਼ੁਕਰਾਨਾ ਕਰਨਾ, ਇਹ ਫਰਜ਼ ਆ ਤੇਰਾ। ਤੇ ਇਸ ਫਰਜ਼ ਦੀ ਪੂਰਤੀ ਕਰਦਿਆਂ ਹੋਇਆਂ ਤੇਰਾ ਉਧਾਰ ਵੀ ਹੋ ਜਾਏਗਾ। ਹਰ ਸਿਮਰ ਹੋਏ ਉਧਾਰ। ਜਪ ਮਨ ਨਾਮ ਏਕ ਅਪਾਰ। ਹੇ ਮੇਰੇ ਮਨਾ, ਤੂੰ ਜਪ ਇੱਕ ਪਰਮਾਤਮਾ ਦਾ ਨਾਮ ਜੋ ਅਪਾਰ ਬੇਅੰਤ ਹੈ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾਂਦਾ। ਪ੍ਰਾਨ ਮਨ ਤਨ ਜਿਨਹਿ ਦੀਆ। ਜਿਸ ਨੇ ਮਨ ਵੀ, ਪ੍ਰਾਣ ਸਵਾਸ ਵੀ, ਤਨ, ਇੰਦਰੇ ਤੇ ਸਰੀਰ, ਇਹ ਸਾਰਾ ਕੁਝ ਜਿਸ ਨੇ ਬਖਸ਼ਿਆ ਹੈ। ਹਿਰਦੇ ਕਾ ਆਧਾਰ। ਤੇਰੇ ਹਿਰਦੇ ਦਾ ਆਧਾਰ, ਆਸਰਾ ਵੀ ਵਾਹਿਗੁਰੂ ਹੀ ਹੈ। ਉਸੇ ਦੀ ਜੋਤ ਹੈ ਜਿਸ ਕਰਕੇ ਤੇਰੇ ਅੰਦਰ ਸਾਰੀ ਇਹ ਜੀਵਨ ਦੀ ਰੌ ਚੱਲ ਰਹੀ ਹੈ। ਹਿਰਦੇ ਦਾ ਆਧਾਰ, ਜਾਂ ਦੂਜਾ ਅਰਥ ਕਿ ਹਿਰਦੇ ਦਾ ਆਧਾਰ, ਆਸਰਾ ਉਸੇ ਨੂੰ ਬਣਾ ਜਿਸ ਨੇ ਪ੍ਰਾਣ ਮਨ ਤਨ ਜਿਨਹਿ ਦੀ, ਸਭ ਕੁਝ ਜਿਸ ਨੇ ਤੈਨੂੰ ਬਖਸ਼ਿਆ ਹੈ। ਰਹਾਓ। ਕਾਮ ਕ੍ਰੋਧ ਅਹੰਕਾਰ ਮਤੇ ਵਿਆਪਿਆ ਸੰਸਾਰ। ਜੋ ਇਹ ਸਾਰਾ ਸੰਸਾਰ, ਇਹ ਜੀਵ ਮੋਹ ਵਿੱਚ ਫਸੇ ਹੋਏ ਨੇ, ਕਾਮ ਕ੍ਰੋਧ ਤੇ ਹੰਕਾਰ ਵਿੱਚ ਮੱਤੇ ਹੋਏ ਨੇ, ਮਸਤੇ ਹੋਏ ਨੇ। ਕਾਮ ਕ੍ਰੋਧ ਹੰਕਾਰ ਕਰਕੇ ਮਸਤ ਹੋਏ ਹੋਏ ਨੇ। ਸਾਰਾ ਸੰਸਾਰ ਹੀ ਇਸ ਮੋਹ 'ਚ, ਇਸ ਗਲਤਾਨ ਹੋਣ ਵਾਲੇ ਸੰਸਾਰ ਵਿੱਚ ਫਸ ਚੁੱਕਾ ਹੈ। ਪਉ ਸੰਤ ਸਰਣੀ ਲਾਗ ਚਰਣੀ ਮਿਟੈ ਦੂਖ ਅੰਧਾਰ। ਇਹ ਹਨੇਰਾ ਹੈ ਜਿਹਦੇ 'ਚ ਲੋਕ ਫਸੇ ਹੋਏ ਨੇ। ਤੂੰ ਸੰਤ ਜਨਾਂ ਦੀ ਸ਼ਰਣੀ ਪੈ, ਸੰਤ ਸਤਿਗੁਰੂ ਦੀ ਸ਼ਰਨ ਪੈ, ਚਰਨੀ ਲੱਗ ਜਾ। ਤੇਰਾ ਇਹ ਦੁੱਖ ਵੀ ਜੰਮਣ ਮਰਨ ਦਾ, ਵਿਛੋੜੇ ਦਾ ਤੇ ਅੰਧਾਰ, ਅਗਿਆਨ ਜਿਹੜਾ ਨਾ, ਅਗਿਆਨ ਦਾ ਹਨੇਰਾ, ਇਹ ਮਿਟ ਜਾਏਗਾ। ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ। ਫਿਰ ਸਵਾਲ ਉੱਠਦਾ ਕਿ ਮਹਾਰਾਜ ਇਸ ਸਰੀਰ ਦੇ ਨਾਲ ਮੈਂ ਕੰਮ ਕਿਹੜਾ ਕਰਾਂ, ਕਰਨੀ ਕਿਹੜੀ ਕਰਾਂ? ਤਾਂ ਹਜ਼ੂਰ ਕਹਿੰਦੇ ਨੇ ਸਤ ਸੰਤੋਖ ਦਇਆ ਕਮਾਵੈ। ਸਤ ਉੱਚਾ ਆਚਰਣ, ਤੇ ਸਤ ਹੁੰਦਾ ਦਾਨ ਕਰਨਾ, ਤੇ ਸੰਤੋਖ ਧਾਰਨ ਕਰਨਾ, ਯਥਾ ਲਾਭ ਤਥਾ ਸੰਤੁਸ਼ਟੀ, ਤੇ ਹੋਰ ਨਾ ਦਇਆ ਕਰਨੀ ਜੀਆਂ ਤੇ, ਦੁਖੀਆਂ ਤੇ, ਗਰੀਬਾਂ ਤੇ, ਲੋੜਵੰਦਾਂ ਤੇ ਦਇਆ ਕਰਨੀ। ਇਹ ਜੇ ਕਮਾਈ ਕਰੇ, ਕਿਉਂਕਿ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਇੱਕ ਜੀ ਤੇ ਦਇਆ ਕਰਦੀ ਹੈ ਨਾ, ਦਇਆ ਦਾ ਫੁਰਨਾ ਆ ਜੇ, ਹਿਰਦਾ ਦਰਵੀਪੂਤ ਹੋ ਜਾਏ ਤੇ ਮਨ ਨੂੰ 68 ਤੀਰਥਾਂ ਦਾ ਇਸ਼ਨਾਨ। ਇਸ ਕਮਾਈ ਨੂੰ ਜਿਹੜਾ ਕਮਾਉਂਦਾ ਹੈ, ਇਹ ਕਰਨੀ ਸਾਰ, ਇਹ ਉਹਦੀ ਕਰਨੀ ਸਾਰ ਸ੍ਰੇਸ਼ਟ ਹੈ, ਜੋ ਸਤ ਸੰਤੋਖ ਤੇ ਦਇਆ ਦੀ ਕਮਾਈ ਕਰਦਾ। ਕਿਉਂਕਿ ਧੌਲ ਧਰਮ ਦਇਆ ਕਾ ਪੂਤ, ਇਹ ਗੁਣ ਬੜੇ ਉੱਚੇ ਨੇ। ਸਮ ਸੰਤੋਖ ਨ ਔਰ ਸਮ ਔਰ ਸੁਖ, ਤਪ ਨ ਖਿਮਾ ਸਮ ਜਾਨ, ਬ੍ਰਹਮ ਗਿਆਨ ਸਮ ਦਾਨ, ਨ ਧਰਮ ਨ ਦਇਆ ਸਮਾਨ। ਆਪ ਛੋੜ ਸਭ ਹੋਏ ਰੇਣਾ, ਜਿਸ ਦੇ ਪ੍ਰਭ ਨਿਰੰਕਾਰ। ਜਿਸ ਦੇ ਤਾਈਂ ਪਰਮਾਤਮਾ ਇਹ ਦਾਤਾਂ ਬਖਸ਼ਦਾ ਨਾ, ਸਤ ਸੰਤੋਖ ਦਇਆ ਆਦਿਕ, ਉਹ ਆਪਣੇ ਹਿਰਦੇ ਵਿੱਚੋਂ ਆਪਾ ਭਾਵ ਛੱਡ ਕੇ ਸਭਨਾਂ ਦੇ ਚਰਨਾਂ ਦੀ ਧੂੜ ਬਣ ਜਾਂਦਾ। ਇੰਨੀ ਨਿਮਰਤਾ ਹਿਰਦੇ 'ਚ ਆ ਜਾਂਦੀ। ਆਪਾ ਭਾਵ ਹੰਕਾਰ ਛੱਡ ਦਿੰਦਾ, ਤੇ ਹੰਕਾਰ ਦੇਹ ਦਾ, ਪਦਾਰਥਾਂ ਦਾ, ਵਿਦਿਆ ਦਾ, ਗੁਣਾਂ ਦਾ, ਇਹ ਬਿਲਕੁਲ ਨਹੀਂ ਰਹਿੰਦਾ। ਸਭਨਾਂ ਦੀ ਰੇਣਕਾ ਬਣ ਜਾਂਦਾ। ਪਰ ਜਿਹਨੂੰ ਵਾਹਿਗੁਰੂ ਪਰਮਾਤਮਾ ਨਿਰੰਕਾਰ ਇਹ ਦਾਤ ਬਖਸ਼ੇ, ਉਹਦੀ ਇਹ ਅਵਸਥਾ ਹੈ। ਸ਼੍ਰੀਮਾਨ ਬਾਬਾ ਠਾਕੁਰ ਸਿੰਘ ਜੀ ਇੱਕ ਵਾਰੀ ਗੁਰੂ ਕੀ ਬਾਣੀ ਦਾ ਪਾਠ ਸੁਣਦੇ ਸੁਣਦੇ ਮਹਿਤੇ ਪਿੰਡ ਦੀਆਂ ਮੜੀਆਂ ਵਿੱਚ ਜਾ ਬੈਠੇ, ਤੇ ਬਹੁਤ ਵਿਰਾਗ ਨਾਲ ਉਹਨਾਂ ਬਚਨ ਕੀਤਾ ਕਿ ਜਿਸ ਦੇਹੀ ਦਾ ਮਨੁੱਖ ਸਾਰੀ ਉਮਰ ਮਾਣ ਹੰਕਾਰ ਚੁੱਕੀ ਫਿਰਦਾ, ਖੋਪਰੇ ਦਾ ਮਾਣ ਚੁੱਕੀ ਫਿਰਦਾ, ਇਹ ਅਕਲਾਂ ਦਾ ਕੋਟ ਆ ਮੇਰਾ ਦਿਮਾਗ ਸਿਰ, ਕਹਿੰਦੇ ਵੇਖੋ ਇੱਥੇ ਕਿੰਨੇ ਕੁ ਲੋਕ ਭਸਮ ਹੋ ਗਏ, ਘਾਹ ਉੱਗਾ ਹੋਇਆ, ਕੋਈ ਜਾਣ ਪਛਾਣ ਨਹੀਂ, ਕੋਈ ਨਹੀਂ ਪਤਾ ਲੱਗਦਾ ਕਿਹੜਾ ਕਿਹੜਾ ਇੱਥੇ ਆ ਕੇ ਭਸਮ ਹੋਇਆ। ਇਸ ਕਰਕੇ ਜਿਉਂਦਿਆਂ ਹੀ ਹੰਕਾਰ ਛੱਡ ਦੇਣਾ ਚਾਹੀਦਾ। ਕਾਹਦਾ ਮਾਣ ਆ ਦੇਹੀ ਦਾ? ਇਹ ਦੇਹ ਹੀ ਹੋਊ ਖਾਕ ਪਵਣ ਉਡਾਈ ਹੈ।
ਹਵਾ ਸਵਾਸ ਵਿੱਚੋਂ ਨਿਕਲ ਜਾਣੇ ਹਨ, ਆਤਮਾ ਜੀਵ ਆਤਮਾ ਹੰਸਨੇ ਚਲੇ ਜਾਣਾ ਤੇ ਦੇਹੀ ਤਾਂ ਖਾਕ ਹੀ ਹੋ ਜਾਣੀ ਹਨ। ਸੋ ਇਸ ਪ੍ਰਕਾਰ ਸਭਨਾਂ ਦੀ ਰੇਣਕਾ ਚਰਨ ਧੂੜ ਨਿਮਰਤਾ ਧਾਰਨ ਕਰਕੇ, ਗਰੀਬੀ ਧਾਰਨ ਕਰਕੇ ਬਣ ਜਾਂਦੇ ਹਨ। ਪਰ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਦੀ ਦਇਆ ਹੋਵੇ, ਜਿਹਨੂੰ ਇਹ ਦਾਤ ਨਿਰੰਕਾਰ ਬਖਸ਼ੇ, ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰ, ਫਿਰ ਉਹਨਾਂ ਦੀ ਇਹ ਅਵਸਥਾ ਹੈ। ਉਹ ਇੰਜ ਵਿਚਾਰ ਕਰਦੇ ਨੇ ਕਿ ਜੋ ਕੁਝ ਦਿਖਾਈ ਦਿੰਦਾ ਹੈ ਸਾਰਾ ਕੁਝ ਤੂੰ ਹੀ ਤੂੰ ਹੈ ਵਾਹਿਗੁਰੂ। ਇਹ ਜਿਹੜਾ ਪਸਾਰਾ ਪਸਰਿਆ ਹੋਇਆ ਇਹਦੇ ਵਿੱਚ ਤੂੰ ਹੀ ਸਮਾਇਆ ਹੋਇਆ, ਹੋਰ ਹੈ ਹੀ ਕੁਛ ਨਹੀਂ। ਫਿਰ ਇਹ ਜਿਹੜਾ ਪਸਾਰਾ ਪਸਰਿਆ ਇਹਦਾ ਦਵੰਦਾਵਾਦ ਉਹਨਾਂ ਨੂੰ ਨਜ਼ਰ ਹੀ ਨਹੀਂ ਆਉਂਦਾ। ਕੌਣ ਆਪਣਾ, ਕੌਣ ਬੇਗਾਨਾ, ਕੌਣ ਮਿੱਤਰ, ਕੌਣ ਦੋਸਤ, ਕੌਣ ਬੁਰਾ, ਕੌਣ ਭਲਾ, ਇਹ ਨਹੀਂ ਦਿਖਾਈ ਦਿੰਦਾ। ਬਿਸਰ ਗਈ ਸਭ ਤਾਤ ਪੁਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਬ੍ਰਹਮ ਦ੍ਰਿਸ਼ਟੀ, ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰ, ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਜਿਨ੍ਹਾਂ ਦਾ ਗੁਰੂ ਸਾਹਿਬ ਜੀ ਨੇ ਭਰਮ ਕੱਟ ਦਿੱਤਾ, ਜਿਹੜਾ ਫਰਕ ਸਮਝਣਾ ਜੀਆਂ ਦੇ ਅੰਦਰ, ਹੋਰ ਚੀਜ਼ ਨੂੰ ਹੋਰ ਸਮਝਣਾ, ਜਿਸ ਤਰ੍ਹਾਂ ਦੀ ਵਾਸਤਵਿਕ ਵਿੱਚ ਹੈ ਉਹਨੂੰ ਉਂਝ ਰਿਐਲਿਟੀ ਵਿੱਚ ਉਸ ਤਰ੍ਹਾਂ ਦੀ ਜੋ ਹੈ ਉਂਝ ਨਾ ਸਮਝਣਾ, ਹੋਰ ਤਰ੍ਹਾਂ ਦਾ ਸਮਝਣਾ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਜਿਹੋ ਜਿਹਾ ਮੰਨੀਏ ਉਹੋ ਜਿਹਾ ਹੋਏ ਨਾ ਵਾਸਤਵਿਕ ਵਿੱਚ, ਉਹ ਇਹਦਾ ਨਾਮ ਭਰਮ ਹੈ। ਜਿਵੇਂ ਰੱਸੀ ਹਨੇਰੇ 'ਚ ਪਈ ਸੱਪ ਜਾਣ ਕੇ ਡਰ ਜਾਈਏ, ਇਹਦਾ ਨਾਮ ਭਰਮ ਹੈ। ਜਿਨ੍ਹਾਂ ਦਾ ਗੁਰੂ ਸਾਹਿਬ ਨੇ ਭਰਮ ਕੱਢ ਦਿੱਤਾ, ਉਹਨਾਂ ਦੇ ਅੰਦਰ ਫਿਰ ਸਗਲ ਬ੍ਰਹਮ ਵਿਚਾਰ, ਸਾਰੀ ਬ੍ਰਹਮ ਦੀ ਹੀ ਵਿਚਾਰ ਹੈ, ਬ੍ਰਹਮ ਨੂੰ ਹੀ ਵਿਚਾਰਦੇ ਨੇ, ਦੂਜੇ ਕੁਛ ਨਹੀਂ। ਸੋ ਇਸ ਪ੍ਰਕਾਰ ਬ੍ਰਹਮ ਨੂੰ ਹੀ ਨਿਸ਼ਚੈ ਕਰਦੇ ਹਨ, ਬ੍ਰਹਮ ਦੀ ਹੀ ਸੋਚਣੀ ਹੈ, ਬ੍ਰਹਮ ਦੀ ਹੀ ਵਿਚਾਰ ਹੈ। ਇਸ ਤਰ੍ਹਾਂ ਦਾ ਉਪਦੇਸ਼ ਸਤਿਗੁਰੂ ਮਹਾਰਾਜ ਨੇ ਇਹ 5 ਸ਼ਬਦਾਂ ਰਾਹੀਂ ਅੱਜ ਸਾਡੇ ਤਾਈਂ ਬਖਸ਼ਿਸ਼ ਕੀਤਾ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਸਤਿਗੁਰੂ ਜੀ ਦੀ ਸੰਗਤ ਨੇ ਖਿਮਾ ਕਰਨੀ ਆ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।